ਰੇਡੀਓ ਵੌਇਸ ਆਫ ਖਾਲਸਾ TV ASP ਤੇ ਆਪ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਜਸਵੀਰ ਸਿੰਘ। ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਪ੍ਰੋਗਰਾਮ ਦੀਵੇ ਦੀ ਲੋ ਲੈ ਕੇ ਅਸੀਂ ਹਾਜ਼ਰ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਪਿਛਲੇ ਹਫ਼ਤੇ ਦੀਆਂ ਗਤੀਵਿਧੀਆਂ ਹੈਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ। ਕੋਈ ਅਸੀਂ ਪ੍ਰੋਫੈਸ਼ਨਲ ਨਹੀਂ ਹੈ, ਪਰ ਸਾਨੂੰ ਜਿੰਨੀ ਕੁ ਸਮਝ ਆ ਉਹਦੇ ਮੁਤਾਬਕ ਅਸੀਂ ਤੁਹਾਡੇ ਤੋਂ ਕੁਛ ਨਾ ਕੁਛ ਸਿੱਖਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਹੈਗੇ ਹਾਂ। ਸਾਡੀਆਂ ਫੋਨ ਲਾਈਨਸ ਵੀ ਖੁੱਲ੍ਹੀਆਂ ਹੋਣਗੀਆਂ, ਵਟਸਐਪ ਲਾਈਨ ਵੀ ਸਾਡੀ ਖੁੱਲ੍ਹੀ ਹੈਗੀ ਆ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਰੇਡੀਓ ਵੌਇਸ ਆਫ ਖਾਲਸਾ 'ਤੇ ਜਿਹੜਾ ਇਸ ਵੇਲੇ ਲਾਈਵ ਚੱਲ ਰਿਹਾ ਹੈਗਾ। ਬਾਕੀ ਸਾਡੇ ਸਾਰੇ ਪੇਜ ਜਿਹੜੇ ਆ ਉਹ ਬੰਦ ਹੈਗੇ ਆ, ਅਤੇ ਇਸ ਤੋਂ ਬਾਅਦ ਜਦੋਂ ਸਾਡਾ ਪ੍ਰੋਗਰਾਮ ਫਿਨਿਸ਼ ਹੋ ਜਾਊਗਾ ਅਸੀਂ YouTube 'ਤੇ ਵੀ ਅਪਲੋਡ ਕਰਾਂਗੇ। ਹਰ ਹਫ਼ਤੇ ਦੀ ਤਰ੍ਹਾਂ ਨਰਿੰਦਰ ਸਿੰਘ ਮੇਰੇ ਨਾਲ ਜੁੜ ਚੁੱਕੇ ਆ। ਨਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਸਵੀਰ ਸਿੰਘ ਜੀ, ਤੁਹਾਨੂੰ ਤੇ ਜਿੰਨੇ ਵੀਰ ਭੈਣ ਜੁੜੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਜਿਹੜੀ ਗੱਲਬਾਤ ਆ ਉਹਦਾ ਵਿਸ਼ਾ ਹੈਗਾ ਕਿ ਇਹ ਜਿਹੜੀ ਸਾਡੀ ਕੌਮ ਆ ਉਹ ਮਨੁੱਖਤਾ ਦੀ ਖਾਤਰ ਜਿਹੜੇ ਲੋਕ ਜਾਨਾਂ ਵਾਰ ਜਾਂਦੇ ਹੈਗੇ ਆ ਉਹਨਾਂ ਨੂੰ ਕਦੋਂ ਸਮਝਣਗੇ ਕਿ ਉਹ ਸਾਡੇ ਲਈ ਕੀ ਸੀਗੇ। ਜਿਹੜੇ ਉਹਨਾਂ ਨੂੰ ਸਮਝਦੇ ਹੈਗੇ ਆ ਕਿ ਉਹ ਸਾਡੇ ਲਈ ਕੀ ਸੀ, ਉਹਨਾਂ ਦਾ ਮਜ਼ਾਕ ਕਿਤੇ ਨਾ ਕਿਤੇ ਉਡਾਇਆ ਜਾਂਦਾ ਹੈਗਾ। ਕੀ ਸਮਝਦੇ ਹੋ? ਬਿਲਕੁਲ, ਅੱਜ ਆਪਾਂ ਗੱਲ ਸ਼ੁਰੂ ਕਰਾਂਗੇ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੁੱਬੇ ਤਸਕਰ ਨਹੀਂ ਲੈਵੇ, ਭਾ ਨਾ ਸਕੈ ਜਲ ਹੈ ਜੀ। ਇਹ ਮੇਰਾ ਸ਼ਬਦ ਪੜ੍ਹਨ ਦਾ ਦਾ ਕਾਰਨ ਇਹ ਹੈ, ਜੋ ਸਾਨੂੰ ਗੁਰੂ ਨੇ ਇੱਕ ਦੁਨਿਆਵੀ ਤੌਰ 'ਤੇ ਦੱਸਿਆ ਵੀ ਜਦੋਂ ਇਹ ਬਚਨ ਜਦੋਂ ਗੁਰੂ ਦਾ ਤੁਹਾਡੇ ਮਨ ਵਿੱਚ ਵਸਿਆ ਹੁੰਦਾ ਨਾ, ਉਦੋਂ ਤੁਸੀਂ ਕਿਉਂਕਿ ਅੱਗੋਂ ਦੇ ਜੇ ਚੇਤੀਏ ਕਾਇਤ ਮਿਲੇ ਸਜਾਏ, ਜਿਵੇਂ ਉਹ ਵੀ ਆਪਾਂ ਗੱਲਾਂ ਲੈ ਲੈਂਦੇ ਹਾਂ ਵੀ ਮੇਨ ਗੱਲ ਉੱਥੇ ਆ ਜਾਂਦੀ ਵੀ ਗੁਰੂ ਦੀ ਜਿਹੜੀ ਸਿੱਖਿਆ। ਜਿਵੇਂ ਆਪਾਂ ਪੜ੍ਹਦੇ ਹਾਂ ਗੁਰਦੁਆਰੇ ਹੋਏ ਸੋਝੀ ਪਾਏ ਸੀ, ਜਦੋਂ ਨੂੰ ਪਹਿਲਾਂ ਮੱਤ ਆ ਜਾਂਦੀ ਹੈ ਆਪਾਂ ਗੁਰਦੁਆਰੇ ਕਰਨੀਆਂ ਹੀ ਜਾਂਦੇ ਹਾਂ। ਆਪਾਂ ਕੋਈ ਸੁੱਖਾਂ ਲਾਉਣ ਨਹੀਂ ਜਾਂਦੇ ਜਾਂ ਸੁੱਖਾਂ ਸੁੱਖਣ ਨਹੀਂ ਜਾਂਦੇ, ਪਰ ਅੱਜ ਕੱਲ੍ਹ ਇਹੀ ਕਰਨ ਜਾਂਦੇ ਹਾਂ, ਜਾਂ ਸੁੱਖਾਂ ਲਾਉਣ ਜਾਂਦੇ ਹਾਂ ਤੇ ਜਾਂ ਸੁੱਖਾਂ ਸੁੱਖਣ ਜਾਂਦੇ ਹਾਂ। ਬਸ ਦੋ ਗੱਲਾਂ ਤੋਂ ਬਿਨਾਂ ਸਾਡੇ ਕੋਲ ਤੀਜੀ ਗੱਲ ਹੈ ਕੋਈ ਨਹੀਂ। ਕਾਫੀ ਵੱਡੀ ਲਿਸਟ ਹੁੰਦੀ ਹੈ, ਗੁਰੂ ਸਾਹਿਬ ਨੂੰ ਦੇ ਕੇ ਆਉਂਦੇ ਆ ਕਿ ਇਹ ਸਾਡੀ ਇਹਨਾਂ 'ਚ ਪੂਰੀਆਂ ਕਰਦੇ ਤੇ ਫਿਰ ਅਸੀਂ ਅਗਲੀ ਵਾਰੀ ਆਵਾਂਗੇ। ਫਿਰ ਆਹ ਹਫ਼ਤੇ ਅਸੀਂ ਕਹਿੰਦੇ ਨਹੀਂ ਹੁੰਦਾ ਵੀ ਜਿਵੇਂ ਆਹ ਹਫ਼ਤੇ ਤੇਰੀ ਜਿਹੜੀ ਪਿਛਲੀ ਮੈਂ ਸੁੱਖੀ ਸੀ ਆਹ ਪੂਰੀ ਕਰਤੀ, ਤੇ ਹੁਣ ਅਗਲੇ ਹਫ਼ਤੇ ਵਾਲੀ ਆ ਹੁਣ ਸ਼ੁਰੂ ਕਰਦੇ ਮੇਰਾ ਹੈ ਇਹਦੇ ਤੇ ਜੋ ਪ੍ਰੋਜੈਕਟ ਆ। ਚਲੋ ਐਨੀਵੇ, ਆਪਾਂ ਉਹ ਗੱਲ ਤੋਂ ਇੱਧਰ ਨੂੰ ਆਈਏ। ਜਿਹੜਾ ਆਪਣਾ ਪਿਛਲੇ ਹਫ਼ਤੇ ਦੀਆਂ ਜੋ ਸਰਗਰਮੀਆਂ ਕਹਿ ਲਓ ਕੌਮ ਦੇ ਵਿੱਚ, ਉਹਨਾਂ ਦੀਆਂ ਵੀ ਆਪਾਂ ਜੋ ਝਾਤ ਮਾਰਾਂਗੇ। ਤੇ ਉਹਦੇ ਨਾਲ ਇਹ ਵੀ ਇੱਕ ਸਰਗਰਮੀ ਸੀ, ਇਹ ਸ਼ੁਰੂ ਹੁੰਦੀ ਹੈ ਜੀ ਦੀਪ ਸਿੱਧੂ ਦੀ ਰਿਹਾਈ ਤੋਂ ਜੀ। ਕਿਉਂਕਿ ਕਾਰਨ ਕੀ ਆ, ਕਈ ਵਾਰ ਅਸੀਂ ਬਹੁਤ ਸਾਡੇ ਵੱਡੇ ਜਿਵੇਂ ਆਪਾਂ ਤੁਸੀਂ ਸ਼ਹੀਦਾਂ ਦੀ ਗੱਲ ਕੀਤੀ ਆ, ਰਾਈਟ, ਜਿਹੜੇ ਸ਼ਹੀਦ ਹੁੰਦੇ ਨੇ ਉਹੀ ਉਹ ਗੁਰੂ ਦਾ ਬਚਨ ਲੈ ਕੇ ਚੱਲਦੇ ਨੇ। ਉਹ ਜਦੋਂ ਸ਼ਹੀਦੀ ਆਪਣਾ ਦੇਣ ਚੱਲਦਾ ਨਾ, ਕਹਿੰਦੇ ਨੇ ਪਹਿਲਾਂ ਹੀ ਸਿਰ ਧਰ ਤਲੀ ਗਲੀ ਮੁਰੀ ਆਓ, ਉਹ ਕੰਮ ਆ ਵੀ ਪਹਿਲਾਂ ਹੀ ਚਾਹੇ ਉਹਨੂੰ ਕਹਿ ਲਓ ਵੀ ਸਿਰ ਅਸੀਂ ਗੁਰੂ ਨੂੰ ਉਹਦੀ ਮੱਤ ਲੈਣ ਲਈ ਦਿੱਤਾ ਜਾਂ ਗੁਰੂ ਦੀ ਮੱਤ ਤੇ ਚੱਲਣ ਲਈ ਦਿੱਤਾ, ਉਹ ਵੀ ਆਪਾਂ ਸਿਰ ਤਲੀ ਤੇ ਧਰ ਕੇ ਜਾਣਾ। ਜੇ ਮੱਤ ਲੈਣ ਲਈ ਜਾਣਾ ਤਾਂ ਵੀ ਆਪਾਂ ਕਹਿੰਦੇ ਆ ਵੀ ਸਿਰ ਝੁਕਾਇਆ ਜਾਂ ਸਿਰ ਗੁਰੂ ਮੂਹਰੇ ਰੱਖਿਆ, ਆਪਾਂ ਉਹ ਗੱਲ ਹੋ ਜਾਂਦੀ ਆ। ਬਿਲਕੁਲ, ਵੀ ਮੇਨ ਉਹ ਹੈ ਜਿਹੜੇ ਉਹ ਸ਼ਹੀਦ ਹੁੰਦੇ ਆ ਉਹ ਗੁਰੂ ਦੀ ਮੱਤ ਅਨੁਸਾਰ ਮਨੁੱਖਤਾ ਖਾਤਰ ਕਹਿ ਲਓ, ਜਾਂ ਜਿਹੜਾ ਉਹ ਪੰਥ ਜਾਂ ਕੌਮ ਕਹਿ ਲਓ ਉਹਦੇ ਖਾਤਰ ਕਹਿ ਲਓ। ਜਿਸ ਤਰ੍ਹਾਂ ਸਾਡਾ ਸਿੱਖ ਕੌਮ ਜਾਂ ਸਿੱਖ ਪੰਥ ਦੇ ਵਿੱਚ ਸਾਡਾ ਸ਼ਹੀਦੀਆਂ ਭਰਿਆ ਇਤਿਹਾਸ ਆ ਜੀ। ਕਈ ਵਾਰ ਅਸੀਂ ਉਹ ਏਡੇ ਹੁਣ ਦੇ ਇਤਿਹਾਸ 'ਚ ਵੀ ਦੇਖ ਲਓ, ਕਈ ਸੋ ਕਾਲਡ ਜਾਂ ਜਿਨ੍ਹਾਂ ਦੇ ਪਰਿਵਾਰਾਂ ਨੇ ਮੁਖਬਰੀਆਂ ਕੀਤੀਆਂ, ਜੇ ਉਹਨਾਂ ਨਾਲ ਕੋਈ ਸਿੱਖਾਂ ਨੇ ਆਪਣਾ ਬਣਦਾ ਇਨਸਾਫ ਲੈਣ ਲਈ, ਠੀਕ ਆ, ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਉਸ ਦੇ ਵਿੱਚ ਗਏ ਨੇ, ਉਹ ਕਹਿੰਦੇ ਆ ਜੀ ਉਹਨਾਂ ਨੇ ਸਾਡੇ ਪਰਿਵਾਰਕ ਮੈਂਬਰਾਂ ਦਾ ਆਹ ਕੀਤਾ ਘਾਣ ਕੀਤਾ। ਪਰ ਉਲਟਾ ਉਹ ਜਿਹੜੇ ਸਿਰ ਤਲੀ ਤੇ ਧਰ ਕੇ ਤੁਰਨ ਵਾਲੇ ਜਿਹੜੇ ਮਨੁੱਖਤਾ ਖਾਤਰ ਲੜਨ ਵਾਲੇ ਆ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਇੱਕ ਬਹੁਤ ਘਟੀਆ ਨਜ਼ਰ ਨਾਲ ਦੇਖਦੇ ਆ। ਉਹਨਾਂ ਨੂੰ ਕਈ ਚੋਰ ਕਹਿਣਗੇ, ਕੋਈ ਲਟੇਰੇ ਕਹੂ। ਕੋਈ ਚੋਰ ਤੇ ਲਟੇਰਾ ਕੋਈ ਮਰ ਕੇ ਆਪਣੇ ਆਪ ਨੂੰ ਚੋਰੀ ਲੁੱਟਣ ਨਹੀਂ ਤੁਰਦਾ ਹੁੰਦਾ, ਆਪਣੇ ਘਰ ਭਰਦਾ ਹੁੰਦਾ। ਇਹਨਾਂ ਦੇ ਤਾਂ ਘਰਾਂ ਦੇ ਵਿੱਚ ਘਾਹ ਉੱਗੇ ਹੋਏ ਨੇ ਜਿਹੜੇ ਇਹ ਪੰਜਾਬ ਖਾਤਰ। ਹੁਣ ਅਸੀਂ ਨਹਿਰ ਦੀ ਗੱਲ ਕਰ ਲੈਂਦੇ ਹਾਂ, ਅਸੀਂ ਹਰੇਕ ਗੱਲਾਂ ਤਾਂ ਕਰਦੇ ਹਾਂ ਸਾਰੀਆਂ ਵਿੱਚ ਤਾਂ ਜੋ ਸਾਨੂੰ ਪਤਾ ਲੱਗੇ ਬਾਰ-ਬਾਰ ਤੇ ਵੀ ਜਿਹੜੇ ਹੁਣ ਨਹਿਰ ਕਹਿੰਦੇ ਆ, ਨਹਿਰ ਕਿਹਨੇ ਬੰਦ ਕਰਾਤੀ? ਨਹਿਰ ਅੱਜ ਤੱਕ ਬੰਦ ਆ, ਸਮਝ ਗਏ ਨਾ? ਉਹ ਸਾਨੂੰ ਪਤਾ, ਸਾਡੇ ਸਿੰਘਾਂ ਨੇ ਬੰਦ ਕਰਾਈ, ਇਹੋ ਜਿਹਾ ਨੱਕਾ ਲਾਇਆ ਤੇ ਉਹ ਸਾਡੇ ਸਾਹਮਣੇ ਆ। ਔਰ ਸਰਕਾਰ ਦੀ ਸੁਪਰੀਮ ਕੋਰਟ ਦੀ ਇਹ ਹੁਕਮ ਵੀ ਆਦੇਸ਼ ਵੀ ਹੈਗੇ ਆ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਹਮੇਸ਼ਾ ਜਦੋਂ ਗੱਲ ਕਰਦੇ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ, ਉਹਦਾ ਹੁਕਮ ਵੀ ਹੈ ਕਿ ਉਹਨੂੰ ਖੋਲੋ। ਤੇ ਉਹਨਾਂ ਨੇ ਪਿੱਛੇ ਖੋਲੋ, ਜਿਹੜਾ ਜਿੰਦਾ ਲੱਗਾ ਆ ਉਹ
ਐਡੀ ਹਾਂ, ਛੇਤੀ। ਜਿਨ੍ਹਾਂ ਨੂੰ ਅਸੀਂ ਚੋਰ ਲਟੇਰੇ ਜਾਂ ਹੋਰ ਕਹਿ ਦਿੰਦੇ ਹਾਂ। ਹੁਣ ਆਪਾਂ ਗੱਲ ਆਈਏ ਮੇਨ ਜਿਹੜੀ ਆਪਣਾ ਅੱਜ ਦਾ ਮੇਨ ਵਿਸ਼ਾ ਵੀ ਜਿਹੜੀ ਆਪਾਂ ਉਹਨਾਂ ਦਾ ਮਜ਼ਾਕ ਦੇ ਪਾਤਰ ਕਿਵੇਂ ਬਣਾਉਂਦੇ ਆ। ਜੀ ਜਿਵੇਂ ਦੀਪ ਸਿੱਧੂ, ਠੀਕ ਆ, ਆਪਾਂ ਨਹੀਂ ਕਹਿੰਦੇ ਵੀ ਕਿਸੇ ਦਾ ਜੋ ਆਪਣੀ ਸੋਚ ਆ ਜਾਂ ਆਪਣੀ ਆਪਣੇ ਬੌਧਿਕਤਾ ਕਹਿ ਲਓ ਜਾਂ ਆਪਣੀ ਇਹ ਆਪਾਂ ਹੋਰ ਗੱਲਾਂ ਕਹਿੰਦੇ ਹਾਂ, ਅਧਿਆਤਮਕਵਾਦ ਵੀ ਇਹਨੂੰ ਕਹਿੰਦੇ ਆ, ਜਾਂ ਆਪਣੀ ਸਰਦਾ ਵੀ ਐਂਡ ਤੇ ਆਪਾਂ ਕਹਿੰਦੇ ਹਾਂ ਸਰਦਾ ਇੱਕ ਤਰਕ ਵਾਲਾ ਹੁੰਦਾ, ਇੱਕ ਸਰਦ ਵਾਲਾ ਹੁੰਦਾ। ਜੀ ਤਰਕ ਵਾਲੇ ਨੇ ਤਾਂ ਕਹਿੰਦੇ ਬਾਲ ਦੀ ਖੱਲ ਲਾਉਣ ਤੱਕ ਜਾਣਾ। ਰਾਈਟ। ਹੁਣ ਗੱਲ ਉਹੀ ਆ। ਤੇ ਸਰਦਾ ਵਾਲੇ ਨੇ ਉਹ ਆਪਣੇ ਅਨੁਸਾਰ ਜਿੱਥੇ ਤੱਕ ਉਹਨੂੰ ਉਹ ਕਰਦਾ। ਪਰ ਆਪਾਂ ਨੂੰ ਇਹ ਗੱਲਾਂ ਤੋਂ, ਜਿਵੇਂ ਸਾਨੂੰ ਗੁਰੂ ਨੇ ਕਿਹਾ ਵੀ ਜਿਹੜੇ ਗੁਰੂ ਪਾਉਣਾ ਜਾਂ ਗੁਰੂ ਦੇ ਵਚਨ ਨੂੰ ਮੰਨਣਾ ਕਹਿ ਲਓ, ਜਾਂ ਜੋ ਵੀ ਉਹਦੇ ਸਿਧਾਂਤ ਤੇ ਚੱਲਦਾ, ਉਹਦੇ ਲਈ ਤਾਂ ਇਹ ਇੱਕ ਗੂੰਗੇ ਦੇ ਮਠਿਆਈ ਖਾਣ ਦੇ ਬਰਾਬਰ ਆ। ਵੀ ਗੂੰਗਾ ਮਠਿਆਈ ਖਾ ਤਾਂ ਲਊ ਪਰ ਉਹਨੇ ਸਵਾਦ ਨਹੀਂ ਦੱਸਣਾ। ਪਰ ਜੇ ਸਵਾਦ ਦੱਸੋਗੇ ਤਾਂ ਤੁਸੀਂ ਗੂੰਗੇ ਨਹੀਂ ਹੈਗੇ, ਜਾਣੀ ਗੁਰੂ ਵਾਲੀ ਮੱਤ ਤੇ ਨਹੀਂ ਚੱਲਦੇ। ਜੇ ਸਾਨੂੰ ਗੁਰੂ ਨੇ ਜਾਂ ਇਹ ਸਿੱਖਿਆਵਾਂ ਨੇ, ਉਹਦੇ ਨਾਲ ਕੀ ਆ, ਅਸੀਂ ਮਜ਼ਾਕ ਦੇ ਪਾਤਰ ਬਣਦੇ। ਜਿਵੇਂ ਪਿੱਛੇ ਜੇ ਹੁਣ ਦੀਪ ਸਿੱਧੂ ਆ, ਉਹਨੇ ਕਿਸ ਸੰਦਰਭ 'ਚ ਕਿਹਾ ਆਪਾਂ ਨੂੰ ਨਹੀਂ ਪਤਾ, ਪਰ ਉਹਦੇ ਮਜ਼ਾਕ ਦਾ ਪਾਤਰ ਕਿਹਨਾਂ ਲੋਕਾਂ ਦੇ ਬਣੇ, ਜਿਨ੍ਹਾਂ ਨੇ ਆਪ ਉਹਨਾਂ ਦੀ ਸੋਚ ਤੇ ਪਹਿਰਾ ਨਹੀਂ ਦਿੱਤਾ। ਜਿਹੜੇ ਉਹਨਾਂ ਦੇ ਜਿਹੜੇ ਰੋਜ਼ ਕਹਿਣਗੇ ਅਸੀਂ ਫਲਾਣੇ ਦੀ ਕਿਤਾਬ ਪੜ੍ਹਦੇ ਹਾਂ, ਫਲਾਣੇ ਦੀ ਲੈਨਨ ਦੀ ਕਿਤਾਬ ਪੜ੍ਹਦੇ ਹਾਂ, ਜਾਂ ਅਸੀਂ ਚੀਗਵੇਰੇ ਨੂੰ ਸਾਡੇ ਫੋਟੋਆਂ ਵੀ ਲੱਗੀਆਂ ਹੋਈਆਂ ਨੇ। ਹੁਣ ਆਪਾਂ ਪਹਿਰਾ ਜੇ ਹੁਣ ਆਪਾਂ ਜੇ ਗੁਰੂ ਦਾ ਆਪਾਂ ਜਿਹੜਾ ਸ਼ਬਦ ਪੜ੍ਹ ਕੇ ਹਟਿਆ ਵੀ ਜਿਹੜਾ ਗੁਰੂ ਦਾ ਬਚਨ ਆ, ਜਾਂ ਗੁਰੂ ਮੇਰੇ ਸਤਿਗੁਰ ਪਿਆਰਾ ਨਾਲ ਹੈ ਜਿੱਥੇ ਕਿੱਥੇ ਲੈ ਛਡਾਈ, ਉਹ ਮੈਂ ਸ਼ਬਦ ਥੋੜਾ ਇਹਦੇ ਵਿੱਚ ਮੇਰੇ ਤੋਂ ਗਲਤ ਹੋ ਸਕਦਾ ਵੀ ਉਹ ਹੁਣ ਨਾਲ ਆਪਾਂ ਜਿਹੜੀ ਗੱਲ ਕਹਿੰਦੇ ਆ ਉਦਾਂ ਹੀ। ਹੁਣ ਪਹਿਰਾ ਕਿਵੇਂ ਹੋ ਸਕਦਾ ਜੇ ਕਿਸੇ ਦੀ ਸੋਚ ਨੂੰ, ਜਿਵੇਂ ਅਸੀਂ ਕੰਕਾਰਾਂ ਦੀ ਗੱਲ ਕੀਤੀ ਆ, ਜੇ ਸਾਡੇ ਪਾਏ ਹੋਏ ਆ ਸਾਡੇ ਨਾਲ ਨੇ, ਉਹ ਸਾਡੀ ਸੋਚ ਨੂੰ ਇੱਕ ਜਿੰਦਾ ਲਾ ਕੇ ਰੱਖਦੇ ਆ। ਸਾਨੂੰ ਸਿਖਾਇਆ ਜਾਂਦਾ ਵੀ ਕਸਿਹਰਾ ਪਾਇਆ ਤੁਸੀਂ ਜਤੀ ਸਤੀ, ਜਾਂ ਜਿਵੇਂ ਕੜਾ ਪਾਇਆ ਤੁਸੀਂ, ਜੋ ਵੀ ਹੈਗਾ, ਜਿਵੇਂ ਚਲੋ ਜਿਹੜੀ ਦਸਤਾਰ ਆ ਉਹਨੂੰ ਕਈ ਆਪਾਂ ਇੱਕ ਉਹਦੇ ਕਹਿਣ ਨੂੰ ਕੇਸਾਂ ਦੀ ਉਹਦੇ ਲਈ ਦੇਖਭਾਲ ਲਈ ਕਹਿ ਲਓ, ਜਾਂ ਉਹਨੂੰ ਕੰਕਾਰ ਦੇ ਤੌਰ ਤੇ ਜਿਵੇਂ ਕਈ ਕੇਸਾਂ ਨੂੰ ਉਹ ਗਿਣਦੇ ਆ, ਜਿਵੇਂ ਆਪਣੇ ਅਖੰਡ ਕੀਰਤਨ ਵਾਲੇ। ਇਸ ਤਰ੍ਹਾਂ ਵੀ ਉਹ ਇੱਕ ਤੁਹਾਡੇ ਤੇ ਪਾਬੰਦੀ ਹੁੰਦੀ ਆ। ਉਹ ਕੀ ਪਾਬੰਦੀ ਆਪਾਂ ਕਹਿੰਦੇ ਉਹ ਚੀਜ਼ਾਂ ਦਾ ਪਹਿਰਾ। ਇਸੇ ਤਰ੍ਹਾਂ ਜੇ ਤੁਸੀਂ ਗੁਰੂ ਦਾ ਜਾਂ ਸ਼ਹੀਦਾਂ ਦਾ ਜੋ ਸੋਚ ਲੈ ਕੇ ਤੁਰੋਗੇ, ਮੱਲੋ ਮੱਲੀ ਤੁਹਾਡੇ 24 ਘੰਟੇ ਪਹਿਰਾ। ਹੁਣ ਜੇ ਤੁਸੀਂ ਜੇਲ੍ਹ 'ਚ ਬੈਠੇ ਹੋ, ਤੁਹਾਡੇ ਤੇ ਤਸ਼ੱਦਦ ਹੋ ਰਿਹਾ, ਤੁਹਾਨੂੰ ਤੁਸੀਂ ਕਹੋਗੇ ਵੀ ਸਾਡੇ ਤਾਂ ਅਨੋਖ ਸਿੰਘ ਬੱਬਰ ਆ ਗਿਆ ਭਾਈ, ਉਹ ਤਾਂ ਅੱਖਾਂ ਵੀ ਕਢਾ ਗਏ। ਜੇ ਬਹੁਤ ਦੂਰ ਦੀ ਗੱਲ ਨਹੀਂ, ਪੁਰਾਣੇ ਸ਼ਹੀਦਾਂ ਦਾ ਤਾਂ ਸਾਰਾ ਇਹਨੂੰ ਇਤਿਹਾਸ ਪਤਾ। ਜੇ ਹੁਣ ਆਪਾਂ ਅਨੋਖ ਸਿੰਘ ਬੱਬਰ ਦੀ ਗੱਲ ਕਰੀਏ, ਹੁਣ ਜੇ ਬੰਦਾ ਕੋਈ ਉਹਦੀ ਸੋਚ ਨੂੰ ਲੈ ਕੇ ਬੈਠਾ ਜੇਲ੍ਹ 'ਚ, ਉਹਦੀ ਅੱਖਾਂ ਤੱਕ ਕੱਢਣ ਦੀ ਨੌਬਤ ਆ ਜੇ, ਹੁਣ ਉਹਨੂੰ ਕੀ ਕਹੋਗੇ ਪਹਿਰਾ? ਉਹ ਬੰਦੇ ਦਾ ਤੇਰੇ ਤੇ ਪਹਿਰਾ, ਉਹਨੇ ਤੈਨੂੰ ਦੋ ਉਹਨਾਂ ਨੂੰ ਵਾਲਿਆ ਗਿਆ ਭਾਈ ਦੇਬੂ ਆਪਣੇ ਰੇਸ਼ਮ ਸਿੰਘ ਹੋਣੀ ਉਹਨਾਂ ਦੇ ਰਿਸ਼ਤੇਦਾਰ। ਇਹ ਗੱਲਾਂ ਦੇ ਉਹ ਮਜ਼ਾਕ ਦੇ ਪਾਤਰ ਬਣ ਜਾਂਦੇ ਆ। ਹੁਣ ਜਿਹੜੇ ਇਹ ਗੱਲਾਂ ਤੇ ਮਜ਼ਾਕ ਜਾਂ ਸ਼ੋਅ ਪਹਿਲਾਂ ਉਹ ਗੱਲ ਸ਼ੁਰੂ ਕਰਨਗੇ, ਸਲਾਰੂ ਜੇ ਪੱਤਰਕਾਰ, ਸੌਰੀ ਟੂ ਸੇ, ਗੱਲ ਸ਼ੁਰੂ ਕਰਨਗੇ ਪਹਿਲਾਂ ਹਾਸੇ, ਜਿਵੇਂ ਕਿਸੇ ਦੀ ਹੱਸ ਕੇ ਗੱਲ ਨਹੀਂ ਕਰਦੇ, ਹਾਸਾ ਠੱਠਾ ਬਣਾ ਦੇਣਾ, ਮਾਹੌਲ ਬਣਾ ਦੇਣਾ ਕਿਸੇ ਦੀ ਗੱਲ ਦਾ। ਜਿਵੇਂ ਆਪ ਬਹੁਤ ਸਿਆਣੇ ਜਾਂ ਜਿਵੇਂ ਹੁੰਦੇ ਆ ਨਾ, ਉਹ ਹਾਸੇ ਠੱਠੇ ਨੂੰ ਸ਼ੁਰੂ ਕਰਨਗੇ, ਹੱਸ ਕੇ ਜਿਵੇਂ ਵੀ ਮਾਹੌਲ ਚ ਉਡਾਉਣੀ ਹੁੰਦੀ ਹੈ ਗੱਲ। ਵੀ ਭਲਿਓ ਮਾਨਸੋ, ਜੇ ਤੁਹਾਡੇ ਤੇ ਪਹਿਰਾ ਹੁੰਦਾ ਨਾ ਅੱਜ ਚੀਗਵੇਰੇ ਵਰਗਿਆਂ ਦਾ, ਤੇ ਤੁਸੀਂ ਨਾ ਇੱਥੇ ਬਹਿ ਕੇ ਗਾਂਧੀ ਵਾਲੀ ਸੋਚ ਨਾ ਲੋਕਾਂ ਤੇ ਥੋਪਦੇ ਵੀ ਆਓ ਇੱਥੇ ਬੈਠਣਾ, ਆਪਾਂ ਹਿੱਲਣਾ ਨਹੀਂ, ਜਿੰਨ ਥੱਪੜ ਮਾਰਨਗੇ ਖਾ ਲਾਂਗੇ, ਖਾ ਕੇ ਉਦੋਂ ਬਾਅਦ ਉੱਠ ਕੇ ਚਲੇ ਜਾਵਾਂਗੇ, ਜੇਲਾਂ ਭਰਦਾ ਘਰ ਨੂੰ ਮੁੜ ਜਾਾਂਗੇ। ਉਹ ਸੋਚ ਹੁੰਦੀ ਤੁਹਾਡੇ, ਜੇ ਤੁਹਾਡੇ ਤੇ ਪਹਿਰਾ ਹੁੰਦਾ ਉਹਨਾਂ ਸੋਚਾਂ ਦਾ ਜਿਹੜੀਆਂ ਪੜ੍ਹਦੇ ਹੋ ਤੁਸੀਂ। ਨਿੱਤ ਕਹਿੰਦੇ ਹੋ ਮੈਂ ਫਲਾਣੀਆਂ ਬੁੱਕਾਂ ਪੜ੍ਹਦਾ, ਮੈਂ ਫਲਾਣੀਆਂ ਪੜ੍ਹਦਾ। ਤੁਸੀਂ ਮਨੁੱਖਤਾ ਲਈ ਖੜਦੇ, ਜੋ ਮਨੁੱਖਤਾ ਲਈ ਲੜੇ ਉਹਨਾਂ ਖਾਤਰ ਖੜਦੇ। ਪਰ ਤੁਸੀਂ ਜਿਨ੍ਹਾਂ ਖਿਲਾਫ ਤੁਸੀਂ ਮੋਰਚੇ ਲਾਉਂਦੇ ਹੋ ਉਹਨਾਂ ਨਾਲ ਹੀ ਜਾ ਖੜਦੇ ਹੋ। ਤੁਹਾਡਾ ਇਤਿਹਾਸ ਆ ਜਿਹੜਾ ਅੱਜ ਦਾ ਜੋ ਸਿਸਟਮ ਆ ਪੰਜਾਬ ਦੇ ਵਿੱਚ, ਜਿਹੜੇ ਲੇਖ ਲਿਖਦੇ ਆ ਜਾਂ ਹੱਸ ਕੇ ਗੱਲਾਂ ਕਰਦੇ ਆ, ਇਤਿਹਾਸ ਆ ਪੰਜਾਬ ਦਾ। ਜਿੰਨੇ ਮੋਰਚੇ ਲੱਗਿਆ 47 ਤੋਂ ਬਾਅਦ, ਜਦੋਂ ਵੀ ਇਹ ਮੋਰਚਾ ਐਂਡ ਤੇ ਜਾਣ ਲੱਗਦਾ, ਇਹਨਾਂ ਨੂੰ ਪਤਾ ਵੀ ਹੁਣ ਤਿਆਰੀ ਹੋ ਗਈ ਉੱਥੇ ਤੱਕ ਪਹੁੰਚਣ ਦੀ, ਵੀ ਹੁਣ ਇੱਥੇ ਸ਼ਹੀਦੀਆਂ ਹੋਣਗੀਆਂ ਜਾਂ ਇਹ ਜਾ ਕੇ ਉਲਟਾ ਦੂਜੀ ਧਿਰ ਨਾਲ ਖੜ ਜਾਂਦੇ ਆ। ਜਿਹਦੇ ਖਿਲਾਫ ਲੜਦੇ ਹੁੰਦੇ ਨਾ, ਕਮਾਲ ਦੀ ਗੱਲ ਦੇਖੋ ਤੁਸੀਂ, ਜਿਸ ਧਿਰ ਦੇ ਖਿਲਾਫ ਲੜਦੇ ਆ ਉਹਦੇ ਨਾਲ ਹੀ ਜਾ ਖੜਦੇ ਆ। ਤੇ ਫਿਰ ਮੈਨੂੰ ਦੱਸੋ, ਅਖੇ ਜੀ ਹਥਿਆਰਬੰਦ ਸੰਘਰਸ਼, ਜੇ ਤਾਂ ਹੁਣ ਇਹਨਾਂ ਨੇ ਕੋਈ ਹੋਰ ਜਥੇਬੰਦੀ ਹਥਿਆਰਬੰਦ ਸੰਘਰਸ਼ ਲੜਦੀ ਆ ਤਾਂ ਉਹ ਅੱਤਵਾਦੀ ਆ। ਜੇ ਮਾਓਵਾਦੀਆਂ ਹੁੰਦਾ ਕਦੇ ਮਾੜਾ ਨਹੀਂ ਕਹਿਣਗੇ, ਕਿਉਂਕਿ ਉਹਨਾਂ ਦੀ ਕੈਟਾਗਰੀ 'ਚ ਆ ਜਾਂਦੇ ਆ। ਜਾਂ ਜਿਵੇਂ ਹੁਣ ਪਿੱਛੇ ਘਟਨਾਵਾਂ ਹੋਈਆਂ, ਇਹਨਾਂ ਨੇ ਕਿੰਨੀਆਂ ਦੀਆਂ ਜੋ ਹੀ ਗੌਰਮੈਂਟ CRPF ਦੇ ਬੰਦੇ ਮਾਰੇ ਉੱਥੇ, ਇਹਨਾਂ ਨੇ ਕਿੰਨਾ ਕੁ ਉਹਨਾਂ ਨੂੰ ਨਿੰਦਿਆ। ਉਹ 'ਚ ਆਪਣਾ ਪੰਜਾਬੀ ਨੌਜਵਾਨ ਵੀ ਆਪਾਂ ਕਹਾਂਗੇ ਚਲੋ ਠੀਕ ਆ, ਉਹ ਆਪਣੀ ਰੋਜੀ ਰੋਟੀ ਲਈ ਜੋ ਪੰਜਾਬ ਦੇ ਉਹਨਾਂ ਜਾਣਾ, ਨੌਕਰੀਆਂ ਕਰਨੀਆਂ, ਸਭ ਨੇ ਕਰਨੀਆਂ। ਉਹ ਵੀ ਕਿੱਡਾ ਜ਼ਖਮੀ ਹੋਇਆ, ਉਹਨੇ ਕਿੱਡਾ ਮਾਣ ਵਧਾਇਆ ਕਹਿ ਲਓ, ਆਪਣੀ ਪੱਗ ਲਾ ਕੇ ਨਾਲ ਦੇ ਜੋ ਵੀ ਉਹ ਠੀਕ ਆ, ਇੱਕ ਪਾਸੇ ਤੋਂ ਲੜਦੇ ਨੇ, ਅਸੀਂ ਕਿਸੇ ਨੂੰ ਉਹ ਨਹੀਂ ਕਰਦੇ। ਪਰ ਹੁਣ ਉਹ ਜੇ ਦੇਖੀਏ ਤੁਸੀਂ, ਉਹ ਪੰਜਾਬ ਵਾਲੇ ਪਾਸੇ ਖੜੇ ਹੋ, ਦੂਜੇ ਵਾਲੇ ਪਾਸੇ ਖੜੇ ਹੋ, ਤੁਹਾਡਾ ਤਾਂ ਇੱਕ ਵੀ ਬਿਆਨ ਨਹੀਂ। ਬਿਲਕੁਲ ਜੇ ਕੋਈ ਕਮਾਲ ਦੀ ਗੱਲ ਇਹ ਆ, ਜਿਸ ਪੰਜਾਬ ਦਾ ਇਹ ਖਾਂਦੇ ਆ
ਉਹਦੇ ਹੀ ਨਾਲ ਨਹੀਂ ਖੜਦੇ। ਜੇ ਉਹਦੇ ਹੱਕ ਲਈ ਕੋਈ ਬੋਲਦਾ, ਉਹਦੇ ਹੱਕਾਂ ਲਈ ਖੜਦਾ। ਹੁਣ ਇਹਨਾਂ ਦੀ ਜੇ ਆਪਾਂ ਕਹਿ ਦਈਏ ਸੋਚ ਵਿੱਚੋਂ ਕੁਝ ਕਾਲਜ ਵਾਲੇ ਸਟੂਡੈਂਟ ਆ, ਉਹਨਾਂ ਦੇ ਵਿਰੁੱਧ ਬੋਲੀ ਜਾਂਦੇ ਆ। ਐਕਚੁਅਲੀ ਉਹ ਜਿਹੜੇ ਕਾਲਜ ਵਾਲੇ ਮੁੰਡੇ ਆ ਨਾ, ਉਹ ਐਕਚੁਅਲ ਰੀਅਲੀ ਉਹ ਕਾਮਰੇਡ ਸੋਚ ਵਾਲੇ ਹੈਗੇ ਆ। ਬਸ ਇਹੀ ਚੱਕਰ ਮੇਨ ਹੁਣ ਆਪ ਆਪਣੇ ਲੋਕਾਂ ਦੇ ਮਨਾਂ ਚੋਂ ਇਹੀ ਗੱਲ ਕੱਢਣ ਦੀ ਜ਼ਰੂਰਤ ਆ ਵੀ ਆ ਜਿਨ੍ਹਾਂ ਨੂੰ ਤੁਸੀਂ ਨਾ ਕਾਮਰੇਡ ਸਮਝ ਕੇ ਕਾਮਰੇਡ ਕਰੀ ਜਾਂਦੇ ਹੋ, ਇਹ ਕਾਮਰੇਡ ਨਹੀਂ ਹੈਗੇ। ਇਹ ਇਹਨਾਂ ਨੂੰ ਪਤਾ ਹੀ ਨਹੀਂ। ਜਿਹੜੀ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਵੀ ਉਹ ਚਰੜ ਘੋਗ ਵਾਲਾ ਕੰਮ ਹੋ ਚੁੱਕਿਆ ਇਹਨਾਂ ਦਾ। ਅੱਜ ਮੰਨ ਲਿਓ, ਕੱਲ੍ਹ ਨੂੰ ਮੰਨ ਲਿਓ। ਹੁਣ ਦੇਖੋ ਤੁਸੀਂ, ਕੋਈ ਗੱਲ ਨਹੀਂ ਹੋ ਰਹੀ, ਕੁਛ ਨਹੀਂ ਹੋ ਰਿਹਾ। ਜੋਗਿੰਦਰ ਸਿੰਘ ਅਗਰਾਹਾਂ ਉਹਨਾਂ ਨੂੰ ਇੱਕ ਉੱਥੇ ਸਟੇਜ ਤੇ ਕੱਢ ਕਰਕੇ ਕਿੱਦਾਂ ਦੀਆਂ ਗੱਲਾਂ ਬੋਲਦਾ ਜਿਹੜੀ ਕਦੇ ਬੋਲਣੀ ਨਹੀਂ ਚਾਹੀਦੀ ਜੇ ਕੋਈ ਮੋਰਚਾ ਇਦਾਂ ਦਾ ਚੱਲਦਾ ਹੋਵੇ। ਬਿਲਕੁਲ ਨਾਲੇ ਲੀਡਰ ਆ ਉਹ। ਜਦੋਂ ਲੀਡਰ ਤੁਸੀਂ ਇਦਾਂ ਦੀਆਂ ਗੱਲਾਂ ਕਰੋਗੇ ਤੇ ਫਿਰ ਜਿਨ੍ਹਾਂ ਨੂੰ ਉਹ ਕਹਿ ਰਹੇ ਹੈਗੇ ਕਿ ਤੁਸੀਂ ਕਰ ਲਓ ਜੇ ਅਸੀਂ ਨਹੀਂ ਕਰ ਸਕਦੇ, ਦੇਖੋ ਲੋਕਾਂ ਨੇ ਤੁਹਾਡੇ ਤੇ ਸਵਾਲ ਉਠਾਉਣੇ ਹੀ ਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ। ਲੀਡਰ ਨੇ ਉਹਨਾਂ ਨੂੰ ਕਿਵੇਂ ਹੈਂਡਲ ਕਰਨਾ ਹੈਗਾ, ਆਪਣਾ ਵਿਸ਼ਵਾਸ ਬਣਾ ਕੇ ਰੱਖਣਾ, ਉਹ ਲੀਡਰ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ। ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਰ ਲਓ, ਉਹ ਲੀਡਰ ਨਹੀਂ ਹੈਗੇ। ਜਦੋਂ ਲੋਕਾਂ ਨੇ ਉਹਨਾਂ ਨੂੰ ਲੀਡਰ ਮੰਨ ਲਿਆ, ਫਿਰ ਉਹ ਕਰਨਗੇ। ਹਾਲ ਦੀ ਘੜੀ ਲੀਡਰ ਤੁਸੀਂ ਹੈ ਤੇ ਤੁਹਾਨੂੰ ਹੀ ਕਰਨ ਦੀ ਲੋੜ ਆ। ਔਰ ਦੂਸਰੇ ਦਾ, ਕਿਸੇ ਦਾ ਮਜ਼ਾਕ ਨਹੀਂ ਸਾਨੂੰ ਉਡਾਉਣਾ ਚਾਹੀਦਾ, ਨਾ ਆਮ ਲੋਕਾਂ ਨੂੰ ਨਾ ਲੀਡਰਾਂ ਨੂੰ। ਫੋਕਸ ਹੋਣਾ ਚਾਹੀਦਾ ਕਿ ਜੇ ਇਸ ਕੰਮ ਲਈ ਤੁਰੇ ਆ ਉਹ ਕਰਨਾ ਚਾਹੀਦਾ, ਅਤੇ ਉਹਦੇ ਵਿੱਚ ਤਸ਼ੱਦਦ ਹੋਣਾ ਸੁਭਾਵਿਕ ਆ। ਬਿਨਾਂ ਤਸ਼ੱਦਦ ਤੋਂ ਕੋਈ ਕੰਮ ਨਹੀਂ ਹੋ ਸਕਦਾ। ਹੁਣ ਜਿਹੜੀ ਸਰਕਾਰ ਨੇ ਜਦੋਂ ਦਿੱਲੀ ਨੂੰ ਗਏ ਸੀ, ਉਹਨਾਂ ਨੇ ਸੜਕਾਂ ਪੱਟ ਦਿੱਤੀਆਂ, ਰਾਈਟ। ਹੁਣ ਜੇ ਵਾਇਲੈਂਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਵਾਇਲੈਂਸ ਕੀਤਾ ਹੀ ਹੈ। ਜਿਨ੍ਹਾਂ ਨੇ ਸੰਵਿਧਾਨ ਦੀਆਂ ਸਹੁੰ ਖਾਧੀਆਂ ਹੈਗੀਆਂ ਉਹ ਵਾਇਲੈਂਸ ਕਰ ਸਕਦੇ ਆ, ਰਾਈਟ। ਤੁਹਾਨੂੰ ਗੋਲੀਆਂ ਮਾਰ ਸਕਦੇ ਆ, ਅਤੇ ਤੁਹਾਨੂੰ ਕਿਹੜੀ ਚੀਜ਼ ਜਿਹੜੀ ਉਹ ਸਟਾਪ ਕਰ ਰਹੀ ਹੈ ਕਿ ਤੁਸੀਂ ਇੱਦਾਂ ਨਹੀਂ ਕਰ ਸਕਦੇ। ਜਦੋਂ ਉੱਥੇ ਗੱਲ ਪਹੁੰਚਦੀ ਹੈਗੀ ਆ, ਫਿਰ ਅਸੀਂ ਪਿੱਛੇ ਨੂੰ ਮੁੜ ਜਾਂਦੇ ਹਾਂ ਕਿ ਨਹੀਂ, ਅਸੀਂ ਵਾਇਲੈਂਸ ਨਹੀਂ ਕਰਨਾ ਹੈਗਾ। ਜੇ ਤੁਸੀਂ ਨਹੀਂ ਵਾਇਲੈਂਸ ਕਰਨਾ ਹੈਗਾ ਤਾਂ ਫਿਰ ਕੋਈ ਗੱਲ ਵੀ ਨਹੀਂ ਬਣਨੀ ਹੈਗੀ, ਕੁਛ ਨਹੀਂ ਹੋਣਾ ਹੈਗਾ। ਤੁਸੀਂ ਬੈਠੇ ਰਹੋ ਜਿੰਨਾ ਚਿਰ ਮਰਜ਼ੀ ਬੈਠੇ ਰਹੋ। ਬਿਲਕੁਲ। ਹੁਣ ਜੇ ਆਪਾਂ ਹੁਣ ਇਹਨਾਂ ਨੂੰ ਅੜਨਾ ਕਿਹੜੀਆਂ ਗੱਲਾਂ ਤੇ ਚਾਹੀਦਾ ਸੀ? ਜੇ ਆਪਾਂ ਰਣਜੀਤ ਸਿੰਘ ਵਾਲੀ ਗੱਲ ਆ, ਉਹ ਪੁਲਿਸ ਵਾਲੇ ਆਏ, ਗੁੰਡੇ ਲਿਆਏ, ਸਾਰਾ ਕੁਝ ਆਇਆ, ਉਹ ਕਿੱਡਾ ਵੱਡਾ ਇਹਨਾਂ ਕੋਲ ਪੁਆਇੰਟ ਸੀ ਵੀ ਤੁਸੀਂ ਉਹਨੂੰ ਤਾਂ ਚੱਕ ਕੇ ਲੈ ਗਏ ਨਾ, ਤੇ ਉਹ ਜਿਹੜੇ ਆਏ ਸੀ ਉਹਨਾਂ ਤੇ ਕੇਸ ਕਦੋਂ ਦਰਜ ਕਰਨਾ? ਉਹਦੇ ਕਿਤੇ ਵੀ ਹੋਇਆ ਨਹੀਂ ਹੋਇਆ। ਇਸ ਦਾ ਮਤਲਬ ਇਹ ਸਰਕਾਰ ਵਾਲੇ ਪੱਖ ਤੇ ਖੜੇ ਆ। ਉੱਥੇ ਮਾਈਆਂ ਸੀ, ਉਹ ਮਾਈਆਂ ਨੂੰ ਜਲੀਲ ਕਰਨ ਲਈ ਜਾਂ ਹੋਰ ਕਰਨ ਲਈ ਆਏ। ਕਿੱਡੀ ਵੱਡੀ ਉਹ ਪੁਆਇੰਟ ਸੀ। ਸਾਰੀਆਂ ਜਥੇਬੰਦੀਆਂ ਕਹਿ ਲਓ, ਜਿੰਨੇ ਵੀ ਇਹ ਮੋਰਚੇ ਅਲੱਗ-ਅਲੱਗ ਆ, ਸਾਰਿਆਂ ਦਾ ਇਹ ਮੇਨ ਮੁੱਦਾ ਬਣਦਾ ਸੀ। ਪਰ ਨਹੀਂ, ਉਹ ਪੱਖ ਨੂੰ ਨਹੀਂ ਜਾਣਾ, ਉਹ ਪਾਸੇ ਨੂੰ ਇਹਨਾਂ ਨੇ ਨਹੀਂ ਜਾਣਾ। ਚਲੋ ਮੇਨ ਆਪਾਂ ਆਪਣੇ ਵਾਲੇ ਪਾਸੇ ਨੂੰ ਵੀ ਆਉਂਦੇ ਹਾਂ, ਚਾਹੇ ਦੀਪ ਸਿੱਧੂ ਹੋਣੇ, ਚਾਹੇ ਹੋਰ ਵੀ ਆ ਕੋਈ। ਹੁਣ ਉਹ ਮੁੰਡਾ ਸੀਗਾ ਆਪਣੇ ਭੰਦੇਰ, ਆਪਣੇ ਖੇੜੀ ਤੋਂ ਕਿੱਥੋਂ, ਭੰਦੇਰ ਮੁੰਡਾ ਜਿਹੜਾ, ਉਹ ਭੰਦੇਰ ਜਿਹੜਾ ਜਿਹਦੇ ਕੁੱਟਿਆ ਸੀ ਤੇ ਕਹਿੰਦਾ ਮੈਂ ਦਸਤਾਰ ਲੈਣ ਲਈ ਦੁਬਾਰਾ ਫੇਰ ਚਲਿਆ ਗਿਆ ਜੀ। ਉਹਨੇ ਵੀ ਆਪਣੀ ਹੋਰ ਨਾਂ ਸੀ ਕੋਈ, ਹਾਂਜੀ ਹੋਰ ਨਾਂ ਸੀ ਕੁਛ, ਮੈਂ ਹੁਣ ਭੁੱਲ ਗਿਆ। ਤੇ ਉਹ ਦੇਖੋ ਕਿੰਨਾ ਵਧੀਆ ਸ਼ਬਦਾਂ 'ਚ ਕੀ ਉਹਨੇ ਕਿਸ ਤਰ੍ਹਾਂ ਇੱਕ ਸਿੱਖੀ ਦੇ ਤੌਰ ਤੇ ਆਪਾਂ ਕਹਿੰਦੇ ਵੀ ਜੇ ਤੁਸੀਂ ਉਹ ਗੁਰੂ ਵਾਲੇ ਵਜਨ, ਆਪਾਂ ਆਪਣੇ ਆਪ ਹੀ ਮਜ਼ਾਕ ਦੇ ਪਾਤਰ ਨਾ ਬਣੀਏ। ਆਪਾਂ ਆਪਣੇ ਬੰਦਿਆਂ ਨੂੰ ਵੀ ਤਕੀਦ ਕਰਦੇ ਹਾਂ ਵੀ ਅਸੀਂ ਇਕੱਲੇ ਉਹ ਪਾਸੇ ਨੂੰ ਨਹੀਂ ਕਹਿੰਦੇ ਵੀ ਠੀਕ ਆ, ਸਾਨੂੰ ਸਾਡਾ ਵਿਸ਼ਵਾਸ ਆ ਗੁਰੂ ਤੇ ਸਾਰਾ ਕੁਛ ਹੈਗਾ, ਪਰ ਸਾਨੂੰ ਦੁਨਿਆਵੀ ਤੌਰ ਤੇ ਜੋ ਇੱਕ ਸਿਸਟਮ ਆ ਦੁਨੀਆ ਦੇ ਵਿੱਚ, ਜੇ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਗੁਰੂ ਨਾਨਕ ਦੇਵ ਜੀ ਨੂੰ ਠੀਕ ਆ, ਉਹਨਾਂ ਨੇ ਇੱਕ ਉਹ ਸਿਸਟਮ ਦੇ ਨਾਲ ਸਮਝਾਇਆ, ਨਾ ਕਿ ਹੁਣ ਗੁਰੂ ਸਾਹਿਬ ਨੇ ਕੋਈ ਜਾਦੂ ਮੰਤਰ ਜਾਂ ਹੋਰ ਆ ਜਾਂ ਉਹ ਚੀਜ਼ਾਂ, ਜੇ ਕਹਿ ਲਓ ਇੱਕ ਕਰਾਮਾਤ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਜੀ ਗੁਰੂ ਨਾਨਕ ਦੇਵ ਜੀ ਦੀ ਕਰਾਮਾਤ ਆ, ਉਹਨਾਂ ਦੇ ਕੋਲ ਉਹਨੂੰ ਉਦੋਂ ਕਿਤਾਬ, ਜਿਵੇਂ ਉਹਨਾਂ ਨੇ ਲਿਖਿਆ ਹੁਣ ਸ਼ਬਦ ਹੈਗਾ ਵੀ ਉਹਨਾਂ ਕੋਲ ਇੱਕ ਕੱਢ ਕਿਤਾਬ ਨੂੰ ਉਹ ਦੱਸਦੇ ਆ ਵੀ ਉਹਨਾਂ ਕੋਲ ਉਹ ਕਰਾਮਾਤ ਹੀ ਹੈ, ਕਿਸਮ ਦੀ ਜਿਹੜਾ ਸ਼ਬਦ ਆ ਉਹ ਕਰਾਮਾਤ ਆ। ਜਿਵੇਂ ਆਪਾਂ ਹੁਣ ਸ਼ਬਦ ਦੀ ਪਹਿਲਾਂ ਗੱਲ ਕਰਕੇ ਹਟਿਆ, ਤੇ ਉਹ ਗੱਲ ਵੀ ਉਹ ਕਰਾਮਾਤ ਜਿਹੜੀ ਚੀਜ਼ ਨੂੰ ਲੈ ਕੇ, ਗੁਰੂ ਦੇ ਬਚਨ ਨੂੰ ਲੈ ਕੇ, ਅਸੀਂ ਇਹ ਗੱਲਾਂ ਤੋਂ ਇੱਕ ਤਾਂ ਆਪ ਅਸੀਂ ਮਜ਼ਾਕ ਦੇ ਪਾਤਰ ਬਣਦੇ ਹਾਂ, ਦੂਜਾ ਅਸੀਂ ਉਹ ਜੋ ਕੌਮ ਦੇ ਖਾਤਰ ਆਪਣੇ ਟੱਬਰ ਵਾਰ ਕੇ, ਆਪਣੇ ਪਰਿਵਾਰ ਵਾਰ ਕੇ ਜੋ ਸਾਡੇ ਸ਼ਹੀਦ ਨੇ। ਹੁਣ ਬਾਬਾ ਦੀਪ ਸਿੰਘ ਦੀ ਇੱਥੇ ਗੱਲ ਆਉਂਦੀ ਆ, ਬਾਬਾ ਦੀਪ ਸਿੰਘ ਦਾ ਉਹਦੇ ਹਰੇਕ ਤੇ ਪਹਿਰਾ ਹੋਣਾ ਚਾਹੀਦਾ। ਜਦੋਂ ਸਾਡੇ ਵੱਲ, ਸਾਡੇ ਵੱਲ ਕੋਈ ਉਂਗਲ ਕਰਦਾ, ਸਾਡੇ ਗੁਰਧਾਮਾਂ ਵੱਲ ਕੋਈ ਉਂਗਲ ਕਰਦਾ, ਜੇ ਕੋਈ ਉਹਦੇ ਲਈ ਖੜਦਾ, ਉਹਦੇ ਲਈ ਡਟਦਾ, ਆਪਦੀ ਕੌਮ ਲਈ ਖੜਦਾ, ਸਦਾ ਹੀ ਪਹਿਰਾ ਉਹਦੇ ਤੇ। ਤਾਂ ਉਹ ਤਾਂ ਕਹਿ ਦੂ, ਉਹ ਤਾਂ ਹੁਣ ਜੇ ਨੌਜਵਾਨ ਦੀ ਗੱਲ ਕਰੀਏ, ਨੌਜਵਾਨ ਕਹੂ ਵੀ ਸਾਡੇ ਤਾਂ ਬਾਬੇ ਏਡੇ ਏਡੇ ਭਿੜ ਗਏ ਤੇ ਮੈਂ ਕਿਉਂ ਨਾ ਤੁਰਾਂ, ਉਹ ਤਾਂ ਆਪੇ ਪਹਿਰਾ ਲੱਗ ਗਿਆ, ਉਹਦੀ ਸੋਚ ਤੇ ਪਹਿਰਾ ਉਹਦਾ। ਹੁਣ ਜਿਵੇਂ ਇਹਨਾਂ ਦੀ ਸੋਚ ਤੇ ਭਗਤ ਸਿੰਘ ਦਾ ਪਹਿਰਾ ਕਿੱਥੇ ਚਲਾ ਗਿਆ, ਫਿਰ ਗੱਲ ਆ ਜਾਂਦੀ ਹੈ। ਅੱਛਾ, ਇਹਨਾਂ ਦੀ ਸੋਚ ਤੇ ਗਾਂਧੀ ਦਾ ਪਹਿਰਾ ਕਿਉਂ ਆ ਗਿਆ? ਵੀ ਇਹ ਗੱਲਾਂ ਸੋਚਣ ਵਾਲੀਆਂ। ਆਪ ਠੀਕ ਆ, ਸਿਆਣੇ ਆ, ਸਿਆਣੇ ਬਿਆਣੇ ਆ, ਪਰ ਜੇ ਹੁਣ ਅਸੀਂ ਸਾਹਿਬਜ਼ਾਦਿਆਂ ਨੂੰ ਬਾਬੇ ਕਿਉਂ ਕਹਿੰਦੇ ਆ?
ਯਾਰ ਇੱਕ ਕਾਮਨ ਜੀ ਗੱਲ ਹੈਗੀ, ਜੇ ਕੋਈ ਬੰਦਾ ਸਾਨੂੰ ਪੁੱਛੇ ਵੀ ਤੁਸੀਂ ਬਾਬੇ ਕਿਉਂ ਕਹਿੰਦੇ, ਉਹਦੇ ਪਿੱਛੇ ਸਾਰਾ ਕੁਝ ਪਿਆ ਹੈਗਾ ਕਿ ਜਿਹੜਾ ਸਿਆਣੇ ਤੋਂ ਸਿਆਣਾ ਬੰਦਾ ਕੰਮ ਕਰ ਸਕਦਾ ਉਹ ਉਹਨਾਂ ਨੇ ਕੀਤਾ, ਕਿਉਂਕਿ ਉਹਨਾਂ ਦੇ ਇਕੱਲਾ ਇਹੀ ਨਹੀਂ ਕੋਈ ਸ਼ਹੀਦੀ ਦਿੱਤੀ ਹੈਗੀ ਆ, ਪਰ ਜਿੰਨਾ ਵੀ ਟ੍ਰਾਂਜੈਕਸ਼ਨ ਹੋਇਆ ਉਹਨਾਂ ਦੇ ਤੁਰਨ ਤੋਂ ਲੈ ਕੇ ਗ੍ਰਿਫਤਾਰੀ ਤੋਂ ਲੈ ਕੇ ਕੋਰਟ ਦੇ ਵਿੱਚ ਜਿੰਨੀ ਵਾਰੀ ਵੀ ਗਏ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਬਹੁਤ ਸਿਆਣਿਆਂ ਵਾਲੀਆਂ ਕੀਤੀਆਂ, ਬਹੁਤ ਵੱਡਿਆਂ ਵਾਲੀਆਂ ਕੀਤੀਆਂ, ਇਸ ਕਰਕੇ ਅਸੀਂ ਉਹਨਾਂ ਨੂੰ ਬਾਬੇ ਕਹਿੰਦੇ ਹੈਗੇ। ਸੋ ਜਦੋਂ ਅਸੀਂ ਇੱਕ ਹੋਰ ਵੀ ਮੈਂ ਦੇਖੀ ਹੈਗੀ ਆ ਕਿ ਆ ਸੋਸ਼ਲ ਮੀਡੀਆ ਹੋਣ ਦੇ ਕਰਕੇ ਨਾ ਸਾਰੇ ਇੰਨੀ ਕਾਹਲੀ ਦੇ ਵਿੱਚ ਹੁੰਦੇ ਆ, ਜੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ, ਹੁਣ ਆਪਾਂ ਇੱਥੇ ਗੱਲਾਂ ਕਰਦੇ ਨਾ, ਤੇ ਆਪਣੀ ਗੱਲ ਦੇ ਵਿੱਚੋਂ ਇਹ ਗੱਲ ਹੀ ਦੇਖੀ ਜਾਣੀ ਹੈਗੀ ਆ ਕਿ ਇਹਨੇ ਕਿਹੜਾ ਲਫ਼ਜ਼ ਮਾੜਾ ਬੋਲਿਆ, ਜਿਹੜਾ ਵੀ ਬੋਲਿਆ ਹੈਗਾ ਫਰਜ਼ ਕੀਤਾ, ਜੇ ਮੈਂ ਕਹਾਂ ਉਹ ਚੱਕ ਲੈਣਾ ਬਿਲਕੁਲ, ਉਹ ਤੁਸੀਂ ਗੱਲ ਕਰੋ ਵੀ ਮੈਂ ਗੁਰੂ ਵਰਗਾ ਹਾਂ ਤੇ ਉਹ ਕਹਿਣਾ ਵੀ ਗੁਰੂ ਦੀ ਇਹ ਤੁਲਨਾ ਕਰਦਾ, ਮੈਂ ਗੁਰੂ ਦੇ ਰਸਤੇ ਤੇ ਚੱਲਦਾ, ਤੇ ਗੁਰੂ ਬਹੁਤ ਸਾਰਿਆਂ ਨੇ ਇਹ ਕਿਹਾ ਕਿ ਦੀਪ ਸਿੱਧੂ ਜਿਹੜਾ ਆਪਣੇ ਆਪ ਨੂੰ ਗੁਰੂਆਂ ਦੇ ਨਾਲ ਰਲਾ ਰਿਹਾ ਹੈ। ਹੋਣਾ ਚਾਹੀਦਾ, ਮੇਰੇ ਹਿਸਾਬ ਨਾਲ ਤਾਂ ਹੋਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਗੁਰੂ ਦੇ ਨਾਲ, ਗੁਰੂ ਦੇ ਵਰਗੇ ਬਣਨਾ ਚਾਹੀਦਾ। ਸਾਨੂੰ ਬਾਣੀ ਕਹਿੰਦੀ ਹੈ ਕਿ ਬਾਣੀ ਬਣੀਏ, ਰਾਈਟ, ਗੁਰਬਾਣੀ। ਸੋ ਸਾਨੂੰ ਤਾਂ ਇਨ ਬਿਨ ਰੱਬ ਵਰਗੇ ਬਣਨਾ ਚਾਹੀਦਾ ਹੈਗਾ, ਜੋ ਰੱਬ ਦੇ ਗੁਣ ਹੈਗੇ ਆ ਉਹ ਸਾਡੇ 'ਚ ਹੋਣੇ ਚਾਹੀਦੇ ਆ। ਜਿੱਥੇ ਸਾਨੂੰ ਹੱਕ ਸੱਚ ਲਈ ਖੜਨ ਦੀ ਲੋੜ ਆ ਉੱਥੇ ਆਪਣੀ ਆਵਾਜ਼ ਅਸੀਂ ਚੁੱਕੀਏ, ਜਿੱਥੇ ਜੋ ਵੀ ਕੁਛ ਕਰਨ ਦੀ ਲੋੜ ਹੈਗੀ ਹੈ, ਜਿੰਨੀ ਵੀ ਤੁਹਾਡੇ ਗੁਰੂ ਦੇ ਤੁਹਾਨੂੰ ਸਮੱਤ ਬਖਸ਼ੀ ਹੈਗੀ ਹੈ, ਉਹਦਾ ਪਹਿਰਾ ਲੈ ਕੇ, ਮੇਰੇ ਹਿਸਾਬ ਨਾਲ ਤਾਂ ਲੈਣਾ ਚਾਹੀਦਾ ਪਹਿਰਾ ਸਾਨੂੰ। ਜੇ ਤੁਸੀਂ ਪਹਿਰਾ ਨਹੀਂ ਲੈਂਦੇ ਹੈਗੇ, ਤੁਸੀਂ ਕਿਵੇਂ, ਭਾਵੇਂ ਕੋਈ ਵੀ ਹੋਵੋ ਤੁਸੀਂ, ਜੇ ਤੁਸੀਂ ਕਾਮਰੇਡ ਆ ਤੇ ਜੇ ਤੁਸੀਂ ਕਾਮਰੇਡ ਵਾਲੀ ਫਿਲਾਸਫੀ ਨੂੰ ਪਹਿਰਾ ਨਹੀਂ ਬਣਾਉਂਦੇ ਕਿ ਤੁਹਾਡੇ ਤੇ ਉਹ ਪਹਿਰਾ ਆ, ਤੇ ਫਿਰ ਤੁਸੀਂ ਉਹਦੇ 'ਚ ਵੀ ਸਕਸੈਸ ਨਹੀਂ ਹੋਵੋਗੇ। ਜੇ ਤੁਸੀਂ ਧਾਰਮਿਕ ਹੋ ਤੇ ਜੇ ਤੁਹਾਡੇ ਜਿਹੜੇ ਧਾਰਮਿਕ ਰਹਿਬਰ ਹੈਗੇ ਆ, ਤੁਹਾਡੇ ਸ਼ਹੀਦ ਹੈਗੇ ਆ, ਜੇ ਤੁਸੀਂ ਉਹਨਾਂ ਨੂੰ ਆਪਣਾ ਪਹਿਰਾ ਨਹੀਂ ਮੰਨਦੇ ਹੈਗੇ, ਉਹਨਾਂ ਨੂੰ ਆਪਣੇ ਅੰਗ ਸੰਗ ਨਹੀਂ ਮਹਿਸੂਸ ਕਰਦੇ ਹੈਗੇ, ਤੁਸੀਂ ਕਿਵੇਂ ਬੈਟਲ ਆਪਣਾ ਜਿਹੜਾ ਲੜਾਈ ਕਿੱਦਾਂ ਜਿੱਤ ਸਕਦੇ ਆ? ਪੋਸੀਬਲ ਨਹੀਂ ਹੈਗਾ, ਜੇ ਅਸੀਂ ਸੋਚ ਵੀ ਨਹੀਂ ਸਕਦੇ। ਸੋ ਜਿਹੜੇ ਬੰਦੇ ਇਹ ਕੰਮ ਕਰਦੇ ਆ ਜਾਂ ਜਿਹੜੇ ਇਹ ਕਹਿੰਦੇ ਆ, ਮੇਰਾ ਖਿਆਲ ਆ ਸਾਨੂੰ ਉਹਨਾਂ ਦਾ ਐਪਰੀਸ਼ੀਏਟ ਕਰਨਾ ਚਾਹੀਦਾ। ਪਰ ਕਿਤੇ ਨਾ ਕਿਤੇ ਜਿਹੜੇ ਚਾਹੇ ਹੱਕ 'ਚ ਚਾਹੇ ਵਿਰੋਧ 'ਚ ਆ, ਉਹਨਾਂ ਦਾ ਰਿਸਪੌਂਸ ਉਸ ਲੈਵਲ ਦਾ ਮੈਨੂੰ ਲੱਗਦਾ ਨਹੀਂ ਹੈਗਾ ਜਿਹੜਾ ਹੋਣਾ ਚਾਹੀਦਾ। ਜੇ ਕੋਈ ਕਹਿ ਵੀ ਰਿਹਾ ਤੇ ਕੋਈ ਗੱਲ ਨਹੀਂ। ਪਹਿਲੀ ਗੱਲ ਤਾਂ ਜਿਹੜੇ ਕਹਿਣ ਵਾਲੇ ਆ, ਜੇ ਉਹ ਧਰਮ 'ਚ ਬਲੀਵ ਨਹੀਂ ਕਰਦੇ, ਜੋ ਇਹਨਾਂ ਚੀਜ਼ਾਂ 'ਚ ਬਲੀਵ ਨਹੀਂ ਕਰਦੇ, ਉਹਨਾਂ ਨੂੰ ਹੱਕ ਕੀ ਆ ਉਹ ਗੱਲ ਕਰਨ ਇਸ ਗੱਲ 'ਤੇ। ਜਦੋਂ ਕਾਮਰੇਡਾਂ ਦੀ ਗੱਲ ਖਾਸ ਕਰਕੇ ਕਰਦੇ ਉਸ ਖਿੱਤੇ ਦੇ ਵਿੱਚ, ਉਹ ਸਾਡੇ ਨਾਲ ਹੀ ਖਹਿੰਦੇ ਆ। ਹੋਰ ਧਰਮ ਵੀ ਹੈਗੇ, ਉਹਨਾਂ 'ਚ ਕਿਹੜਾ ਕਰੂਤੀਆਂ ਹੈ ਨਹੀਂ ਗੀਆਂ। ਔਰ ਹਰੇਕ ਧਰਮ 'ਚ ਕਮੀਆਂ ਆ ਜਾਂਦੀਆਂ, ਜਦੋਂ ਲੰਮਾ ਪੀਰੀਅਡ ਕੋਈ ਵੀ ਚੀਜ਼ ਚੱਲਦੀ ਹੈਗੀ ਉਹ 'ਚ ਕਮੀਆਂ ਆ ਜਾਂਦੀਆਂ ਹੈਗੀਆਂ। ਉਹ ਸਾਡੇ ਨਾਲ ਹੀ ਕਿਉਂ ਕਹਿੰਦੇ ਹੈਗੇ? ਇਹ ਮੇਰਾ ਉਹਨਾਂ ਨਾਲ ਬੜਾ ਹੈਗਾ ਵੀ ਤੁਸੀਂ, ਜੇ ਤੁਸੀਂ ਪਹਿਲੀ ਗੱਲ ਤਾਂ ਤੁਹਾਡਾ ਕੋਈ ਵਿਸ਼ਾ ਹੀ ਨਹੀਂ ਹੋਣਾ ਚਾਹੀਦਾ ਵੀ ਧਰਮ ਦੇ ਸੰਬੰਧ 'ਚ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਕਹੋ ਵੀ ਹੈਵ ਨੋ ਕਲੂ, ਅਸੀਂ ਬਲੀਵ ਹੀ ਨਹੀਂ ਕਰਦੇ। ਤੁਸੀਂ ਉਲਟਾ ਉਹਦੇ ਵਿੱਚ ਕਮੀਆਂ ਕੱਢਦੇ ਆ। ਅੱਛਾ, ਜੇ ਕਮੀਆਂ ਕੱਢਦੇ ਆ ਵੀ ਸਾਡੇ 'ਚ ਹੀ ਕਿਉਂ ਕੱਢਦੇ? ਧਰਮਾਂ ਹੋਰਨਾਂ 'ਚ ਵੀ ਅਸੀਂ ਤਾਂ ਕਹਿੰਦੇ ਕਿਸੇ 'ਚ ਵੀ ਨਾ ਕੱਢੋ, ਪਰ ਜੇ ਕੱਢਣੀ ਆ ਤਾਂ ਫਿਰ ਤੁਸੀਂ ਸਾਰਿਆਂ 'ਚ ਕੱਢੋ। ਫਿਰ ਤੁਹਾਨੂੰ ਪਤਾ ਲੱਗੂਗਾ ਜਦੋਂ 76 ਰੁਪਏ ਜਿਹੜੇ ਬਹੁ ਗਿਣਤੀ ਵਾਲੇ ਉਹਨਾਂ 'ਚ ਕੱਢ ਕੇ ਦਿਖਾ ਲਓ, ਜਿਹੜੇ ਭਰੇ ਪਏ ਆ ਵਹਿਮਾਂ ਭਰਮਾਂ ਦੇ ਨਾਲ। ਬਿਲਕੁਲ ਸਹੀ ਗੱਲ। ਹੁਣ ਉਹੀ ਆਪਾਂ ਕਹਿੰਦੇ ਆ, ਜੇ ਹੁਣ ਜੇ ਤਰਕ ਦੀ ਗੱਲ ਕਰੀਏ, ਗੁਰੂ ਨਾਨਕ ਸਾਹਿਬ ਨੇ ਜਿਵੇਂ ਇਹ ਕਹਿੰਦੇ ਵੀ ਤਰਕ, ਜਾਂ ਅਸੀਂ ਹੁਣ ਅਰਦਾਸ ਦੇ ਵਿੱਚ ਉਹੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਵੇਕ ਦਾਨ, ਨਾ ਭਰੋਸਾ ਦਾਨ, ਵਿਵੇਕ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਨਾ ਵਿਵੇਕ ਦਾਨ ਦੀ ਗੱਲ ਕਰਦੇ ਹਾਂ ਅਸੀਂ। ਤੇ ਉੱਥੇ ਤਰਕ ਜੇ ਆਪਾਂ ਤਰਕ ਵਾਲੇ ਪਾਸੇ ਗੁਰੂ ਨਾਨਕ ਦੇਵ ਜੀ ਨੂੰ ਜੋੜ ਲੈਂਦੇ ਜੀ। ਗੁਰੂ ਨਾਨਕ ਦੇਵ ਜੀ ਨੇ ਵੀ ਤਰਕ ਕੀਤਾ ਆਹ ਗੱਲਾਂ ਤੇ, ਉਹਨਾਂ ਨੇ ਤਰਕ ਨਹੀਂ ਕੀਤਾ, ਉਹਨਾਂ ਨੇ ਗਿਆਨ ਦਿੱਤਾ, ਉਹਨੂੰ ਗਿਆਨ ਦੇ ਨਾਲ ਸਮਝਾਇਆ ਹਨ। ਤੇ ਹੁਣ ਜਿਵੇਂ ਉਹੀ ਆਪਾਂ ਗੁਰਬਾਣੀ ਅਨੁਸਾਰ ਹੈ ਜੀ, ਜਿਵੇਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ, ਪੁੱਤ ਜਨੂੰ ਦਾ, ਧੀ ਜਨੂਰੀ, ਜੋਰੂ ਜਿੰਨਾ ਦਾ ਸਕਦਾਰ, ਵੀ ਉਹ ਹੁਣ ਆਪਾਂ ਕਹਿੰਦੇ ਵੀ ਫਲਾਣੇ ਘਰ 'ਚ, ਉਹ ਘਰ 'ਚ ਭੂਤ ਹੀ ਵਸਦੇ ਆ, ਹਨਾ। ਵੀ ਕੌਣ ਆ ਪਹਿਰਾ ਕਿਹਦਾ? ਭੂਤਾਂ ਦਾ ਹੀ ਆ, ਕਿਉਂਕਿ ਜਿਹੜੀ ਮਾਂ, ਜੇ ਉਹਦੇ ਆਦਤਾਂ ਭੂਤਾਂ ਵਾਲੀਆਂ, ਤਾਂ ਉਹਦੀ ਧੀ ਵੀ, ਪੁੱਤ ਵੀ, ਉਹ ਜਿਹੜੀ ਉਹਦੀ ਮਾਂ, ਜੋ ਘਰ ਵਾਲੀ ਆ, ਤੇ ਉਹ ਤਾਂ ਪ੍ਰਧਾਨ ਆ ਭੂਤਾਂ ਦਾ। ਤੇ ਉਹ ਇਸ ਕਰਕੇ ਇਹਨਾਂ ਦੇ ਵੀ ਕਈ, ਮੈਂ ਕਹਿੰਦਾ ਵੀ ਇਹਨਾਂ ਦੇ ਜਿਹੜਾ ਪਹਿਰਾ ਵਾ ਹੁਣ ਇਸ ਟਾਈਮ, ਉਹ ਇੱਕ ਕਿਸਮ ਦਾ ਇਹਨਾਂ ਤੇ ਮੈਂ ਕਹੂੰਗਾ ਹੁਣ ਅੱਜ ਵੀ ਇਹਨਾਂ ਤੇ ਜ਼ਰੂਰ ਹੈ ਭੂਤਾਂ ਦਾ ਪਹਿਰਾ। ਜਿਹੜੀਆਂ ਗੁਰਬਾਣੀ ਅਨੁਸਾਰ ਭੂਤਾਂ ਨੇ ਨਾ, ਵੀ ਜਿੱਥੇ ਜਿਹੜੀ ਚੀਜ਼ ਨੂੰ ਅਸੀਂ ਮੰਨਦੇ ਵੀ ਨਹੀਂ ਨਾ, ਉਹਦੇ ਨਾਲ ਪੰਗਾ ਜਾ ਕੇ ਜ਼ਰੂਰ ਲੈਣਾ ਅਸੀਂ। ਦਿਮਾਗੀ ਤੌਰ ਤੇ ਜਿਵੇਂ ਹਿੱਲ ਕੇ ਕਹਿ ਲਓ, ਜਾਂ ਇਹਨਾਂ ਨੂੰ ਗੱਲ ਉਹੀ ਤੈਨੂੰ ਦੱਸਿਆ ਵੀ ਟੀਚਰ ਜਿਹੇ ਨਾਲ ਹੱਸ ਕੇ ਗੱਲ ਕਰਨੀ ਕਿਸੇ ਪ੍ਰਤੀ, ਆਪਦੇ ਆਪ ਨੂੰ ਬਹੁਤ ਸਿਆਣਾ ਸਮਝਣਾ ਤੇ ਸੱਚਾ ਸਮਝਣਾ। ਸੱਚਾਈ ਤਾਂ ਇਹਨਾਂ ਦੀ ਉਦੋਂ ਹੀ ਸਾਹਮਣੇ ਆ ਜਾਂਦੀ ਹੈ। ਹੁਣ ਜੇ ਦੇਖੀਏ ਜਿਹੜੇ ਇਹਨਾਂ ਦੇ ਜਾਂ ਇਹਨਾਂ ਦੇ ਆਖੇ ਜੀ, ਸਾਡਾ ਜੀ ਨਿਰਪੱਖ ਮੀਡੀਆ, ਜਿਹੜੀਆਂ ਇਹ ਗਲਤੀਆਂ ਕਰਦੇ ਨੇ ਉੱਥੇ ਮੋਰਚੇ ਤੇ, ਇਹਨਾਂ ਨੇ ਕਿੰਨੀਆਂ ਕੁ ਗਿਣੀਆਂ ਇਹਨਾਂ ਲੋਕਾਂ ਦੀਆਂ? ਇੱਕ ਵੀ ਦਿਖਾ ਦੇਣ ਲਿਆ ਕੇ। ਜੇ ਆਪਾਂ ਕਹਿੰਦੇ ਵੀ ਨਿਰਪੱਖ ਹੋ ਕੇ ਚੱਲਦੇ ਆ, ਹੁਣ ਆਪਾਂ ਸ਼ਰੇਆਮ ਅੱਜ ਸਾਫ਼ ਅਸੀਂ ਕਹਿੰਦੇ ਆ, ਠੀਕ ਆ, ਸਾਡੀਆਂ ਵੀ ਹੋ ਸਕਦੀਆਂ, ਸਾਡੀਆਂ ਭਾਵਨਾਵਾਂ ਜੁੜੀਆਂ, ਸਾਡੀ ਕੌਮ ਨਾਲ ਜੁੜੀਆਂ, ਅਸੀਂ ਇੱਕ ਠੋਕ ਕੇ ਕਹਿੰਦੇ ਅਸੀਂ ਆਪਦੀ ਕੌਮ ਪ੍ਰਤੀ ਪੱਖੀ ਗੱਲਾਂ ਕਰਾਂਗੇ। ਪਰ ਜਿਹੜੀਆਂ ਇਹੋ ਜਿਹੀਆਂ ਗੱਲਾਂ ਜੋ ਚਾਹੇ ਦੀਪ ਸਿੱਧੂ ਕਾਰਨ ਕਰਕੇ ਹੋਈਆਂ, ਸਾਨੂੰ ਇਹਨਾਂ ਚੀਜ਼ਾਂ ਤੋਂ ਗਰੇਜ ਕਰਨਾ ਚਾਹੀਦਾ। ਅਸੀਂ ਆਪਣੇ ਜਿੰਨੇ ਵੀ ਸਾਡੇ ਵੀਰ ਭਾਈ ਹੈਗੇ ਆ, ਥੋੜਾ ਜਿਹਾ ਗਰੇਜ ਕਰਕੇ ਗੱਲਾਂ ਤੋਂ ਚੱਲੋ, ਜਿਹੜੀਆਂ ਦੁਨਿਆਵੀ ਤੌਰ ਤੇ ਨਹੀਂ ਸੈੱਟ ਬੈਠਦੀਆਂ, ਜਿਵੇਂ ਵੀ ਹੈਗਾ, ਜਿਵੇਂ ਲੋਕਾਂ ਦੇ ਮਨ ਨੂੰ ਨਹੀਂ ਲੱਗਦੀਆਂ। ਮੈਂ ਪਹਿਲਾਂ ਵੀ ਦੱਸਿਆ, ਸਾਨੂੰ ਤਾਂ ਗੁਰੂ ਨੇ ਸੇਧ ਦੇਤੀ ਵੀ ਭਾਈ ਜਿਹੜਾ ਗੁਰੂ ਦਾ ਜਿਹੜਾ
ਗੱਲ ਨੂੰ ਪਾਉਣਾ ਜਾਂ ਗੁਰੂ ਦੇ ਰਾਹ ਤੇ ਚੱਲਣਾ, ਉਹ ਤਾਂ ਗੂੰਗੇ ਦੇ ਮਠਿਆਈ ਖਾਣ ਦੇ ਬਰਾਬਰ ਆ। ਵੀ ਆਪਾਂ ਉਹ ਇੱਕ ਉਦਾਂ ਦੇ ਬਣ ਕੇ ਰਹੀਏ ਤਾਂ ਵਧੀਆ ਰਹਾਂਗੇ, ਕਿਉਂਕਿ ਤੁਹਾਨੂੰ ਦੱਸਣਾ ਨਹੀਂ ਪੈਂਦਾ। ਹੁਣ ਅਸੀਂ ਲੱਖ ਕੇ ਹੀ ਜਾਈਏ ਇੱਥੇ ਸੋਹਣੀ ਸੋਹਣੀਆਂ ਗੱਲਾਂ ਕਰੀ ਜਾਈਏ, ਮੈਨੂੰ ਆਪਣੇ ਆਪ ਮੇਰੇ ਅੰਦਰ ਪਤਾ ਮੈਂ ਕੀ ਆ, ਤੁਹਾਨੂੰ ਪਤਾ, ਇਸੇ ਤਰ੍ਹਾਂ ਹੋਰਾਂ ਨੂੰ ਦੱਸਣ ਨਾਲ ਇਹ ਚੀਜ਼ਾਂ ਤੁਸੀਂ ਇੱਕ ਮਖੌਲ ਦੇ ਪਾਤਰ ਬਣਦੇ ਹੋ। ਉਲਟਾ ਆਪ ਤਾਂ ਅਸੀਂ ਬਣਦੇ ਹੀ ਆ। ਸਾਡੇ ਜੋ ਸ਼ਹੀਦੀਆਂ, ਜੋ ਆਪਾਂ ਜਿਹੜੀ ਗੱਲ ਕੀਤੀ ਆ ਜਿਹੜੇ ਮਨੁੱਖਤਾ ਖਾਤਰ, ਹੁਣ ਵੀ ਮੈਂ ਕਹਾਣੀ ਆਪਾਂ ਅਨੋਖ ਸਿੰਘ ਬੱਬਰ ਉਹਨਾਂ ਦੀ ਕਰਕੇ ਹਟਿਆ, ਜਾਂ ਹੋਰ ਹੈਗੇ ਸਾਡੇ ਕਿੰਨੇ, ਜਿਵੇਂ ਦੇਬੂ ਦੀ ਤੁਸੀਂ ਗੱਲ ਕੀਤੀ ਆ, ਹੁਣ ਉਹਨਾਂ ਨਾਲੋਂ ਵੱਡੇ ਤਸੀਹੇ ਕੌਣ ਸਹਿਜੂ? ਉਹਨਾਂ ਦੇ ਘਰੇ ਕੀ ਆ ਅੱਜ? ਉਹਨਾਂ ਜਿਵੇਂ ਹੁਣ ਅਸੀਂ ਚਲੋ ਜਿਉਂ ਦੀ ਜਾਗਦੀ ਮਿਸਾਲ ਦਲਜੀਤ ਸਿੰਘ ਬਿੱਟੂ ਆ, ਅਸੀਂ ਜਾਂ ਜਗਤਾਰ ਸਿੰਘ ਹਵਾਰਾ, ਜਿਹੜੇ ਅੱਜ ਵੀ ਇਹਨਾਂ ਨੂੰ ਇਹ ਠੱਗ ਨੇ ਜੀ, ਚੋਰ ਨੇ ਜੀ, ਫਲਾਣੇ ਜੀ, ਇਹਨਾਂ ਦੇ ਘਰ ਕਿੱਥੇ ਵਸਦੇ ਨੇ? ਕਾਹਦੇ ਖਾਤਰ ਲੜੇ ਸੀ? ਕਿਹੜੀ ਇਹਨਾਂ ਨੇ ਠੱਗੀ ਮਾਰ ਕੇ ਕੋਠੀਆਂ ਪਾ ਲਈਆਂ? ਦਿਖਾ ਦਿਓ, ਅਸੀਂ ਮੰਨ ਲਾਂਗੇ ਵੀ ਇਹ ਠੱਗ ਨੇ, ਚੋਰ ਨੇ। ਜਿਹੜੀਆਂ ਇਹਨਾਂ ਦੀਆਂ ਕੋਠੀਆਂ ਪਾਈਆਂ, ਸਾਰਾ ਕੁਝ ਪਾਇਆ, ਸਾਨੂੰ ਦਿਖਾ ਦਿਓ ਤੇ ਅਸੀਂ ਮੰਨ ਲਾਂਗੇ ਵੀ ਇਹ ਚੋਰ ਨੇ, ਠੱਗ ਨੇ, ਵੀ ਐਸ ਦੀ ਜ਼ਿੰਦਗੀ ਜਿਉਂਦੇ ਆ ਇਹ। ਸੋ ਕਿਤੇ ਨਾ ਕਿਤੇ ਇੱਕ ਇਹ ਵੀ ਗੱਲ ਆਉਂਦੀ ਹੈਗੀ ਆ ਕਿ ਜਿਹੜੇ ਚਿੰਜੜੀ ਛੇੜਦੇ ਆ, ਉਹਨਾਂ ਦੀ ਭਾਵਨਾ ਕਾਫੀ ਰੂਪ ਦੇ ਵਿੱਚ ਸਮਝ ਆਉਂਦੀ ਹੈਗੀ ਕਿ ਉਹਨਾਂ ਦੀ ਭਾਵਨਾ ਤੁਹਾਨੂੰ ਛਡਾਉਣਾ ਆ। ਬਿਲਕੁਲ। ਪਰ ਸਾਡਾ ਜਿਹੜਾ ਰਿਸਪੌਂਸ ਆ ਕਿਤੇ ਨਾ ਕਿਤੇ ਉਹ ਵੀ ਉਸ ਤਰੀਕੇ ਦਾ ਨਹੀਂ ਹੈ ਕਿ ਜਿਹੜਾ ਸੁਚੱਜਾ ਹੋਵੇ। ਮੇਰਾ ਖਿਆਲ ਆ ਵੀ ਉਹਦੇ ਵਿੱਚ ਵੀ ਖਿੱਚੋਤਾਣ ਬਹੁਤ ਵੱਧ ਜਾਂਦੀ ਹੈਗੀ ਆ ਕਿ ਅਸੀਂ ਜਦੋਂ ਆਪਣਾ ਰਿਸਪੌਂਸ ਦਿੰਦੇ ਹੈਗੇ ਆ ਤੇ ਉਹ ਫਿਰ ਵਾਲ ਦੀ ਖੱਲ ਲਾਉਣ ਤੱਕ ਚਲੇ ਜਾਂਦੀਆਂ ਗੱਲਾਂ। ਮੇਰਾ ਖਿਆਲ ਸਿੱਧਾ ਜਿਹਾ ਹੋਣਾ ਚਾਹੀਦਾ ਵੀ ਭਾਈ ਜੇ ਤੂੰ ਨਹੀਂ ਬਲੀਵ ਕਰਦਾ, ਦੈਟਸ ਜਸਟ ਸ਼ਟ ਅਪ। ਆਈ ਮੀਨ ਯੂ ਇਫ ਯੂ ਡੋਨਟ ਬਲੀਵ ਇਟ, ਦੈਟਸ ਫਾਈਨ। ਆਈ ਮੀਨ ਤੇਰੀ ਕੀ ਪ੍ਰੋਬਲਮ ਆ ਜੇ ਕੋਈ ਬਲੀਵ ਕਰਦਾ ਹੈਗਾ, ਜੇ ਆਪਣੇ ਆਪ ਨੂੰ ਉਹ ਗੁਰੂ ਕਹਾਉਣ ਦੇ ਬਰਾਬਰ ਜਾ ਰਿਹਾ ਹੈਗਾ, ਤੇਰੀ ਕੀ ਪ੍ਰੋਬਲਮ ਆ? ਤੂੰ ਨਾ ਮੰਨ ਉਹਨੂੰ ਗੁਰੂ, ਰਾਈਟ? ਇਹੀ ਹੋ ਸਕਦਾ। ਤੇ ਪਰ ਚਿੰਜੜੀ ਛੇੜਨੀ ਜਿਹੜੀ ਆ ਉਹ ਮੇਰੇ ਖਿਆਲ ਬਹੁਤ ਮਾੜੀ ਆ। ਪੰਜਾਬ ਦੀ ਇਹੀ ਤਰਾਸਦੀ ਰਹੀ ਹੈਗੀ ਆ ਕਿ ਜਿੰਨੀਆਂ ਵੀ ਪੰਜਾਬ 'ਚ ਘਟਨਾਵਾਂ ਹੋਈਆਂ, ਜਿੰਨੀਆਂ ਵੀ ਸਿੱਖ ਵਿਰੋਧੀ ਜਿਹੜੀਆਂ ਚਿੰਜੜੀਆਂ ਛੇੜੀਆਂ ਗਈਆਂ ਹੈਗੀਆਂ, ਸਾਰਾ ਜਿਹੜਾ ਪੰਗਾ ਉਹਨਾਂ ਚੀਜ਼ਾਂ ਦਾ ਆ ਕਿ ਜਿਹੜੇ ਲੋਕ ਕਹਿੰਦੇ ਆ ਅਸੀਂ ਇਸ ਖਿੱਤੇ 'ਚ ਰਹਿਣਾ ਵੀ ਆ, ਪਰ ਉਹ ਸਰਕਾਰ ਦੀ ਬੋਲੀ ਬੋਲਣੀ ਜਾਂ ਅਸੀਂ ਕੋਈ ਵੀ ਚੀਜ਼ ਕਰਨੀ, ਅਸੀਂ ਜੇ ਕਹਿੰਦੇ ਆ ਵੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ, ਤੇ ਉਹ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਆ ਉਹ ਵੀ ਤੋੜ ਦਿੰਦੇ ਹੈਗੇ, ਜਿਹੜਾ ਰੇਲਵੇ ਸਟੇਸ਼ਨ 'ਤੇ ਬਣਿਆ ਅੰਮ੍ਰਿਤਸਰ ਦੇ ਵਿੱਚ ਹੀ, ਰਾਈਟ? ਤੁਸੀਂ ਉਹ ਚਿੰਜੜੀਆਂ ਛੇੜਦੇ ਹੈਗੇ ਆ ਜਿਹੜੀਆਂ ਤੁਹਾਨੂੰ ਹੋਰ ਵੀ ਪੈਂਚਨ ਕਰਨ, ਰਾਈਟ? ਤੁਸੀਂ ਆ ਕੇ ਪੰਜਾਬ ਦੀ ਧਰਤੀ 'ਤੇ ਉੱਦਾਂ ਦੇ ਤੁਸੀਂ ਸਮਾਗਮ ਕਰਦੇ ਹੈਗੇ, ਔਰ ਪੰਜਾਬ 'ਚ ਤੁਹਾਨੂੰ ਉੱਦਾਂ ਦੇ ਬੰਦਿਆਂ ਦੀ ਸਪੋਰਟ ਮਿਲਦੀ ਹੈਗੀ ਆ, ਫਿਰ ਤੁਸੀਂ ਕਹਿੰਦੇ ਆ ਕਿ ਇਹ ਵਾਇਲੈਂਸ ਕਰਦੇ ਹੈਗੇ। ਮੈਂ ਤਾਂ ਕਹਿੰਦਾ ਕਿ ਵਾਇਲੈਂਸ ਤੋਂ ਬਿਨਾਂ ਕੋਈ ਗੱਲ ਬਣ ਨਹੀਂ ਸਕਦੀ, ਕਿਉਂਕਿ ਅਖੀਰ ਇੱਥੇ ਹੀ ਗੱਲ ਮੁੱਕਣੀ ਆ ਕੇ। ਉਹ ਬੰਦੇ ਜਿਹੜੇ ਸਰਕਾਰ ਤੋਂ ਸਿਕਿਉਰਿਟੀ ਲੈਂਦੇ ਹੈਗੇ ਆ, ਸਰਕਾਰ ਤੋਂ ਬੰਦੂਕਾਂ ਵਾਲੇ ਬੰਦੇ ਨਾਲ ਰੱਖਦੇ ਹੈਗੇ ਆ, ਅਤੇ ਉਹ ਬੰਦੇ ਦੱਸਣ ਨੇ ਕਾਹਦੇ ਲਈ ਰੱਖੇ ਆ? ਜਦੋਂ ਉਹਨਾਂ ਨੂੰ ਕੋਈ ਮਾਰਨ ਆਊਗਾ, ਫਰਜ਼ ਕੀਤਾ ਉਹਨਾਂ ਦਾ ਕਿਸੇ ਦੇ ਨਾਲ ਜਿਹੜਾ ਵਿਖਰੇਵਾਂ, ਜਦੋਂ ਉਹ ਕਿਤੇ ਨਾ ਕਿਤੇ ਨਿਬੜਨਾ ਤੁਹਾਨੂੰ ਆਊਗਾ, ਤਾਂ ਤੁਸੀਂ ਵੀ ਤਾਂ ਉਹ ਕੁਛ ਹੀ ਕਰਨਾ। ਫਿਰ ਤੁਸੀਂ ਨਾਲ ਗਨਮੈਨ ਰੱਖ ਕੇ ਤੇ ਤੁਸੀਂ ਕਹਿੰਦੇ ਅਸੀਂ ਵਾਇਲੈਂਸ ਨਹੀਂ ਕਰਨਾ। ਆਈ ਮੀਨ ਜਿਹੜੀ ਚੀਜ਼ ਉਹਨੂੰ ਦੂਸਰੇ ਸ਼ਬਦਾਂ 'ਚ ਕਿਉਂ ਨਹੀਂ ਲਿਆ ਜਾਂਦਾ ਕਿ ਅਸੀਂ ਆਪਣੀ ਤਿਆਰੀ 'ਚ, ਅਸੀਂ ਆਪਣੀ ਪ੍ਰੋਟੈਕਸ਼ਨ ਦੇ ਲਈ ਅਸੀਂ ਕੁਛ ਵੀ ਕਰ ਸਕਦੇ ਹਾਂ। ਤੁਸੀਂ ਜੇ ਕੋਈ ਕਰਨਾ ਚਾਹੁੰਦਾ ਹੈਗਾ, ਜੇ ਕਿਸੇ ਨੂੰ ਗੁਰੂ ਨੇ ਸ਼ਾਸਤਰ ਦਿੱਤੇ ਹੈਗੇ ਆ, ਤਾਂ ਤੁਹਾਨੂੰ ਲੱਗਦਾ ਕਿ ਉਹ ਵਾਇਲੈਂਟ ਆ ਬੰਦਾ, ਤੁਸੀਂ ਉਹ ਆਪਣੀ ਪ੍ਰੋਟੈਕਸ਼ਨ ਦੇ ਲਈ ਉਹਦੇ ਕੋਲ ਹਥਿਆਰ ਵਾ। ਇਸੇ ਤਰ੍ਹਾਂ ਜਦੋਂ ਤੁਹਾਨੂੰ ਲੋੜ ਪੈਂਦੀ ਹੈ, ਤੁਹਾਨੂੰ ਸਰਕਾਰ ਪ੍ਰੋਵਾਈਡ ਕਰਦੀ ਹੈਗੀ ਹੈ। ਪ੍ਰੋਟੈਕਸ਼ਨ ਨੂੰ ਅਸੀਂ ਉਹਦੇ ਲਫ਼ਜ਼ਾਂ ਨੂੰ ਹੇਰ ਫੇਰ ਕਰਕੇ ਮਤਲਬ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਦਿੰਦੇ ਹਾਂ ਜੀ, ਅਸੀਂ ਤਾਂ ਵਾਇਲੈਂਸ ਚਾਹੁੰਦੇ ਨਹੀਂ ਹੈਗੇ। ਪਰ ਜਦੋਂ ਤੁਹਾਨੂੰ ਸਿਕਿਉਰਿਟੀ ਕੱਢ ਕੇ ਲਿਆਂਦੀ ਆ ਉੱਥੋਂ ਕਿਸੇ ਵੀ ਸਮਾਗਮ ਦੇ ਵਿੱਚੋਂ, ਉਹੀ ਲੋਕ ਜਿਹੜੇ ਤੁਹਾਨੂੰ, ਜਿਹਨਾਂ ਖਿਲਾਫ ਤੁਸੀਂ ਲੜ ਰਹੇ ਹੋ, ਉਹੀ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰ ਰਹੇ ਹੈਗੇ। ਐਂਡ ਇਹ ਤੋਂ ਵੱਡੀ ਜੋਕ ਕੀ ਹੋ ਸਕਦੀ ਹੈ? ਮੈਂ ਹੁਣ ਤੁਹਾਨੂੰ ਗੱਲ ਦੱਸਦਾ ਇੱਕ, ਕਈ ਵਾਰ ਇਹ ਹੁਣ ਸਾਡਾ ਮੇਨ ਕਰਨ ਦਾ ਮਤਲਬ ਜਿਹੜਾ ਪੱਤਰਕਾਰਾਂ ਦੀ ਮੇਨ ਅਸੀਂ ਗੱਲ ਲਿਆਉਂਦੇ ਹਾਂ, ਇਹਦਾ ਕਾਰਨ ਇਹ ਆ ਜਿਹੜੀ ਸਾਡੀ ਅੱਜ ਦੀ ਨੌਜਵਾਨੀ ਹੈ, ਇਹਨਾਂ ਵਿੱਚ ਸਾਰੇ ਸੱਚੇ ਸੁੱਚੇ ਪੱਤਰਕਾਰ ਬਣ ਕੇ ਵਿਚਰਦੇ ਆ। ਜਦੋਂ ਇਹ ਗੱਲ ਕਰਨਗੇ, ਦੇਖੋ ਜੀ ਬਹੁਤੇ ਮਾੜੇ ਸੀ, ਚਲੋ ਮੰਨ ਲੈਂਦੇ ਹਾਂ, ਜੋ ਤੁਹਾਡੇ ਸ਼ਬਦ ਨੇ ਜਵਾਨ ਦੇ ਸੀ ਮੰਨ ਲੈਂਦੇ ਹਾਂ, ਬਹੁਤੇ ਮਾੜੇ ਸੀ। ਜਿਹੜੇ ਥੋੜੇ ਚੰਗੇ ਸੀ ਉਹਨਾਂ ਦੀ ਗੱਲ ਕਦੋਂ ਕਰੋਗੇ? ਅਸੀਂ ਮੰਨਦੇ ਹਾਂ ਕਾਮਰੇਡ ਜਿਹੜੇ ਚੰਗੇ ਸੀ, ਜਿਹਨਾਂ ਮਨੁੱਖਤਾ ਖਾਤਰ, ਜਿਹੜੇ ਅੱਜ ਵੀ ਕਹਿ ਲਓ, ਜਾਂ ਆਪਣੀ ਜ਼ਮੀਨ ਖਾਤਰ, ਆਪਣੇ ਹੱਕਾਂ ਖਾਤਰ ਲੜ ਰਹੇ ਨੇ, ਜਾਂ ਆਪਾਂ ਬਾਰ-ਬਾਰ ਚੀਕ ਵੇਲੇ ਜਾਂ ਹੋਰ ਗੱਲ ਕਰਦੇ ਹਾਂ, ਦੁਨੀਆ ਦੇ ਦੂਜੇ ਪਾਸੇ ਜਾ ਕੇ ਵੀ ਉਹਨੇ ਜੰਗ ਲੜੀ ਤੇ ਉਹਨਾਂ ਨੂੰ ਆਪਣੇ ਹੱਕ ਦਿਵਾਏ, ਹੈ ਨਾ। ਅਸੀਂ ਕਹਿੰਦੇ ਹਾਂ ਉਹ ਸ਼ਹੀਦ ਨੇ। ਤੁਸੀਂ ਕਹੋ, ਮੰਨੋ ਆ ਕੇ ਤੁਸੀਂ ਵੀ ਜਿਹਨਾਂ ਨੂੰ ਕਹਿੰਦੇ ਨਾ ਤੁਸੀਂ ਥੋੜੇ ਚੰਗੇ ਸੀ, ਉਹਨਾਂ ਦੀ ਗੱਲ ਤੁਸੀਂ ਕਦੋਂ ਕਰੋਗੇ? ਜਿਹੜੇ ਥੋੜੇ ਚੰਗੇ ਸੀ ਨਾ, ਚਾਹੇ 1% ਗੁੰਗੇ ਹੋ ਜਾਂਦੇ ਆ। 1% ਹੀ ਬਹੁਤ ਮਾੜਿਆਂ ਦੀਆਂ ਗੱਲਾਂ ਤਾਂ ਛੇੜਦੇ ਨੇ ਇਹ, ਉਹਨਾਂ ਦੇ ਇਤਿਹਾਸ, ਉਹਨਾਂ ਨੂੰ 1-2-3 ਰੇਡੀਓ ਨੇ ਉਹ ਬੰਦਿਆਂ ਨੂੰ, ਉਹ ਕੈਟਾਂ ਨੂੰ ਲਿਆ ਕੇ ਨਾ, ਉਹ ਸੰਘਰਸ਼ ਦਾ ਜਿਹੜਾ ਸਾਰਾ ਉਹ ਰੂਪ ਰੇਖਾ, ਜਿਹੜੀ ਉਲਟ ਜਿਹੜੀ ਦਿਸ਼ਾ ਹੋਵੇ,
ਉਹਨੂੰ ਤਾਂ ਉਹ ਬਿਆਨ ਕਰਵਾ ਦੇਣਗੇ, ਵੀ ਥੋੜੇ ਚੰਗਿਆਂ ਨੂੰ ਲਿਆ ਕੇ ਜਿਹੜਾ ਚੰਗਾ ਪੱਖ ਹੋਇਆ ਕਦੇ ਉਹ ਵੀ ਬਿਆਨ ਕਰਵਾ ਦਿਆ ਕਰੋ। ਉਹ ਨਹੀਂ ਨਹੀਂ ਮੈਂ ਕਹਿ ਉਹ ਪਤਾ ਸਕਦਾ। ਕੀ ਕਹਿੰਦੇ, ਉਹ ਕਲੇਮ ਉਹਨਾਂ ਦਾ ਕੀ ਹੈ, ਉਹਨਾਂ ਦਾ ਕਲੇਮ ਇਹ ਹੈਗਾ ਕਿ ਦੇਖੋ ਹੋਇਆ ਤਾਂ ਹੈ ਨਾ ਇਦਾਂ, ਸੱਚਾਈ ਤੇ ਆਉਣੀ ਚਾਹੀਦੀ ਨਾ ਸਾਹਮਣੇ। ਉਹ ਸੱਚਾਈ ਜਿਹੜੀ ਆ ਅਸੀਂ ਕਹਿੰਦੇ ਉਹ 1 ਜਾਂ 2% ਵਾ, ਤੇ ਇਹ ਗੱਲ ਉਹ ਵੀ ਮੰਨਦੇ ਹੈਗੇ ਆ ਵੀ 1 ਜੋ 2% ਜਾਂ 10% ਹੋਈ ਇਦਾਂ ਦੀ ਗੱਲਬਾਤ, ਰਾਈਟ। ਪਰ ਉਹਨਾਂ ਦਾ ਫੋਕਸ ਉਸ 10% ਨੂੰ ਆ, ਜਿਹੜੀ 90% ਵਾ ਜਾਂ 80% ਜਿਹੜੀ ਚੰਗੀ ਹੋਈ ਆ, ਜਾਂ 1% ਵੀ ਜਿਹੜੀ ਚੰਗੀ ਹੋਈ ਆ ਉਹਨਾਂ ਦੇ ਹਿਸਾਬ ਦੇ ਨਾਲ, ਜੇ 1 ਵੀ ਹੋਈ ਆ ਉਹਦੀ ਗੱਲ ਨਹੀਂ ਕਰਨੀ ਹੈਗੀ। ਜੇ ਉਹਨੂੰ ਪੁੱਛੋ ਕਿ ਜਿਹਨੂੰ ਤੁਸੀਂ ਕਾਲਾ ਦੌਰ ਕਹਿੰਦੇ ਹੈਗੇ ਆ, ਜਿਹੜੇ ਉਦੋਂ ਦੀ ਤੁਸੀਂ ਪੱਤਰਕਾਰੀ ਕਰਦੇ ਆ ਰਹੇ ਹੈਗੇ 90s ਤੋਂ, ਰਾਈਟ, 85 ਤੋਂ, ਤੁਹਾਡੀ ਪੱਤਰਕਾਰੀ ਦੇ ਵਿੱਚ ਕੋਈ ਬੇਗੁਨਾਹ ਵੀ ਮਰਿਆ ਹੋਊਗਾ, ਕੋਈ ਬੇਕਸੂਰ ਵੀ ਮਰਿਆ ਹੋਊਗਾ, ਰਾਈਟ। ਉਹਦੀ ਗੱਲ ਤੁਸੀਂ ਕਦੋਂ ਕਰੋਗੇ, ਰਾਈਟ। ਸੋ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਹੈਗੀਆਂ ਸਿਰਫ ਤੇ ਸਿਰਫ ਸਿੱਧੇ ਜਾਂ ਅਸਿੱਧੇ ਤੌਰ ਤੇ ਸਟੇਟ ਨੂੰ ਪ੍ਰਮੋਟ ਕਰਨ ਦੇ ਲਈ ਗੱਲਾਂ ਹੈਗੀਆਂ। ਸਟੇਟ ਨੂੰ ਇਹ ਦੱਸਣਾ ਚਾਹੁੰਦੇ ਆ ਸਾਡੇ 'ਚੋਂ ਬਹੁਤੇ ਕਿ ਅਸੀਂ ਤੁਹਾਡੇ ਆ, ਪਰ ਇਹ ਭੁੱਲ ਜਾਂਦੇ ਹੈਗੇ ਆ ਕਿ ਜਿਹੜੇ ਸਾਡੇ ਨਹੀਂ ਹੈਗੇ ਉਹ ਸਾਡੇ ਨਹੀਂ ਹੋਣੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਹੁਣ ਗੱਲ ਉਹੀ ਆ, ਹੁਣ ਜਿਹੜੇ ਏਰੀਏ 'ਚ ਕੋਈ ਵੀ ਪੱਤਰਕਾਰ ਜਿਹੜੇ ਏਰੀਏ ਦਾ ਸੀਗਾ, ਜੇ ਉਹਦੀ ਉਹ ਗੱਲ ਤਾਂ ਕਰੂਗਾ ਬਈ ਇਹ ਫਲਾਣਾ ਜੀ ਇਹ ਜੀ ਗਲਤ ਹੋ ਗਿਆ, ਠੀਕ ਆ, ਮੰਨ ਲੈਂਦੇ ਕੋਈ ਆਉਣਾ ਨਹੀਂ ਚਾਹੁੰਦਾ ਸੀ ਸੰਘਰਸ਼ 'ਚ, ਉਹਨੂੰ ਆਉਣਾ ਕਿਉਂ ਪਿਆ, ਉਹਦੇ ਕਾਰਨ ਜੇ ਤੁਸੀਂ ਸਾਹਮਣੇ ਰੱਖੋਗੇ, ਇੰਨੀ ਵਾਰ ਪੁਲਿਸ ਨੇ ਚੱਕਿਆ, ਇੰਨੀ ਵਾਰ ਕੁੱਟਿਆ, ਅਖੀਰ ਉਹ ਭਾਈ ਹੱਕ ਤੱਕ ਕੇ ਉਹ ਘਰੋਂ ਭੱਜ ਗਿਆ, ਹਨਾ। ਤੇ ਫਿਰ ਉਹਦਾ ਕਸੂਰ ਕਿਹਦਾ ਹੋਇਆ ਉਹਨੂੰ ਭਜਾਉਣ 'ਚ? ਉਹਦੇ ਤੇ ਕਦੋਂ ਫੜੋਗੇ ਤੁਸੀਂ? ਠੀਕ ਆ, ਉਹ ਗਲਤ ਸੀ, ਗਲਤ ਨਿਕਲ ਗਿਆ, ਮੈਂ ਮੰਨਦਾ ਉਹ ਪਰਪੱਖ ਨਹੀਂ ਸੀਗਾ, ਉਹ ਨਹੀਂ ਆਉਣ ਇਹ ਰਾਹ ਤੇ ਆਉਣਾ ਚਾਹੁੰਦਾ ਸੀ। ਗੱਲ ਉਹੀ ਆ, ਇੱਕ ਸਾਡੇ ਸ਼ਬਦ ਹੁੰਦੇ ਨੇ, ਕਹਿੰਦੇ ਜਾਂਦੇ ਚੋਰ ਦੀ ਤਰਾਗੀ ਸੀ। ਕਈ ਵਾਰ ਇਹੋ ਜਿਹੇ ਰਾਹ ਤੇ ਚੱਲਣਾ ਕੋਈ ਨਹੀਂ ਵੀ ਚਾਹੁੰਦਾ, ਫਿਰ ਉਹ ਕੋਈ ਗਲਤ ਰਸਤੇ ਹੋਏ ਨੇ, ਆਪਾਂ ਮੰਨਦੇ ਹਾਂ, ਕੋਈ ਗਲਤ ਗੱਲਾਂ ਹੋਈਆਂ ਵੀ ਹੋਣਗੀਆਂ, ਹਨਾ। ਪਰ ਉਹਦਾ ਪਿਛੋਕੜ ਜੇ ਨਾਲ ਮੂਹਰੇ ਰੱਖੋ ਨਾ, ਵੀ ਉਹਨੂੰ ਇਹ ਕਾਰਨ ਇਹ ਸਿਸਟਮ ਚ ਆਉਣਾ ਕਿਉਂ ਪਿਆ, ਫਿਰ ਉੱਥੇ ਗਲਤੀ ਕਿਹਦੀ ਹੋਈ? ਉਹ ਤੇ ਖਾੜਕੂ ਧਿਰਾਂ ਦੀ ਹੋਈ ਜਾਂ ਪੁਲਿਸ ਦੀ ਹੋਈ? ਹੁਣ ਜੇ ਕੋਈ ਕਿਸੇ ਦੇ ਘਰੇ ਦੇਖੋ, ਸਿੰਪਲ ਜੀ ਗੱਲ, ਜਿਹੜਾ ਦੁਨੀਆ ਦਾ ਹਿਊਮਨ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਪੀਸਫੁਲ ਪ੍ਰੋਟੈਸਟ ਹੋ ਰਿਹਾ ਉਸ ਖਿੱਤੇ ਦੇ ਵਿੱਚ, ਰਾਈਟ। ਬਿਲਕੁਲ ਹਾਂਜੀ। ਉਹਨੂੰ ਸਿੱਟਣ ਦੇ ਲਈ ਕਿੰਨੀਆਂ ਕੋਸ਼ਿਸ਼ਾਂ ਹੋ ਰਹੀਆਂ ਹੈਗੀਆਂ, ਆਪਣੇ ਮੂੰਹੋਂ ਕਹਿੰਦੇ ਆ, ਤੇ ਜਿਹੜਾ ਵਾਕਈ ਸੰਘਰਸ਼ ਹਥਿਆਰਬੰਦ ਸੰਘਰਸ਼ ਸੀਗਾ, ਔਰ ਜਿਨ੍ਹਾਂ ਨੇ ਲੜਿਆ, ਉਹਨਾਂ ਨੇ ਲੁਕ ਛੁਪ ਕੇ ਨਹੀਂ ਲੜਿਆ, ਉਹਨਾਂ ਨੇ ਪਲੇਨ ਧਰਤੀ ਹੈ ਪੰਜਾਬ ਦੀ, ਪੂਰੀ ਪੱਧਰੀ ਧਰਤੀ ਹੈ ਜਿੱਥੇ ਲੁਕਣਾ ਬੜਾ ਮੁਸ਼ਕਿਲ ਹੈਗਾ, ਫਿਰ ਵੀ ਉਹਨਾਂ ਨੇ 10 ਸਾਲ ਡੈਕੇਡ ਇੱਕ ਦਹਾਕਾ ਉਹਨਾਂ ਨੇ ਉਹ ਕੱਢਿਆ, ਲੜਾਈ ਲੜੀ ਹੈਗੀ ਆ। ਤੇ ਉਹਨਾਂ ਨੂੰ ਢਾਉਣ ਦੇ ਲਈ ਸਰਕਾਰ ਨੇ ਕੀ ਕੁਛ ਨਾ ਕੀਤਾ ਹੋਊਗਾ, ਇੱਕ ਥੋੜ੍ਹੀ ਜਿਹੀ ਸਮਝਣ ਦੀ ਲੋੜ ਹੈ। ਨਾਲੇ ਉਹਨਾਂ ਕੋਲ ਤੇ ਜਿਹੜੇ ਤੁਹਾਡੇ ਕੋਲ ਅੱਜ IT ਸੈੱਲ ਬਣਾ ਕੇ ਬੈਠੇ ਆ ਤੁਸੀਂ, ਅੱਜ ਤਾਂ ਜ਼ਮਾਨਾ ਹੀ ਕੁਝ ਹੋਰ ਤਰ੍ਹਾਂ ਦਾ ਹੋ ਗਿਆ ਕਿ ਤੁਸੀਂ ਹਰੇਕ, ਜੇ ਕਿਸੇ ਨੇ ਮਾੜੇ ਮੋਟੇ ਨੇ ਵੀ ਲੜਨਾ, ਉਹਨੂੰ ਵੀ ਆਪਣਾ IT ਸੈੱਲ ਬਣਾਉਣਾ ਪੈਂਦਾ। ਕਮਾਲ ਦੀ ਗੱਲ ਹੋ ਗਈ ਯਾਰ। ਤੇ ਫਿਰ ਉਹ ਅਸਲ ਵਿੱਚ ਹੋ ਕੀ ਰਿਹਾ ਹੈਗਾ, ਉਹ ਆਪਸ ਵਿੱਚ ਹੀ ਅਸੀਂ ਲੜੀ ਜਾਂਦੇ ਹੈਗੇ ਆ। ਜਿਹੜਾ ਦੁਸ਼ਮਣ ਆ ਫਿਰ ਵਾਰਾ ਰਹਿ ਜਾਂਦਾ। ਮੈਂ ਹੁਣ ਇੱਥੇ ਨਿਚੋੜ ਕੱਢਣਾ ਚਾਹੁੰਦਾ, ਆਪਾਂ ਹੁਣ ਅਗਲੇ ਜੋ ਆਪਣੇ ਕਈ ਵਿਸ਼ੇ ਨੇ ਉਹਨਾਂ ਵੱਲ ਵੀ ਥੋੜਾ ਆਪਾਂ ਕਰਨਾ ਪਿਛਲੇ ਹਫ਼ਤੇ ਦੇ, ਕਿਉਂਕਿ ਫਿਰ ਜ਼ਰੂਰੀ ਨੇ ਉਹ ਵੀ ਵਿਸ਼ੇ ਜੋ ਵੀ ਆਪਣਾ ਹੋਇਆ। ਮੈਂ ਨਿਚੋੜ, ਤੁਸੀਂ ਐਂਡ ਤੇ ਗੱਲ ਹੀ ਉੱਥੇ ਲੈ ਆਂਦੀ ਬਈ ਇਹਨਾਂ ਦਾ ਕਾਰਨ, ਇਹਨਾਂ ਦਾ ਹੁਣ ਜੇ ਆਪਾਂ ਕਹਿ ਦਈਏ 10 ਸਾਲ ਅਸੀਂ ਸੰਘਰਸ਼ ਲੜਿਆ ਉਸ ਧਰਤੀ ਤੇ, 10-11 ਸਾਲ, ਅੱਜ ਵੀ ਇਹ ਨਹੀਂ ਵੇ ਚੱਲਦਾ, ਜੋ ਵੀ ਹੈਗੇ ਸਾਡੇ ਮਾਵਾਂ ਦੇ ਪੁੱਤ ਜੇਲ੍ਹਾਂ 'ਚ ਨੇ। ਤੇ ਪਰ ਜੇ ਹੁਣ ਦੇਖੀਏ ਇਹਨਾਂ ਦਾ ਕੀ ਕਾਰਨ ਆ, ਵਿਰੋਧ ਉਹਨਾਂ ਦਾ ਵਿਰੋਧ ਕਰਨਾ ਤੇ ਅੱਜ ਵਿਰੋਧ ਕਰਨਾ ਚਾਹੀਦਾ, ਕਿਉਂਕਿ ਆਪ ਇਹ ਆਪਣੇ ਤੋਰੇ ਸੰਘਰਸ਼ਾਂ ਤੇ ਖਰੇ ਨਹੀਂ ਉਤਰ ਸਕੇ। ਜਿਹੜੇ ਅੱਜ ਦੇ ਬਚੇ ਖੁਚੇ ਲੋਕ ਨੇ, ਜਿਹੜੇ ਤਾਂ ਖਰੇ ਉਤਰਨ ਨਾਲ ਸੀ ਇਹਨਾਂ ਦੇ ਨਾਲ ਦੇ, ਉਹ ਚਲੇ ਗਏ। ਇਹ ਤਾਂ ਥੋੜੇ ਜਿਹੇ ਝਟਕੇ, 1 ਸਾਲ ਝਟਕਾ ਨਹੀਂ ਸਹਿ ਸਕੇ ਸਰਕਾਰ ਦਾ, ਸਮਝ ਗਏ ਮੇਰੀ ਗੱਲ। ਇਹ ਉਹ ਲੋਕ ਨੇ ਜਿਵੇਂ ਜਵਾਕ ਨਹੀਂ ਕਰ ਦਿੰਦੇ ਖੇਡਣ ਵੇਲੇ, ਵੀ ਜੇ ਇੱਕ ਜਿੱਤ ਗਿਆ ਤਾਂ ਦੂਜਾ ਕਹਿੰਦਾ ਤੇ ਮੈਂ ਹੁਣ ਇਹ ਖਰਾਬ ਕਰਨੀ ਹੈ ਗੇਮ, ਤੇ ਜੇ ਤੂੰ ਜਿੱਤ ਗਿਆ ਵੀ ਉਹ ਮਨ 'ਚ ਈਰਖਾ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ, ਇੱਕ ਮਨੁੱਖਤਾ ਦਾ ਸੁਭਾਅ ਨਾ, ਇਹ ਉਹ ਸਿਸਟਮ ਤੇ ਉਤਰੇ ਹੋਏ ਲੋਕ ਨੇ ਵੀ ਆਪ ਇਹ ਉਹ ਗੱਲਾਂ ਤੇ ਪੂਰੇ ਨਹੀਂ ਉਤਰ ਸਕੇ ਜਾਂ ਕਰਕੇ ਨਹੀਂ ਦਿਖਾ ਸਕੇ। ਇਹ ਦੂਜੇ ਨੂੰ ਵੀ ਨਹੀਂ ਚਾਹੁੰਦੇ ਵੀ ਕਿ ਉਹ ਕੋਈ ਨਾ ਕੋਈ ਤੰਦ ਤਾਣੀ ਫੜ ਲਵੇ, ਉੱਥੇ ਤੱਕ ਪਹੁੰਚ ਜਾਵੇ। ਇਹੀ ਕਾਰਨ ਹੈ ਇਹਨਾਂ ਦਾ, ਆਪਣੇ ਹੀ ਲੋਕਾਂ ਦਾ ਵਿਰੋਧ ਕਰਨਾ। ਸੋ ਆਪਾਂ ਇਹਨੂੰ ਹੁਣ ਇੱਥੇ ਸਮਾਪਤ ਕਰਦੇ ਤੇ ਆਪਾਂ ਹੁਣ ਅੱਗੇ ਵਧਦੇ ਹਾਂ, ਜੋ ਆਪਣੀਆਂ ਅਗਲੀਆਂ ਹਫ਼ਤੇ ਦੀਆਂ ਥੋੜ੍ਹੀਆਂ ਕੁਛ ਜਿਹੜੀਆਂ ਗਤੀਵਿਧੀਆਂ ਹੋਈਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੂੰ ਸ੍ਰਿਸ਼ਟ ਦੀ ਚਾਦਰ ਕਿਹਾ ਜਾਂਦਾ ਹੈਗਾ, ਉਹਨਾਂ ਦਾ 400 ਸਾਲਾ ਜਿਹੜਾ ਦੁਨੀਆ ਭਰ 'ਚ ਮਨਾਇਆ ਜਾ ਰਿਹਾ ਹੈਗਾ ਪ੍ਰਕਾਸ਼ ਪੁਰਬ। ਉਹਦੇ ਨਾਲ ਹੀ ਓਕਲਾਹੋਮਾ ਦੇ ਵਿੱਚ ਸਾਡੇ ਸਿੱਖ ਭਾਈਚਾਰੇ ਨੇ ਬੜੀ ਹਿੰਮਤ ਕੀਤੀ ਹੈਗੀ ਆ। ਹੋਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ, ਕਨੈਟੀਕਟ ਦੇ ਵਿੱਚ, ਨਿਊਯਾਰਕ ਦੇ ਵਿੱਚ,
ਖਾਲਸਾ ਦਿਵਸ, ਸਿੱਖ ਜੈਨੋਸਾਈਡ ਰੈਕੋਗਨਾਈਜ਼ ਕਰਵਾਇਆ ਗਿਆ, ਕਿਸਾਨ ਮੋਰਚਾ ਜਿਹੜਾ ਕਿਸਾਨ ਪ੍ਰੋਟੈਸਟ ਵਾ ਉਹਨੂੰ ਰੈਕੋਗਨਾਈਜ਼ ਕਰਾਇਆ ਗਿਆ। ਇਹ ਬਹੁਤ ਸਾਰੀਆਂ ਸਾਡੀਆਂ ਪ੍ਰਾਪਤੀਆਂ ਹੈਗੀਆਂ। ਓਕਲਾਹੋਮਾ ਦੇ ਵਿੱਚ ਰੀਸੈਂਟਲੀ ਹੋਇਆ, ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਕਈ ਵਾਰੀ ਸਾਨੂੰ ਇਹ ਲੱਗਦਾ ਹੈਗਾ ਕਿ ਅਸੀਂ ਬਹੁਤ ਗਿਣਤੀ 'ਚ ਹੋਵਾਂਗੇ ਤਾਂ ਕੁਛ ਕਰ ਸਕਾਂਗੇ। ਜਿੰਨਾ ਕੁ ਮੈਨੂੰ ਪਤਾ ਹੈਗਾ, ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਛੋਟੀ ਜਿਹੀ ਬੱਚੀ ਆ, ਹਜੇ ਉਹ ਕਾਲਜ ਜਾਣਾ ਸ਼ੁਰੂ ਕੀਤਾ, ਉਹਨੇ ਕਾਲਜ ਦਾ ਮੇਰਾ ਖਿਆਲ 2nd ਈਅਰ ਆ ਉਹਦਾ, ਉਹਨੇ ਬੱਚੀ ਨੇ ਸਾਰਾ ਕੁਛ ਅਰੇਂਜ ਕੀਤਾ। ਅਤੇ ਉੱਥੇ ਪਾਪੂਲੇਸ਼ਨ ਆਪਾਂ ਨੂੰ ਪਤਾ ਕਿ ਓਕਲਾਹੋਮਾ ਦੇ ਵਿੱਚ ਕਿੰਨੀ ਹੈਗੀ ਹੈ। ਅਤੇ ਗੱਲ ਇਹ ਹੈਗੀ ਆ ਕਿ ਅਸੀਂ ਕਰਨਾ ਕੀ ਹੈਗਾ। ਜਦੋਂ ਅਸੀਂ ਸੋਚਦੇ ਹਾਂ ਕਿ ਕਰੀਏ ਕੁਛ, ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਕਰ ਰਹੀਆਂ ਹੈਗੀਆਂ, ਉਹਨਾਂ ਦੇ ਨਾਲ ਜੁੜਿਆ ਜਾ ਸਕਦਾ। ਜੇ ਉਹਨਾਂ ਨਾਲ ਨਹੀਂ ਜੁੜਨਾ, ਆਪ ਤੁਸੀਂ ਕਰ ਸਕਦੇ ਹੈਗੇ ਆ। ਸਾਡੇ 'ਤੇ ਵੀ ਇਹ ਸਵਾਲ ਉੱਠਦਾ ਕਿ ਅਸੀਂ ਡੈਲਸ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਬੈਠੇ ਹੈਗੇ ਹਾਂ, ਅਸੀਂ ਕੁਛ ਕੁਛ ਨਹੀਂ ਕਰਵਾ ਸਕੇ। ਇੰਨੀ ਸਾਡੀ ਇੱਥੇ ਗਿਣਤੀ ਹੈਗੀ ਆ। ਪਰ ਓਕਲਾਹੋਮਾ ਦੇ ਵਿੱਚ ਉਹ ਸਾਡੀ ਬੱਚੀ ਹਰਮਨ ਕੌਰ ਜਿਹਦਾ ਨਾਂ ਹੈਗਾ, ਔਰ ਉਹ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਜੁੜੀ ਹੋਈ ਹੈਗੀ ਆ। ਔਰ ਉਸ ਬੱਚੀ ਨੇ ਉਹ ਸਿਹਰਾ ਉਹਨੂੰ ਜਾਂਦਾ ਹੈਗਾ। ਹਿੰਮਤ ਸਿੰਘ ਹੋਣੀ ਵੀ ਉੱਥੇ ਆਏ, ਇੱਥੋਂ ਸਾਡੇ ਸੱਜਣ ਵੀ ਜਿਹੜੇ ਡੈਲਸ ਫੋਰਵਰਡ ਦੇ ਸਾਰੇ, ਗਿੱਲ ਸਾਹਿਬ ਅਤੇ ਗੁਰਮੇਲ ਸਿੰਘ ਢੇਸੀ, ਆਪਣੇ ਸਾਰੇ ਜਿੰਨੇ ਵੀ ਆਪਾਂ ਹੁਣ ਨਾਂ ਲਵਾਂਗੇ ਤਾਂ ਬੜੀ ਕਾਫੀ ਵੱਡੀ ਲਿਸਟ ਹੈਗੀ ਹੈ। ਸੋ ਸਾਰੇ ਉਹ ਗਏ ਹੈਗੇ। ਇਹ ਵੀ ਇੱਕ ਜਿਹੜਾ ਪ੍ਰਾਪਤੀ ਸੀਗੀ, ਇਹ ਵੀ ਸਾਨੂੰ ਨਹੀਂ ਭੁੱਲਣੀ ਚਾਹੀਦੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਲੀਹਾਂ, ਇਹਨਾਂ ਨੇ ਜਿਹੜੇ ਮੀਲ ਪੱਥਰ ਗੱਡੇ ਹੈਗੇ ਆ, ਸਾਡੇ ਲਈ ਗਾਂ ਜਿਨ੍ਹਾਂ ਨੇ ਕੰਮ ਕਰਨਾ ਹੈਗਾ ਉਹਨਾਂ ਲਈ ਸੌਖਾ ਹੋ ਜਾਣਾ ਹੈਗਾ। ਸੋ ਸਾਨੂੰ ਕਦੀ ਵੀ ਨਹੀਂ ਆਪਣੇ ਜਿਹੜੇ ਜਿਨ੍ਹਾਂ ਨੇ ਕੁਛ ਕੀਤਾ ਕੌਮ ਦੇ ਲਈ, ਉਹਨਾਂ ਨੂੰ ਭੁਲਾਉਣਾ ਨਹੀਂ ਚਾਹੀਦਾ ਹੈਗਾ, ਔਰ ਸਪੋਰਟ ਕਰਨੀ ਚਾਹੀਦੀ ਹੈ। ਜਿਨ੍ਹਾਂ ਨੂੰ ਵੀ ਪਤਾ ਉਹ ਵਰਲਡ ਸਿੱਖ ਪਾਰਲੀਮੈਂਟ ਨੂੰ ਜ਼ਰੂਰ ਸਪੋਰਟ ਕਰੋ ਕਿ ਭਾਈ ਤੁਹਾਡਾ ਕੰਮ ਜਿੰਨੀਆਂ ਵੀ ਸਟੇਟਾਂ ਦੇ ਵਿੱਚ, ਜਿੰਨੀਆਂ ਵੀ ਤੁਸੀਂ ਸਿਟੀਜ਼ ਦੇ ਵਿੱਚ ਤੁਸੀਂ ਰੈਕੋਗਨੀਸ਼ਨ ਲੈ ਕੇ ਦੇ ਰਹੇ ਹੈਗੇ ਆ, ਬਹੁਤ ਤੁਹਾਡਾ ਧੰਨਵਾਦ ਹੈਗਾ। ਸਾਨੂੰ ਵੀ ਦੱਸੋ ਕਿ ਅਸੀਂ ਆਪਣੇ ਲੋਕਲ ਸ਼ਹਿਰ ਦੇ ਵਿੱਚ ਕਿੱਦਾਂ ਕਰ ਸਕਦੇ ਹਾਂ ਜੀ। ਹਾਂ ਬਿਲਕੁਲ। ਮੈਂ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਜਿੰਨੇ ਵੀ ਸਾਡੇ ਇਹ ਬੱਚੇ ਨੇ। ਹੋਰ ਵੀ ਆਪਾਂ ਦੇਖਦੇ ਹਾਂ ਸਟੇਟਾਂ ਦੇ ਵਿੱਚ ਤੇ ਜਾਂ ਹੋਰ ਵਿਦੇਸ਼ਾਂ ਦੇ ਵਿੱਚ। ਹੁਣ ਕਿਉਂਕਿ ਜਿਹੜਾ ਅਸੀਂ ਅੱਗੇ ਸਿਸਟਮ ਚੱਲਦੇ ਸੀ, ਸਾਨੂੰ ਉਹਨਾਂ 'ਚੋਂ ਵੀ ਨਿਕਲਣਾ ਪਊਗਾ। ਜਿਵੇਂ ਅਸੀਂ ਜ਼ਿਆਦਾ ਜ਼ੋਰ ਦਿੱਤਾ ਸੀ, ਜਿਵੇਂ ਆਪਣੇ ਤੌਰ 'ਤੇ ਪ੍ਰੋਟੈਸਟ ਕਰ ਲੈਣਾ ਜਾਂ ਸਰਕਾਰਾਂ ਨਾਲ, ਜਾਂ ਉਹ ਆਪਾਂ ਜਿਹੜੀ ਵੀ ਸਟੇਟ ਵਿੱਚ ਰਹਿੰਦੇ ਹਾਂ ਉਹਦੇ ਤੱਕ ਆਪਾਂ ਆਪਣੀ ਹੋਂਦ ਨੂੰ ਨਹੀਂ ਦਰਸਾਉਂਦੇ ਸੀ, ਜਾਂ ਆਪਾਂ ਉੱਥੇ ਤੱਕ ਪਹੁੰਚ ਨਹੀਂ ਕਰਦੇ ਸੀ। ਬਹੁਤ ਵਧੀਆ ਉਪਰਾਲੇ ਹੋਣ ਲੱਗੇ ਨੇ ਹੁਣ, ਸਾਰੇ ਹੀ ਕੰਟਰੀਆਂ ਵਿੱਚ ਹੋਣ ਲੱਗੇ ਨੇ। ਅਤੇ ਇਹੋ ਜਿਹੇ ਜੋ ਵੀ ਸਾਡੇ ਬੱਚੇ ਨੇ, ਮੈਂ ਕਹਿੰਦਾ ਸਾਡੇ ਨਾਲੋਂ ਜ਼ਿਆਦਾ ਵਧੀਆ ਨੇ। ਕਾਰਨ ਕਿ ਅਸੀਂ ਨਹੀਂ, ਇਹ ਸਾਡੀਆਂ ਸੋਚਾਂ ਸੀਗੀਆਂ, ਸਾਨੂੰ ਪਤਾ ਨਹੀਂ ਸੀਗਾ ਵੀ ਹਾਂ ਕਿਸ ਤਰ੍ਹਾਂ ਇਹ ਪੋਲੀਟਿਕਸ ਕਹਿ ਲਓ ਇਹਨੂੰ, ਉਹਦੇ ਵਿੱਚ ਵੜ ਕੇ ਤੁਸੀਂ ਆਪਣੀ ਹੋਂਦ ਨੂੰ ਕਿਵੇਂ ਦਰਸਾਉਣਾ ਵੀ ਤੁਸੀਂ ਕੀ ਹੋ। ਕਿਉਂਕਿ ਹੁਣ ਬਹੁਤ ਫਰਕ ਪੈ ਚੁੱਕਿਆ, ਸਾਨੂੰ ਮੰਨਣਾ ਪਊ ਅੱਗੇ ਨਾਲੋਂ। ਆਪਾਂ ਕਹਿ ਲਓ ਵੀ ਜੇ ਅੱਗੇ ਅਸੀਂ 10% ਪਤਾ ਹੀ ਸਾਡਾ, ਅਸੀਂ ਹੁਣ 70-75% ਤੱਕ ਪਹੁੰਚ ਚੁੱਕੇ ਹਾਂ ਆਪਣੀ ਹੋਂਦ ਨੂੰ ਦਰਸਾਉਣ ਲਈ। ਉਹਦਾ ਕਾਰਨ ਕੀ ਹੈ, ਕਿੱਥੋਂ ਪਤਾ ਲੱਗਦਾ? ਕਿਉਂਕਿ ਹੁਣ ਜੋ ਇੰਡੀਆ ਵਿੱਚ ਘਟਨਾਵਾਂ ਹੋ ਰਹੀਆਂ, ਉਹਨਾਂ ਦੀ ਖਬਰਸਾਰ ਲਈ ਵੀ ਆਮ ਸਿੱਖਾਂ ਨੂੰ ਮੂਹਰੇ ਲਿਆਂਦਾ ਜਾ ਰਿਹਾ। ਸਾਡਾ ਇਹ ਮਤਲਬ ਨਹੀਂ ਕਿ ਅਸੀਂ ਕੋਈ ਉੱਥੇ ਵਾਹਵਾ ਖੱਟਣੀਆਂ ਜਾਂ ਸਿੱਖੀ ਦਾ। ਸਾਡਾ ਇਹ ਮਤਲਬ ਆ ਕਿ ਸਾਡਾ ਕੋਈ ਖਿੱਤਾ ਕਹਿ ਲਓ, ਸਾਡਾ ਕੋਈ ਦੇਸ਼ ਨਾ ਹੋਣ ਦੇ ਬਾਵਜੂਦ ਜੋ ਅਸੀਂ ਇੱਕ ਰੋਲੇ ਫਿਰਦੇ ਸੀਗੇ, ਉਹ ਚੀਜ਼ ਦੇ ਵਿੱਚੋਂ ਅਸੀਂ ਬਾਹਰ ਆ ਰਹੇ ਹਾਂ ਹੌਲੀ ਹੌਲੀ। ਕਿਉਂਕਿ ਤੁਹਾਡੇ ਦੇਸ਼ ਆ, ਕੋਈ ਗੱਲ ਹੁੰਦੀ ਹੈ ਸਾਡੇ, ਜਿਵੇਂ ਘਟਨਾਵਾਂ ਹੁੰਦੀਆਂ ਇੱਥੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਨਾਲ, ਉਹ ਇੱਕ ਦੇਸ਼ ਦੇ ਤੌਰ ਤੇ ਸਾਨੂੰ ਭਾਰਤ ਨੇ ਕਦੇ ਵੀ ਸਾਡੇ ਬਰਾਬਰ ਕਦੇ ਨਹੀਂ ਖੜਿਆ ਵੀ ਹਾਂ ਇਹ ਸਿੱਖਾਂ ਜਾਂ ਕੋਈ ਹੋਰ ਆਪਣੇ ਉੱਥੋਂ ਦੇ ਜੋ ਵਸਿੰਦੇ ਆ ਧਰਮ ਦੇ ਨਾਲ ਹੋਵੇ, ਉਹਨਾਂ ਦੀਆਂ ਕੌਂਸਲੇਟ ਵਗੈਰਾ ਨੂੰ ਜਾਂ ਉਹਨਾਂ ਦੇ ਉਲਟ ਕੋਈ ਖਬਰ ਲਾ ਦੇਵੇ। ਉਹ ਜਿਵੇਂ ਬਜਰੰਗ ਦਲ ਜਾਂ ਫਲਾਣਾ ਲੱਲਾ ਭੱਬਾ, ਉਹਨਾਂ ਨੂੰ ਇੱਕ ਅੱਤਵਾਦੀ ਸੰਗਠਨ ਦਰਸਾਇਆ ਇਹਨਾਂ ਨੇ ਕੌਂਸਲੇਟ ਅਮਰੀਕਾ ਦਾ ਜਦੇ ਸੱਦ ਲਿਆ ਉੱਥੇ। ਜੇ ਸਿੱਖਾਂ ਨੂੰ ਅੱਤਵਾਦੀ ਦਰਸਾਇਆ ਜਾਊ, ਕਦੇ ਨਹੀਂ ਸੱਦਣਗੇ। ਪਿੱਛੇ ਜੇ ਕੈਨੇਡਾ ਦੀਆਂ ਗੱਲਾਂ ਹੋਈਆਂ। ਸੋ ਇਸ ਤੌਰ ਤੇ ਅਸੀਂ ਆਪਣੀਆਂ ਹੋਂਦ ਨੂੰ, ਜਿਹੜੇ ਆਪਣੇ ਆਪ ਇੱਕ ਬਿਨਾਂ ਕੰਟਰੀ ਦੇਸ਼ ਹੋਣ ਦੇ, ਆਪਣਾ ਖਿੱਤਾ ਹੋਣ ਦੇ, ਜੋ ਇੱਕ ਅੱਗੇ ਵਧ ਰਿਹਾ ਸਾਡੇ ਬੱਚੇ, ਮੈਂ ਕਹੂੰਗਾ ਇੱਕ ਵਧਾਈ ਦੇ ਪਾਤਰ ਆ। ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਹਿ ਲਓ, ਜਿੱਦਾਂ ਦੇ ਵੀ ਅਸੀਂ ਸੋਚਦੇ ਤਾਂ ਹੈਗੇ ਕਈ ਵਾਰ ਵੀ ਸਾਡਾ ਅੱਗੇ ਜੀ ਧਰਮ ਕਿੱਧਰ ਜਾਣਾ ਜਾਂ ਹੋਰ ਆ, ਕਿਸੇ ਵੀ ਲੋੜ ਜਾਵੇ, ਕਿਸੇ ਵੀ ਰੂਪ 'ਚ ਜਾਵੇ, ਚਲੋ ਬਦਲਾਅ ਆਉਂਦੇ ਜਾਂਦੇ ਰਹਿੰਦੇ ਆ, ਪਰ ਸਾਡਾ ਜੋ ਇੱਕ ਹੋਂਦ ਕਹਿ ਲਓ ਅੱਗੇ ਵੱਧ ਰਹੀ ਆ। ਇਹ ਤੋਂ ਇਹ ਆਸ ਲਾਈ ਜਾ ਸਕਦੀ ਆ, ਜਿਵੇਂ ਆਪਾਂ ਕਹਿੰਦੇ ਆਸਾ ਮਾਏ ਨਿਰਾਸ਼ਾ ਨਹੀਂ, ਹਨਾ। ਉਹ ਨਿਰਾਸ਼ਤਾ ਜੋ ਅਸੀਂ ਨਿਕਲੀਏ, ਜਿਸ ਤਰ੍ਹਾਂ ਸਾਡੇ ਬੱਚੇ ਤਿਲ ਫੁੱਲ ਕਰਕੇ ਕਹਿ ਲਓ, ਗੱਲਾਂ ਕਈ ਵਾਰ ਛੋਟੀਆਂ ਜਿਹੀਆਂ ਲੱਗਦੀਆਂ ਜਾਂ ਕੀ ਕਰ ਲਿਆ ਜੀ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਜਦੋਂ ਕੱਲ ਨੂੰ ਕੋਈ ਇਹਨਾਂ ਨੇ ਆਪਸ ਵਿੱਚ ਬੈਠਣਾ, ਉਹ ਗੱਲਾਂ ਕਰਨਗੇ ਸਾਡੇ ਬਾਬਤ ਕੌਣ ਨੇ, ਕੋਈ ਲੱਭਣ ਦੀ ਕੋਸ਼ਿਸ਼ ਕਰੂਗਾ ਵੀ ਸਿੱਖ ਕੀ ਆ, ਜਾਂ ਇਹ ਬਹੁਤ ਦੂਰ ਤੱਕ ਗੱਲ ਚਲੀ ਜਾਂਦੀ ਹੈ।
ਬਿਲਕੁਲ। ਔਰ ਜਿੰਨਾ ਵੀ ਇਸ ਵੇਲੇ ਆਪਾਂ ਮਨੁੱਖਤਾ ਦੇ ਲਈ ਕਰਦੇ ਹਾਂ, ਕਈ ਵਾਰੀ ਹੁੰਦਾ ਸਾਨੂੰ ਯਾਰ ਬੜਾ ਅਸੀਂ ਪੈਸਾ ਜਿਹੜਾ ਖਰਾਬ ਕਰ ਰਹੇ ਖਰਾਬ ਹੈਗੇ ਕਰਦੇ ਆ। ਹਾਂਜੀ ਕਿਉਂਕਿ ਕਈ ਵਾਰੀ ਕਿਸੇ ਆਪਾਂ ਆਪਣਿਆਂ ਨੂੰ ਵੀ ਛੱਡ ਦਿੰਦੇ ਹੈਗੇ, ਦੂਸਰਿਆਂ 'ਤੇ ਜ਼ਿਆਦਾ ਫੋਕਸ ਹੋ ਜਾਂਦਾ ਹੈਗਾ। ਪਰ ਇਸ ਵੇਲੇ ਜਿਹੜੀ ਗੱਲ ਸਾਰੇ ਇੰਟਰਨੈਸ਼ਨਲ ਮੀਡੀਆ 'ਤੇ ਆ ਰਹੀ ਹੈਗੀ ਆ, ਉਹ ਇੱਕ ਸਿੱਖਾਂ ਨੂੰ ਪਰਟੀਕੂਲਰ ਤੌਰ 'ਤੇ ਪ੍ਰਮੋਟ ਕੀਤਾ ਜਾ ਰਿਹਾ ਹੈਗਾ। ਉਹਨਾਂ ਦੀ ਜਿਹੜੀ ਘਾਲਣਾ ਘਾਲੀ ਹੋਈ ਹੈਗੀ ਆ ਇਸ ਸਮੇਂ ਦੇ ਵਿੱਚ, ਕੋਵਿਡ ਦੇ ਵਿੱਚ, ਖਾਸ ਕਰਕੇ ਦਿੱਲੀ ਦੇ ਵਿੱਚ ਜਿੰਨਾ ਵੀ ਸਿੱਖਾਂ ਨੇ ਯੋਗਦਾਨ ਪਾਇਆ, ਉਹ ਮੇਰਾ ਖਿਆਲ ਕੋਈ ਚੈਨਲ ਇੱਦਾਂ ਦਾ ਨਹੀਂ ਹੈਗਾ ਜਿਨ੍ਹਾਂ ਨੇ ਨਹੀਂ ਦਿਖਾਇਆ। ਚਾਹੇ ਉਸ ਤੋਂ ਇੱਥੇ ਜਦੋਂ ਵੀ ਹੋਇਆ ਸੀ ਪੈਂਡੈਮਿਕ, ਨਿਊਯਾਰਕ ਦੇ ਵਿੱਚ ਜਾਂ ਜਿੱਥੇ ਵੀ, ਉਹਨਾਂ ਨੇ ਸਿੱਖ ਜਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਭਾਈ ਤੁਸੀਂ ਸਾਡੀ ਸਪੋਰਟ ਕਰੋ। ਸਾਨੂੰ ਰੈਕੋਗਨੀਸ਼ਨ ਬਹੁਤ ਵੱਡੀ ਜਿਹੜੀ ਆ ਉਹ ਮਿਲ ਰਹੀ ਹੈਗੀ ਆ। ਜਿੱਦਾਂ ਤੁਸੀਂ ਕਿਹਾ ਕਿ ਬਿਨਾਂ ਮੁਲਕ ਹੋਣ ਦੇ ਬਾਵਜੂਦ ਵੀ ਅਸੀਂ ਉਸ ਲੈਵਲ 'ਤੇ ਹੈਗੇ ਹਾਂ ਕਿ ਜਿੱਥੇ ਸਰਕਾਰਾਂ ਕੰਮ ਕਰਦੀਆਂ ਹੋਣ। ਅਤੇ ਇਮੈਜਿਨ ਕਰਨ ਦੀ ਲੋੜ ਆ ਸਿਰਫ, ਹਾਲਾਂਕਿ ਸਾਡਾ ਇਤਿਹਾਸ ਅਸੀਂ ਸਿਰਜਿਆ ਹੋਇਆ ਕਿ ਜੇ ਸਾਡਾ ਮੁਲਕ ਹੋਵੇ ਫਿਰ ਅਸੀਂ ਕੀ ਕਰ ਸਕਦੇ ਹੈਗੇ। ਅੱਜ CNN ਭਾਰਤ ਸਰਕਾਰ ਦੀ ਗੱਲ ਨਹੀਂ ਕਰ ਰਹੀ ਕਿ ਉਹ ਕਿਵੇਂ ਲੋਕਾਂ ਨੂੰ ਬਚਾ ਰਹੇ ਆ, ਉਹਨਾਂ ਦੀਆਂ ਪ੍ਰਾਪਤੀਆਂ ਨਹੀਂ ਦੱਸ ਰਿਹਾ ਕਿ ਕਿਵੇਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਆਪਣੇ ਲੋਕਾਂ ਨੂੰ, ਪਰ ਉਹ ਸਿੱਖ ਕੌਮ ਦੀ ਗੱਲ ਵਿਸ਼ੇਸ਼ ਤੌਰ 'ਤੇ ਕਰ ਰਿਹਾ ਕਿ ਸਿੱਖ ਕਿਵੇਂ ਬਚਾ ਰਹੇ ਹੈਗੇ ਆ, ਕਿਵੇਂ ਉਹਨਾਂ ਨੇ ਆਪਣੇ ਸਾਰੇ ਰਿਸੋਰਸਿਸ ਜਿਹੜੇ ਆ, ਸਾਰੇ, ਚਾਹੇ ਉਹ ਗੁਰਦੁਆਰਾ ਆ, ਚਾਹੇ ਉਹਨਾਂ ਦੀ ਕੋਈ ਫੈਕਟਰੀ ਆ, ਸਾਰੇ ਦੇ ਸਾਰੇ ਰਿਸੋਰਸਿਸ ਮਨੁੱਖਤਾ ਨੂੰ ਬਚਾਉਣ ਦੇ ਲਈ ਲਾਤੇ ਹੈਗੇ ਆ। ਅਤੇ ਇਹ ਗੱਲ ਜ਼ਰੂਰ ਸਾਨੂੰ ਸੋਚਣੀ ਚਾਹੀਦੀ ਹੈ ਕਿ ਜੇ ਸਾਡਾ ਮੁਲਕ ਹੋਵੇ, ਜੇ ਅਸੀਂ ਆਪਣਾ ਮੁਲਕ ਬਣਾਈਏ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਅਨੁਸਾਰ, ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਅਨੁਸਾਰ, ਅਤੇ ਅਸੀਂ ਕੀ ਦੁਨੀਆ ਨੂੰ ਦੇ ਸਕਦੇ ਹਾਂ, ਜਦ ਕਿ ਅੱਜ ਸਾਡੀ ਬਹੁਤ ਥੋੜ੍ਹੀ ਪਾਰਟੀਸਪੇਸ਼ਨ ਆ। ਮੈਂ ਇੱਥੇ ਇੱਕ ਗੱਲ ਕਰਨੀ ਚਾਹੁੰਦਾ ਜੀ। ਅਸੀਂ ਅਰਦਾਸ ਕਰਦੇ ਹਾਂ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਆਪਾਂ ਕਹਿੰਦੇ ਹਾਂ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਅੱਜ ਉਹੀ ਦਿੱਲੀ ਆ। ਪਹਿਲਾਂ ਤਾਂ ਅਰਦਾਸ ਦੇ ਇਹਨਾਂ ਬੋਲਾਂ ਦਾ ਮਤਲਬ ਕੀ ਆ, ਉਦੋਂ ਪਤਾ ਸੀ ਵੀ ਹਾਂ ਜਿਹੜੇ ਗੁਰੂ ਹਰਿਕ੍ਰਿਸ਼ਨ ਜੀ ਜਦੋਂ ਉੱਥੇ ਪਿਆ, ਬਿਮਾਰੀ ਪਈ, ਵੀ ਉਹਨਾਂ ਨੂੰ ਪਤਾ ਸੀ ਵੀ ਜੇ ਮੈਂ ਇਹਨਾਂ ਨੂੰ ਹੁਣ ਦੇਖ ਲਿਆ ਦਾ ਮਤਲਬ ਵੀ ਹੁਣ ਮੇਰੇ ਤੱਕ ਪਹੁੰਚ ਗਏ ਨੇ, ਲੈ ਮੈਨੂੰ ਆਸ ਵੱਜ ਗਈ ਬਚਣ ਦੀ, ਕਹਿ ਲਓ। ਇਹੀ ਸੋਚਦੇ ਹੋਣਗੇ ਨਾ ਲੋਕ। ਬਿਲਕੁਲ ਬਿਲਕੁਲ। ਵੀ ਹੁਣ ਮੈਂ ਠੀਕ ਹਾਂ, ਬਸ ਮੇਰੇ ਦੁੱਖ ਚਲੇ ਗਏ। ਆਪਾਂ ਕਹਿੰਦੇ ਕੋਈ ਮਰਦਾ ਜਾਂ ਹੋਰ ਆ ਕੋਈ ਵੀ, ਆਪਾਂ ਕਹਿੰਦੇ ਡਾਕਟਰ ਨੂੰ ਕਹਿੰਦੇ ਲੈ ਵੀ ਹੁਣ ਬਚਾ ਲਿਆ ਬੰਦੇ ਨੇ, ਹਾਂ ਹੁਣ ਪਹੁੰਚ ਗਿਆ, ਬਚਾ ਲੈਣਾ। ਹਾਂ, ਅੱਜ ਸਾਨੂੰ ਉਹੀ ਬੋਲ ਹਿੰਦੂਆਂ ਵੀਰਾਂ ਦੇ, ਕੋਈ ਵੀ ਉੱਥੇ ਧਰਮ ਤੋਂ ਉੱਠ ਕੇ ਗੱਲ ਕਰਦੇ ਆ, ਸੌਰੀ ਮੇਰੇ ਤੋਂ ਕੋਈ ਲਫ਼ਜ਼ ਨਿਕਲਿਆ, ਜੋ ਕੋਈ ਵੀ ਉੱਥੇ ਮਨੁੱਖਤਾ ਦਾ ਬੰਦਾ ਕਿਸੇ ਵੀ ਧਰਮ ਨਾਲ ਸੰਬੰਧਿਤ ਆ, ਉਹਦੇ ਮੂੰਹ ਇਹੀ ਬੋਲ ਨਿਕਲਦੇ ਆ, ਲੈ ਵੀ ਮੈਂ ਹੁਣ ਸਿੱਖਾਂ ਕੋਲੇ ਪਹੁੰਚ ਗਿਆ, ਮੈਨੂੰ ਆਕਸੀਜਨ ਮਿਲ ਗਈ ਤੇ ਮੈਂ ਹੁਣ ਠੀਕ ਆ, ਹੁਣ ਮੈਂ ਬਚ ਜੂ, ਮੈਨੂੰ ਆਸ ਵੱਜ ਗਈ, ਹੈ ਨਾ। ਇਹ ਗੁਰੂ ਦੇ ਜੋ ਅਸੀਂ ਕਹਿੰਦੇ ਇਤਿਹਾਸ ਦੁਹਰਾਉਂਦਾ ਇੰਨੇ ਸਾਲਾਂ ਬਾਅਦ ਸ੍ਰੀ ਹਰਿਕ੍ਰਿਸ਼ਨ ਪਾਤਸ਼ਾਹ ਉਹੀ ਦਿੱਲੀ ਆ, ਉਹੀ ਜਗ੍ਹਾ ਤੇ ਉਹੀ ਜਿਹੜੀ ਆਪਾਂ ਉਹ ਗੱਲ ਕੀਤੀ ਸੀ ਕਿ ਉਹਨਾਂ ਦਾ ਪਹਿਰਾ ਹੈਗਾ, ਉਹਨਾਂ ਦਾ ਪਹਿਰਾ ਮਨੁੱਖੀ ਰੂਪ ਦੇ ਵਿੱਚ ਜਿਹੜੇ ਅਸੀਂ ਵਿਚਰਦੇ ਆ, ਜਿਹੜੇ ਉਸ ਉਪਦੇਸ਼ ਨੂੰ ਮੰਨ ਕੇ ਚੱਲੇ ਹੋਏ ਹੈਗੇ ਲੈ ਕੇ ਵਿਚਰਦੇ ਆ। ਹਾਂਜੀ, ਉਹ ਉਹਨਾਂ 'ਚੋਂ ਵਰਤ ਰਿਹਾ ਹੈਗਾ, ਉਹ ਗੁਰੂ ਵਰਤ ਰਿਹਾ ਹੈਗਾ, ਗੁਰੂ ਦਾ ਹੁਕਮ ਵਰਤ ਰਿਹਾ ਹੈਗਾ, ਗੁਰੂ ਸਾਡੇ ਪਹਿਰੇ ਤੇ ਆ। ਇਹ ਗੱਲ ਜੇ ਕੋਈ ਬੰਦਾ ਕਹਿੰਦਾ ਆ ਕਿ ਭਈ ਮੇਰਾ ਗੁਰੂ ਤੇ ਮੇਰੇ ਤੇ ਗੁਰੂ ਦਾ ਪਹਿਰਾ ਸੀਗਾ, ਜਾਂ ਮੇਰੇ ਤੇ ਗੁਰੂ ਦੇ ਸਿੰਘਾਂ ਦਾ, ਗੁਰੂ ਦੇ ਸਿੱਖਾਂ ਦਾ, ਸ਼ਹੀਦਾਂ ਦਾ ਪਹਿਰਾ ਹੈਗਾ, ਤੇ ਇਹਦੇ 'ਚ ਕੋਈ ਮਜ਼ਾਕ ਵਾਲੀ ਗੱਲ ਨਹੀਂ। ਇਹ ਸਾਨੂੰ ਪ੍ਰਾਊਡ ਹੋਣਾ ਚਾਹੀਦਾ, ਸਾਰਿਆਂ ਤੇ ਹੋਣਾ ਚਾਹੀਦਾ, ਜਿਹਨੂੰ ਵੀ ਤੁਸੀਂ ਬਿਲਕੁਲ। ਅਸੀਂ ਵੀ ਹਿੱਕ ਠੋਕ ਕੇ ਅੱਜ ਕਹਿੰਦੇ ਆ ਵੀ ਹਾਂ ਦਿੱਲੀ 'ਚ ਅੱਜ ਸ੍ਰੀ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਪਹਿਰਾ, ਅਸੀਂ ਕਹਿੰਦੇ ਹਾਂ ਹਿੱਕ ਠੋਕ ਕੇ। ਕਿਵੇਂ ਪਹਿਰਾ? ਉਹਦੇ ਸਿੱਖ, ਗੁਰੂ ਦੇ ਸਿੱਖ, ਉਹਨਾਂ ਦੀ ਸੋਚ ਤੇ ਅੱਜ ਪਹਿਰਾ ਦੇ ਰਹੇ ਨੇ, ਜਿਹੜੇ ਹਿਸਾਬ ਨਾਲ ਉਹਨਾਂ ਦੇ ਪਹਿਰਾ, ਉਹੀ ਪਹਿਰਾ ਚੱਲ ਰਿਹਾ। ਤੇ ਮੈਂ ਇੱਕ ਗੱਲ ਕਰਨੀ ਚਾਹੁੰਦਾ, ਮੈਂ ਇੱਥੇ ਗੱਲ ਤੁਹਾਡੀ ਕੱਟ ਕੇ ਕਰਦਾ ਹੈਗਾ। ਹਾਲਾਂਕਿ ਸਾਨੂੰ ਇਹ ਵੀ ਪਤਾ ਹੈ ਕਿ ਜਿਹਨਾਂ ਲਈ ਅਸੀਂ ਕਰਦੇ ਹਾਂ ਉਹਨਾਂ ਦੀ ਜਿਹੜੀ ਬਹੁਤ ਵੱਡੀ ਗਿਣਤੀ ਹੈਗੀ ਆ, ਉਹਨਾਂ ਨੇ ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਕੀਤਾ ਸੀਗਾ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤਾ ਸੀਗਾ, ਤੇ ਉਸ ਤੋਂ ਬਾਅਦ ਸਿੱਖਾਂ ਨੇ ਕੀਤਾ ਸੀ, ਉਹਨਾਂ ਨੇ ਕਦਰ ਨਹੀਂ ਪਾਈ ਤੇ ਨਾ ਉਹਨਾਂ ਨੇ ਪਾਉਣੀ ਹੈ। ਪਰ ਇੱਥੇ ਗੱਲ ਇਹ ਹੈਗੀ ਆ ਕਿ ਅਸੀਂ ਆਪਣਾ ਸੁਭਾਅ ਜਿਹੜਾ ਉਹ ਨਹੀਂ ਛੱਡਣਾ ਹੈਗਾ। ਚਲੋ ਮੈਂ ਇੱਥੇ ਹੀ ਚਲੋ ਇੱਕ ਕੋਟ ਕਰ ਦਿੰਦਾ, ਆਪਣੇ ਜਸਪਾਲ ਸਿੰਘ ਮੰਝਪੁਰ ਹੈਗੇ ਆ ਜੀ, ਇੱਕ ਪੋਸਟ ਪਾਈ ਤੇ ਇੱਕ ਆਪਣਾ ਹਿੰਦੂ ਭਰਾ ਕਹਿ ਰਿਹਾ ਵੀ ਮੈਂ ਅਰਦਾਸ ਕਰਦਾ ਵੀ ਆਹ ਦੇਖੋ ਮੇਰੇ ਦਰਾਂ ਤੇ ਖੜੇ ਨੇ, ਵੀ ਮੈਂ ਇਹਨਾਂ ਨੂੰ, ਚਲੋ ਉਹਨੇ ਪੈਸੇ ਵੀ ਦਿੱਤੇ ਉਹਨਾਂ ਨੂੰ ਜੋ ਖਾਲਸਾ ਏਡ ਵਾਲੇ ਆਏ, ਵੀ ਮੈਂ ਇਹਨਾਂ ਨੂੰ ਇੰਨੇ ਪੈਸੇ ਦਿੰਦਾ ਤੇ ਮੈਂ ਅਰਦਾਸ ਕਰਦਾ ਵੀ ਅਗਲੇ ਜਨਮ 'ਚ ਸਿੱਖਾਂ ਦੇ ਘਰੇ ਜਨਮ ਲਵਾਂ। ਤਾਂ ਉਹਨਾਂ ਨੇ ਥੱਲੇ ਬਹੁਤ ਸੋਹਣਾ ਕਮੈਂਟ ਕੀਤਾ, ਕਹਿੰਦੇ ਅਗਲੇ ਜਨਮ ਦਾ ਤਾਂ ਪਤਾ ਨਹੀਂ, ਤੂੰ ਆਹੀ ਬਦਲ ਲਾ ਪਤਾ। ਚਲੋ ਸਿੱਖ ਤਾਂ ਕੋਈ ਕਹਿੰਦਾ ਵੀ ਨਹੀਂ ਵੀ ਸਾਡੇ ਵਾਂਗੂ, ਜਾਂ ਕੋਈ ਸਾਡੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦਾ ਸੋਚ ਤੇ ਹੀ ਚੱਲ ਪੋ, ਚਾਹੇ ਕਿਸੇ ਵੀ ਧਰਮ ਨਾਲ ਤੁਸੀਂ ਰਹੋ, ਆਪਣੇ ਧਰਮ 'ਚ ਰਹੋ। ਸਾਡੇ ਕਨਵਰਜਨ ਤਾਂ ਹੈ ਹੀ ਨਹੀਂ, ਅਸੀਂ ਲੋਕਾਂ ਨੂੰ ਪੈਸੇ ਦੇ ਕੇ ਜਾਂ ਅਸੀਂ ਹੈਲਪ ਕਰਕੇ ਇਹ ਨਹੀਂ ਕਹਿੰਦੇ ਹੈਗੇ ਕਿ ਤੁਸੀਂ ਹੁਣ ਸਾਡੇ ਕੋਲ ਆ ਜਾਓ।
ਸਾਡੇ ਕੋਲ ਆ ਜਾਓ। ਜਾਂ ਇਹ ਵੀ ਨਹੀਂ ਕਹਿੰਦੇ ਵੀ ਹਾਂ ਸਿੱਖੀ ਸਰੂਪ ਜਾਂ ਆਪਾਂ ਅੰਮ੍ਰਿਤ ਛਕ ਕੇ ਜਾਂ ਹੋਰ ਆ। ਸਿੱਖ ਬਣਨ ਦਾ ਮੈਨੂੰ ਮਤਲਬ ਉਹੀ ਆ, ਗੁਰੂ ਦੀਆਂ ਸਿੱਖਿਆਵਾਂ ਤੇ ਜੇ ਚੱਲ ਪਵਾਉਣਾ ਠੀਕ ਆ। ਹਾਂ ਖਾਲਸਾ ਸਾਜਿਆ, ਅਸੀਂ ਉਹ ਕਹਿੰਦੇ ਆ, ਉਹ ਤੇ ਅਸੀਂ 100% ਖੜੇ ਆ। ਕਈ ਵਾਰ ਇਹ ਵੀ ਸਾਡੀ ਗੱਲ ਨੂੰ ਕਿਤੇ ਹੋਰ ਨਾ ਬਣਾ ਲੈਣ ਵੀ ਸਿੱਖ ਤਾਂ ਜੀ ਇਦਾਂ ਵੀ ਇਹ ਤਾਂ ਗੁਰੂ ਦੀ ਗੱਲ ਨੂੰ ਕੱਟ ਕੇ ਨਹੀਂ। ਜੋ ਸਾਨੂੰ ਗੁਰੂ ਨੇ ਸੰਪੂਰਨਤਾ ਦਿੱਤੀ ਆ ਗੁਰੂ ਗੋਬਿੰਦ ਸਿੰਘ ਜੀ ਤੱਕ, ਅਸੀਂ 100% ਉਸ ਨਾਲ ਸਹਿਮਤ ਹਾਂ। ਜਿਹੜਾ ਕਹਿਣ ਦਾ ਮਤਲਬ ਆ ਬਾਕੀ ਧਰਮਾਂ ਦੇ ਹੁੰਦੇ ਹੋਏ, ਕਿਉਂਕਿ ਜਿਹੜਾ ਉਪਦੇਸ਼ ਆ ਚੌ ਵਰਨਾ ਕੋ ਸਾਂਝਾ, ਸਾਡਾ ਉਹ ਉਪਦੇਸ਼ ਦੀ ਜੋ ਗੁਰੂ ਦੀ ਸਿੱਖਿਆਵਾਂ ਦੀ ਗੱਲ ਕਰਦੇ ਆ ਉਹਦੇ ਨਾਲ ਉਹ ਹਰੇਕ ਸਿੱਖ ਆ। ਜੈਸੇ ਗੁਰੂ ਸਾਹਿਬ ਨਾਲ ਕਹਿ ਲਓ ਪੰਜਵੇਂ ਪਾਤਸ਼ਾਹ ਨੇ ਜੋ ਮੁਸਲਮਾਨ ਤੋਂ ਇੱਕ ਨਿਉਰ ਖਾਈ ਆ, ਜਾਂ ਉਹਨਾਂ ਦੇ ਵੇਲੇ ਤੋਂ ਲੈ ਗੁਰੂ ਗੋਬਿੰਦ ਸਿੰਘ ਜੀ ਤੱਕ ਲੈ ਲਈ, ਉਹਨਾਂ ਨਾਲ ਜੰਗਾਂ ਵੀ ਲੜੀਆਂ, ਮੁਸਲਮਾਨਾਂ ਨੇ ਵੀ ਲੜੀਆਂ, ਹਿੰਦੂ ਵੀ ਨਾਲ ਸੀਗੇ। ਜੇ ਆਪਾਂ ਕਹਿੰਦੇ ਜਿਹੜੇ ਸਿੱਖ ਦੇ ਤੌਰ ਤੇ ਪੱਕੇ ਸਿੱਖ ਬਣ ਗਏ ਸੀ ਉਹ ਵੀ ਸੀਗੇ ਨਾਲ। ਤੇ ਅਸੀਂ ਉਹ ਬੇਸ ਤੇ ਗੱਲ ਕਰਦੇ ਹਾਂ ਵੀ ਇਸੇ ਜਨਮ ਚ ਜਸਪਾਲ ਸਿੰਘ ਮਾਨੀ ਬੋਲੇ, ਮੈਨੂੰ ਬੜੀ ਵਧੀਆ ਗੱਲ ਲੱਗੀ ਵੀ ਇਸੇ ਜਨਮ ਚ ਕਿਉਂ ਨਹੀਂ ਵੀ ਜੇ ਤੁਸੀਂ ਅਗਲੇ ਜਨਮ ਦੀ ਉਡੀਕ ਕਰਦੇ ਹੋ ਤੇ ਆਪਣੇ ਆਪ ਨੂੰ ਹੁਣੇ ਬਦਲੋ। ਉਹ ਜਿਹੜਾ ਸਿਸਟਮ ਆ ਜਿਹੜਾ ਉਸ ਮੁਲਕ ਨੂੰ ਢਾਹ ਲਾ ਰਿਹਾ, ਅਸੀਂ ਕਹਿੰਦੇ ਚਲੋ ਠੀਕ ਆ, ਅਸੀਂ ਆਪਣੇ ਬਾਰੇ, ਅਸੀਂ ਆਪਣੀ ਸਟੇਟ ਬਾਰੇ ਸੋਚਦੇ ਹਾਂ, ਆਪਣੀ ਕੌਮ ਬਾਰੇ ਸੋਚਦੇ ਹਾਂ। ਸਾਨੂੰ ਸੋਚਣਾ ਪੈਣਾ, ਕਿਉਂਕਿ ਜੇ ਤੁਸੀਂ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਤਾਂ ਤੁਹਾਡਾ ਕੋਈ ਖਿੱਤਾ ਜਾਂ ਤੁਹਾਡੇ ਕੋਈ ਪਕੜ ਹੋਣੀ ਚਾਹੀਦੀ ਆ। ਉਹਦੇ ਨਤੀਜੇ ਸਾਹਮਣੇ ਆ ਸਾਡੇ। ਜਿੰਨਾ ਚਿਰ ਰਾਜ ਰਹਿੰਦੇ ਆ ਉਹਨਾਂ ਚਿਰ ਤੁਹਾਡੀ ਪ੍ਰਫੁੱਲਤਾ ਜੇ ਨਹੀਂ ਹੈਗੀ ਤਾਂ ਜਾਂਦੇ ਆ, ਤਾਂ ਦੁਨਿਆਵੀ ਇਤਿਹਾਸ ਆ। ਸੋ ਬਾਕੀ ਅਸੀਂ ਭਾਰਤ ਦਾ ਵੀ ਸੁੱਖ ਮੰਗਦੇ ਆ, ਉਹਨੂੰ ਵੀ ਤੁਸੀਂ ਵਧੀਆ ਬਣਾਉਣਾ। ਜੇ ਤੁਸੀਂ ਆਹੀ ਸੋਚ ਜਿਹੜੀ ਅੱਜ ਲੈ ਕੇ, ਜਿਹਨੂੰ ਸਾਰੀ ਦੁਨੀਆ ਅੱਜ ਤੋਏ ਕਰ ਰਹੀ ਆ ਸਿਰਫ ਵੋਟਾਂ ਖਾਤਰ, ਹਿੰਦੂਤਵਾ ਖਾਤਰ ਜਾਂ ਹੋਰ, ਉਹਨਾਂ ਨੇ ਜੋ ਦੇਸ਼ ਦੀ ਹਾਲਤ ਬਣਾ ਚੁੱਕੀ ਆ ਕਿ ਉਹ ਵੋਟਾਂ ਕਾਹਦੇ ਖਾਤਰ ਲੈਣੀਆਂ ਚਾਹੁੰਦੇ ਨੇ। ਉਹ ਚਾਹੁੰਦੇ ਹੌਲੀ ਹੌਲੀ ਸਾਰੇ ਦੇਸ਼ ਤੇ ਕਬਜ਼ਾ ਕਰਕੇ ਆਪਣੀ ਸੋਚ ਨੂੰ ਪੱਕਾ ਕਰੀਏ। ਉਹਦੇ ਲਾਲਚ ਚ ਇਹਨਾਂ ਨੇ ਕਿੱਥੇ ਤੱਕ ਕਰੋਨਾ ਕੀ ਹਾਲਤ ਕਰਤੀ ਦੇਸ਼ ਦੀ, ਉਸ ਦੇਸ਼ ਦੀ। ਜੇ ਆਪਾਂ ਹੁਣ ਕਰੀਏ, ਹੁਣ ਇਹ ਗੱਲ ਮੰਨਣੀ ਪਊ ਸਾਨੂੰ 100%, ਜਿਹੜੀ RSS ਆ ਉਹ ਜਿਹੜਾ ਪੈਸਾ ਇਕੱਠਾ ਕਰਦੀ ਆ ਉਹ ਲੋਕਾਂ ਦੀ ਬਰਬਾਦ ਕਰਨ ਲਈ ਕਰਦੀ ਆ। ਸਾਡੇ ਸਾਹਮਣੇ ਆ, ਇੱਕ ਨਹੀਂ ਬਹੁਤ ਗੱਲਾਂ ਨੇ। ਪ੍ਰਤਿਗਿਆ ਠਾਕਰ ਜਾਂ ਸੀਮਾ ਆਨੰਦ ਜਾਂ ਹੋਰ ਕਿੱਡੇ ਉਹਦੇ ਸੰਗਠਨ ਨੇ, ਅੱਡ ਜਥੇਬੰਦੀਆਂ ਨੇ। ਜਿਹੜੀ ਸਿੱਖ ਕੌਮ ਇਕੱਠਾ ਕਰਦੀ ਆ ਪੈਸਾ, ਉਹ ਆਬਾਦ ਕਰਨ ਲਈ ਕਰਦੀ ਆ। ਦੇਖੋ ਤੁਸੀਂ ਦਿਨ ਤੇ ਰਾਤ ਦਾ ਕਿਵੇਂ ਫਰਕ ਆ, ਸਾਡੇ ਸਾਹਮਣੇ ਆ ਇਹ ਗੱਲਾਂ। ਤੇ ਹੁਣ ਅਸੀਂ ਕਹਿੰਦੇ ਆ ਜੀ ਸਾਨੂੰ RSS ਘਸਪੈਠ ਕਰ ਗਈ, ਜਾਂ ਸਾਡੇ ਕਰ ਗਈ, ਜਾਂ ਮੁਸਲਮਾਨਾਂ ਦੇ ਕਰ ਗਈ। ਘਸਪੈਠ ਕਰਕੇ ਕਰਨਾ ਕੀ ਆ, ਉਹਨਾਂ ਨੂੰ ਥੋੜੀਆਂ ਜੜ੍ਹਾਂ ਵੱਢਣੀਆਂ। ਬਿਲਕੁਲ। ਤੇ ਅੱਜ ਸਿੱਖ ਕੀ ਕਰ ਰਹੇ ਆ? ਹਾਂ, ਫੋਕਸ ਸਾਨੂੰ ਇਹ ਕਰਨਾ ਚਾਹੀਦਾ ਕਿ ਅਸੀਂ ਕੀ ਕਰਨਾ ਹੈਗਾ, ਅਸੀਂ ਕੀ ਕਰਨਾ ਹੈਗਾ। ਪਰ ਅਸੀਂ ਤਾਂ ਇਦਾਂ ਹੁਣ ਮੁਹਤਾਜ ਹੋ ਗਏ ਆ ਕਿ ਇੰਨੇ ਕੁ ਮੁਹਤਾਜ ਹੋ ਗਏ ਆ ਕਿ ਜੇ ਸਾਡੀ ਕੋਈ ਮਾੜੀ ਜਿਹੀ ਵੀ ਗੱਲ ਕਰਦਾ, ਭਾਵੇਂ ਉਹ ਕਿਸੇ ਪਾਸੇ ਲੱਗੇ ਬਿਨਾਂ, ਅਸੀਂ ਉਹਨੂੰ ਚੱਕ ਲੈਂਦੇ ਹਾਂ, ਉਹਨੂੰ ਸਰੋਪੋ ਦੇਣ ਲੱਗ ਪੈਂਦੇ ਹੈਗੇ ਆ, ਉਹਨੂੰ ਬਹੁਤ ਉੱਚਾ ਚੱਕ ਲੈਂਦੇ ਹੈਗੇ ਆ। ਤੁਸੀਂ ਹੁਣ ਦੇਖਿਆ ਸਾਡੇ ਜਥੇਦਾਰ, ਸੋ ਕਾਲ ਜਥੇਦਾਰ ਜਿਹੜੇ ਆ, ਬਿਲਕੁਲ ਇਹਦੇ ਤੇ ਵੀ ਗੱਲਾਂ ਕਰਾਂਗੇ ਆਪਾਂ। ਬਿਲਕੁਲ ਇਹਨਾਂ ਦੇ ਇਸ ਸਟੇਜ ਤੇ ਵੀ ਗੱਲਾਂ ਕਰਾਂਗੇ ਆਪਾਂ। ਇੱਕ ਪੁਆਇੰਟ ਥੋੜਾ ਜਿਹਾ ਹੋਰ ਪਿਛਲੀ ਗੱਲ ਦਾ ਲੈ ਲਈ, ਆਪਣੇ 15 ਮਿੰਟ ਰਹਿੰਦੇ ਆ, ਫਿਰ ਆਪਾਂ ਇਹ ਗੱਲ ਤੇ ਵੀ ਆਉਂਦੇ ਹਾਂ ਜੋ ਇਹ ਗਤੀਵਿਧੀ ਹੋਈ ਆ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ। ਹੁਣ ਜੇ ਆਪਾਂ ਇਹ ਗੱਲ ਕਰੀਏ, ਹੁਣ ਮੈਂ ਤਾਂ ਚਲੋ 2-4% ਸਾਡੇ 'ਚ ਵੀ ਹੋਣਗੇ ਜਿਹੜੇ ਇਸ ਟਾਈਮ ਮੁਨਾਫਾ ਭਾਲਦੇ ਹੋਣਗੇ, ਸ਼ਾਇਦ ਹੋਣ, ਆਪਾਂ ਮੰਨ ਲੈਂਦੇ ਹਾਂ ਚਲੋ, ਹਨਾ। ਪਰ ਮੈਨੂੰ ਲੱਗਦਾ ਵੀ ਦੂਜਿਆਂ ਨੂੰ ਦੇਖ ਕੇ ਉਹ ਵੀ ਥੋੜਾ ਜਿਹਾ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦੇ ਹਟ ਹੀ ਜਾਂਦੇ ਆ। ਪਰ ਜੇ ਆਪਾਂ ਦੂਜੇ ਪੱਖ ਤੋਂ ਦੇਖੀਏ, ਜੋ ਭਾਰਤ ਦੀ ਅੱਜ ਹਾਲਤ ਆ, ਕਿਸ ਤਰ੍ਹਾਂ ਉੱਥੇ ਲੁੱਟ ਮੱਚੀ ਹੋਈ ਆ। ਤੁਸੀਂ ਚਲੋ ਐਂਡ ਦੀ ਗੱਲ ਕਰ ਲਓ ਤੁਸੀਂ, ਜਿਹਦੇ ਤੇ ਉਹਨਾਂ ਨੂੰ ਮਾਣ ਆ ਸਾਰੇ ਸਿਸਟਮ ਤੇ, ਆਪਦੇ ਤੇ। ਸਾਡੇ ਸਿੱਖ ਤਾਂ ਘਰਾਂ 'ਚ ਫਿਰਦੇ, ਆਪਦੇ ਮੂੰਹ ਤੇ ਪੜ ਕੇ ਬਣੀ। ਉਹ ਜਿਹੜਾ ਵੀਰ ਲਾਸ਼ਾਂ ਨੂੰ ਸੰਸਕਾਰ ਕਰ ਰਿਹਾ ਉਹ ਆਪ ਵੀ ਕਰੋਨਾ ਪੀੜਤ ਹੋ ਗਿਆ। ਜਿਨ੍ਹਾਂ ਤੇ ਇਹ ਮਾਣ ਕਰਦੇ ਆ, ਉਹ ਜਿਹੜਾ ਇਹਨਾਂ ਸੀਰਮ ਇੰਸਟੀਚਿਊਟ ਜਿਹੜਾ ਦਵਾਈਆਂ ਬਣਾ ਰਿਹਾ, ਸਾਰਾ ਲਾਣਾ ਉਹ ਆਪਣੇ ਜਹਾਜ਼ ਚੱਕ ਕੇ ਵਿਦੇਸ਼ਾਂ 'ਚ ਆ ਵੜਿਆ। ਦੇਖੋ ਤੁਸੀਂ ਜਿੰਨੇ ਅਮੀਰ ਆ ਸਿੱਖ ਉੱਥੇ ਦਰਾਂ 'ਚ ਫਿਰਦੇ ਆ, ਲੋਕਾਂ ਦੇ ਘਰਾਂ 'ਚ ਫਿਰਦੇ ਆ ਤੁਰੇ। ਤੇ ਕਿਹੋ ਜਿਹੀਆਂ ਵੀਡੀਓ ਆ ਰਹੀਆਂ, ਇੱਕ ਮਾਈ ਠੀਕ ਹੋ ਗਈ ਕਰੋਨਾ ਤੋਂ, ਉਹਦੇ ਜਵਾਕਾਂ ਨੇ ਸਾਰਾ ਘਰ ਉਹਦੇ ਨਾਲ, ਕੋਠੀ ਬੜੀ ਤਕੜੀ, ਸਾਰਾ ਕੁਝ ਉਹਦੇ ਘਰ ਦੇ ਉਹਨੂੰ ਅੰਦਰ ਨਹੀਂ ਵੜਨ ਦੇ ਰਹੇ। ਸਮਝਗੇ? ਦਵਾਈਆਂ ਦੀ ਕੀ ਹਾਲਤ ਕਰਤੀ, ਕਿਵੇਂ ਮਹਿੰਗਾ, ਕੋਈ ਸਿਲੰਡਰ ਵੇਚ ਰਿਹਾ ਬਲੈਕ ਕਰਕੇ। ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਕਿਸਾਨੀ ਦਾ ਜਿਹੜਾ ਮੋਰਚਾ ਲੱਗਿਆ, ਵੀ ਜਦੋਂ ਇਹ ਉਹਨਾਂ ਦੇ ਹੱਥ 'ਚ ਚਲਾ ਗਿਆ, ਤੁਹਾਡੀ ਹਾਲਤ ਜਿਹੜੀ ਹੋਣੀ ਆ, ਇਹਦੇ ਤੋਂ ਅੰਦਾਜ਼ਾ ਲਾ ਲਓ ਜਿਹੜੀ ਖਾਣ ਦੀ ਤੁਹਾਡੀ ਹਾਲਤ ਹੋਣੀ ਆ ਕਿਸ ਤਰ੍ਹਾਂ। ਬਲੈਕ ਜੇ ਮੰਨ ਲਓ ਅਸੀਂ ਕਹਿੰਦੇ ਆ ਵੀ ਆਹ ਸਾਲ ਆਪਾਂ ਜਿਵੇਂ ਅੱਗੇ ਪੁਰਾਣੇ ਟਾਈਮ 'ਚ ਕਹਿੰਦੇ ਕਾਲ ਪੈ ਗਿਆ, ਇਹਨਾਂ ਨੇ ਸਾਰਾ ਕਾਊਂਟ ਕਰਕੇ ਉਨੀ ਫਸਲ ਬੀਜਣੀ ਆ, ਉਨਾ ਹੀ ਸਿਸਟਮ ਕਰਨਾ, ਉਨੀ ਉਹ ਫਸਲ ਲੈਣੀ ਆ ਜਿੰਨੀ ਇਹਨਾਂ ਨੂੰ ਭੰਡਾਰ ਲਈ ਜਾਂ ਜਿੰਨੀ ਇਹਨਾਂ ਦੀ ਖਪਤ ਹੋਣੀ ਆ ਉਹ ਸਾਲ ਦੇ ਵਿੱਚ। ਅੰਕੜੇ ਜਿਵੇਂ ਆਪਾਂ ਕਹਿੰਦੇ ਜਿਵੇਂ ਕਾਰਪੋਰੇਟ ਸਿਸਟਮ ਦੇ ਹਿਸਾਬ ਨਾਲ ਕਹਿੰਦੇ ਉਨੀ ਪ੍ਰੋਡਕਸ਼ਨ ਕਰਨੀ ਆ ਜਿੰਨੀ ਉਹਦੀ ਖਪਤ ਆ। ਬਿਲਕੁਲ। ਮੰਨ ਲਓ ਕਿਤੇ ਪ੍ਰੋਡਕਸ਼ਨ 'ਚ ਕੋਈ ਪ੍ਰੋਬਲਮ ਆ ਗਈ ਤੇ ਉਹ ਖਪਤ ਕਿੱਥੋਂ ਲੈਣੀ, ਉਹ ਬਾਹਰੋਂ ਲਿਆਉਣੀ ਆ। ਬਾਹਰੋਂ ਲਿਆ ਕੇ ਤੁਹਾਨੂੰ ਕੀ ਆ, ਫਿਰ ਉਹ ਤੁਹਾਨੂੰ ਪਤਾ ਕਿਹੜੇ ਰੇਟਾਂ 'ਚ ਮਿਲਣੀ ਆ ਜਾਂ ਕੀ ਮਿਲਣਾ। ਵੀ ਇਹ ਜਦੋਂ ਇਹਨਾਂ ਦੇ ਸਿਸਟਮ ਆ ਗਿਆ, ਇਹੀ ਰੌਲਾ ਕਿਸਾਨੀ ਦਾ,
ਇਹ ਸਾਨੂੰ ਸਾਰੀਆਂ ਗੱਲਾਂ ਸਮਝਣੀਆਂ ਪਰ ਚਾਹੀਦੀਆਂ। ਹੁਣ ਆਪਾਂ ਵਧੀਆ ਨਰਿੰਦਰ ਸਿੰਘ ਜੀ ਇਹ ਆਉਣਾ ਹੀ ਆਉਣਾ ਹੈਗਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਜੇ ਰੋਕ ਸਕਦਾ ਤੇ ਉਹ ਫਿਰ ਜਿੰਨਾ ਚਿਰ ਕੀ ਕਹਿੰਦੇ ਹੁੰਦੇ ਤਲਵਾਰ ਦੇ ਮੁੱਠੇ ਦੇ ਹੱਥ ਨਹੀਂ ਨਾ ਜਾਂਦਾ ਉਹਨਾਂ ਚਿਰ ਉਹ ਉਦੋਂ ਹੀ ਰੁਕਦਾ। ਬਿਲਕੁਲ ਜੋ ਮਰਜ਼ੀ ਕਰ ਲਓ ਤੁਸੀਂ। ਨਾਲੇ ਉਹਨਾਂ ਨੇ ਕੋਈ ਇਲੀਗਲ ਥੋੜ੍ਹੀ ਕੀਤਾ ਹੈਗਾ। ਜਿਹੜੇ ਲੋਕ ਆ ਲੋਕਾਂ ਦੀਆਂ ਵੋਟਾਂ ਨਾਲ ਚੁਣ ਕੇ ਬਣੇ ਹੋਏ ਹੈਗੇ, ਉਹਨਾਂ ਨੇ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਤੁਸੀਂ ਚੁਣ ਕੇ ਭੇਜੇ ਹੈਗੇ, ਉਹਨਾਂ ਨੇ ਉੱਤੇ ਸਹਿਮਤੀ ਪ੍ਰਗਟ ਕੀਤੀ ਹੈਗੀ ਹੈ। ਤੇ ਜੇ ਕੋਈ ਕਹਿੰਦਾ ਨਹੀਂ ਕੀਤੀ ਫਿਰ ਉਹਨਾਂ ਨੂੰ ਕਹੋ ਅਸਤੀਫੇ ਦਿਓ। ਤੁਸੀਂ ਉਹ ਵੀ ਇਹ ਵੀ ਗੱਲ ਨਹੀਂ ਕਹਿ ਰਹੇ ਲੀਡਰਸ਼ਿਪ ਅਸਤੀਫੇ ਦੇਖੋ, ਮੈਂ ਕਹਿੰਦਾ ਵੋਟਾਂ ਪਾਉਣ ਤੋਂ ਪਹਿਲਾਂ ਜਿਹੜੀਆਂ ਗੱਲਾਂ ਸਾਨੂੰ ਸੋਚਣ ਦੀਆਂ, ਅੱਜ ਜਿਹੜੇ ਭਾਰਤ ਦੇ ਵਿੱਚ ਆਪਾਂ ਸਾਰੇ ਭਾਰਤ ਦੀ ਗੱਲ ਕਰਦੇ ਹਾਂ, ਜਿਹੜੀਆਂ ਸੋਚਣ ਦੀਆਂ ਗੱਲਾਂ, ਕਿਉਂਕਿ ਅਸੀਂ ਮਨੁੱਖਤਾ ਦਾ ਭਲਾ ਚਾਹੁੰਦੇ ਹਾਂ। ਠੀਕ ਆ, ਸਾਡਾ ਅਸੀਂ ਆਪਣੀ ਕੌਮ ਦਾ ਸਾਡੇ ਪੱਖੀ ਤੱਕ ਜੇ ਅਸੀਂ ਮਨੁੱਖਤਾ ਦੇ ਭਲੇ ਸੋਚੀਏ, ਭਾਰਤ ਦੇ ਲੋਕਾਂ ਨੂੰ ਅੱਜ ਸੋਚਣ ਦੀ ਜੋ ਗੱਲ ਆ, ਹੁਣ ਜੇ ਦੇਖੀਏ ਮੋਦੀ ਕੇਅਰ ਫੰਡ ਆ, ਉਹਦਾ ਕੋਈ ਆਡਿਟ ਨਹੀਂ ਕਰ ਸਕਦਾ, ਕੋਈ ਉਹਦੇ ਬਾਰੇ ਪੁੱਛ ਨਹੀਂ ਸਕਦਾ। ਜਿਹੜਾ ਪਾਰਟੀਆਂ ਨੂੰ ਫੰਡ ਆਉਂਦਾ ਉਹਦੇ ਬਾਰੇ ਕੋਈ ਨਹੀਂ ਪੁੱਛ ਸਕਦਾ। ਜੇ ਤੁਸੀਂ $200 NGO ਨੂੰ ਕਿਸੇ ਨੂੰ ਦੇਣਾ ਨਾ, ਕੋਈ ਬਾਹਰੋਂ ਚਲਿਆ ਗਿਆ, ਉਹਦੀ ਤੁਹਾਨੂੰ ਸਾਰਾ ਕੁਝ ਲਿਖਤੀ, ਸਾਰਾ ਕੁਝ ਕੱਲੀ ਚੀਜ਼ ਦੇਣੀ ਪਊ। ਤੁਸੀਂ ਦੇਖੋ ਕਿੱਧਰ ਨੂੰ ਜਾ ਰਿਹਾ ਮੁਲਕ। ਕਿਉਂ ਨਹੀਂ ਇਹ ਲੋਕ ਹੁਣ, ਮੈਂ ਕਹਿੰਦਾ ਭਾਰਤ ਦੇ ਲੋਕਾਂ ਨੂੰ ਉੱਠ ਕੇ ਜਿਹੜੀਆਂ ਸਿੱਖ ਸੰਸਥਾਵਾਂ NGO ਜਿਨ੍ਹਾਂ ਤੇ ਤਰ੍ਹਾਂ ਦੇ ਕਿਤੇ ਅੱਤਵਾਦੀ ਕਿਤੇ ਬਿਆਨ ਲਾਏ ਜਾਂਦੇ ਆ, ਉਹਨਾਂ ਦੇ ਸਿੱਧਾ ਨਾਲ ਖੜ ਜਾਣਾ ਚਾਹੀਦਾ ਵੀ ਭਾਈ ਇਹਨਾਂ ਨੂੰ ਜੋ ਵੀ ਫੰਡ ਆਉਂਦਾ, ਜਿੱਥੋਂ ਵੀ ਆਉਂਦਾ, ਜਿਹੜਾ ਉਹਦੇ ਖਿਲਾਫ ਜਾਂ ਉਹ ਕਰਨ ਦੀ ਗੱਲ ਕਰੂ ਵੀ ਅਸੀਂ ਉਹਨੂੰ ਵੋਟ ਨਹੀਂ ਪਾਉਣੀ, ਵੀ ਇਹ ਗੱਲਾਂ ਸਾਹਮਣੇ, ਤੇ ਅਸੀਂ ਵੋਟਾਂ ਉਹਨਾਂ ਨੂੰ ਪਾਉਣੀਆਂ ਜਿਹੜਾ ਠੀਕ ਆ ਬਾਅਦ ਚ ਮੁੱਕਰਦੇ ਆਉਂਦੇ ਆ। ਫਿਰ ਉਹਨਾਂ ਦੇ ਗੱਲ ਉਹੀ ਆ, ਫਿਰ ਵਿਗੜੇ ਤਿਗੜਿਆਂ ਦਾ ਡੰਡਾ ਪੀਰ, ਜਿਵੇਂ ਹੁਣ BJP ਵਾਲਿਆਂ ਦੇ 76 ਪੈ ਰਿਹਾ ਪਿੰਡਾਂ 'ਚ, ਇਹ ਹਾਲ ਹੋਣਾ ਚਾਹੀਦਾ। ਪਰ ਨਰਿੰਦਰ ਸਿੰਘ ਜੀ, ਸਾਡਾ ਵੀ ਦੋਗਲਾਪਨ ਆ ਕਿਤੇ ਨਾ ਕਿਤੇ। ਸਾਡੀਆਂ ਬਹੁਤ ਗਲਤੀਆਂ ਹੈਗੀਆਂ ਜਿਹੜੀਆਂ ਅਸੀਂ ਮੰਨਦੇ ਨਹੀਂ ਹੈਗੇ। ਇੱਕ ਪਾਸੇ ਅਸੀਂ ਕਹਿ ਰਹੇ ਹੈਗੇ ਆ ਕਿ ਜਿਹੜੀ ਉਹ EVM ਮਸ਼ੀਨ ਆ ਉਹ ਹੀ ਸਾਰਾ ਕੁਝ ਕਰਦੀ ਹੈਗੀ ਆ। ਦੂਸਰੇ ਪਾਸੇ ਅਸੀਂ ਕੰਪੇਨ ਕਰ ਰਹੇ ਹਾਂ ਕਿ ਆਪਾਂ ਇਹਨੂੰ ਨਹੀਂ ਜਿਤਾਉਣਾ, ਇਹਨੂੰ ਜਿਤਾਉਣਾ ਹੈਗਾ। ਫਿਰ ਅਸੀਂ ਉਹਨੂੰ ਜਿਤਾ ਵੀ ਦਿੰਦੇ ਹੈਗੇ ਆ। ਫਿਰ ਉਹ ਸਾਡਾ ਕਿੱਦਾਂ ਰਹਿੰਦਾ ਹੈਗਾ ਵੀ ਮਤਲਬ ਜੇ ਅਸੀਂ ਇੱਕ ਪਾਸੇ ਤਾਂ ਕਹਿ ਰਹੇ ਹੈਗੇ ਕਿ ਇਹ EVM ਮਸ਼ੀਨ ਵਰਕ ਕਰਦੀ ਹੈ, ਤੇ ਫਿਰ ਜਦੋਂ ਉਹ ਬਣਾ ਦਿੰਦੇ ਫਿਰ ਤੁਸੀਂ ਇਹ ਕਹਿੰਦੇ ਹੈਗੇ ਉਹ ਇੰਨਾ ਕੁ ਕਰ ਲੈਂਦੇ ਬੈਲੈਂਸ ਕਿ ਸਾਡਾ ਪਰਦਾ ਢਕਿਆ ਰਵੇ। what are you trying to say? ਜੀ ਗੱਲ ਜਿੱਥੇ ਆ ਕੇ ਮੁੱਕਣੀ ਹੈਗੀ ਆ ਕਿ ਰਿਗਾਰਡਲੈਸ ਕਿਹਨੇ ਬਣਨਾ, ਜਿਹੜਾ ਮਰਜ਼ੀ ਬਣੇ, ਲੋਕਾਂ ਦਾ ਆਪਣਾ ਹੱਕ ਆ ਜਿਹਨੂੰ ਵੋਟ ਪਾਉਣ, ਪਰ ਅਸੀਂ ਆਹ ਹੱਕ ਲੈ ਕੇ ਛੱਡਣਾ ਹੈਗਾ। ਇਹ ਜਿੱਦਾਂ ਵੀ ਮਿਲੂਗਾ ਅਸੀਂ ਉੱਦਾਂ ਹੀ ਲੈ ਲੈਣਾ। ਇਹ ਨਹੀਂ ਹੈਗਾ ਕਿ ਇੱਦਾਂ ਮਿਲੂਗਾ ਤਾਂ ਅਸੀਂ ਲੈ ਲੈਣਾ, ਜੇ ਇੱਦਾਂ ਕਰਨਾ ਪਿਆ ਫਿਰ ਅਸੀਂ ਘਰ ਨੂੰ ਚੱਲ ਜਾਵਾਂਗੇ। ਜਿੰਨਾ ਚਿਰ ਇਸ ਗੱਲ ਦਾ ਸਰਕਾਰ ਨੂੰ ਪਤਾ ਹੈ ਕਿ ਤੁਸੀਂ ਚਲੇ ਜਾਣਾ ਹੈਗਾ, ਫਿਰ ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਬਿਕੋਜ਼ ਤੁਹਾਡਾ ਆਪਣੇ ਆਪ ਦੇ ਵਿੱਚ ਤੁਹਾਡੀ ਕੋਈ ਅੰਡਰਸਟੈਂਡਿੰਗ ਨਹੀਂ ਹੈਗੀ। ਡਬਲ ਤੁਹਾਡੇ ਨਿਸ਼ਾਨੇ ਹੈਗੇ ਆ। ਜੇ ਕਿਤੇ ਤੁਸੀਂ ਆਪ ਹਰਦੇ ਆ, ਤੁਸੀਂ ਕਹਿੰਦੇ EVM ਨੇ ਹਰਾਤਾ, ਰਾਈਟ। ਜੇ ਤੁਸੀਂ ਜਿੱਤ ਜਾਂਦੇ ਆ ਫਿਰ ਤੁਸੀਂ ਸੋਚਦੇ ਆ ਕਿ ਉਹ ਅਸੀਂ ਕੰਪੇਨ ਹੀ ਬਹੁਤ ਕੀਤੀ ਸੀਗੀ। ਸੋ ਇੱਕ ਗੱਲ ਤੇ ਆ ਜਾਓ, ਜਾਂ ਤਾਂ ਕਹੋ ਕਿ ਲੋਕ ਜਿਹੜੇ ਹੈਗੇ ਆ ਉਹਨਾਂ ਦੀ ਬਹੁਤ ਗਿਣਤੀ ਉਹ ਜਿਹੜੀ ਭਾਰਤ ਦੀ ਜਿਹੜੀ ਉਹ ਹਿੰਦੂਤਵਾ ਜਿਹੜੀ ਆਈਡੀਓਲੋਜੀ ਹੈਗੀ ਆ ਉਹਦੇ ਨਾਲ ਜੁੜੇ ਹੈਗੇ ਆ, ਅਤੇ ਉਹਨਾਂ ਲੋਕਾਂ ਨੂੰ ਮਨੁਸਮ੍ਰਿਤੀ ਲਾਗੂ ਕਰਨ ਦੇ ਲਈ ਉਹਨਾਂ ਨੇ ਸ਼ਾਦੀ ਦਿੱਤੀ ਹੈਗੀ, ਅਤੇ ਉਹਨੇ ਕਰਨੀ ਹੈਗੀ ਆ। ਤੁਸੀਂ ਆਪਣੀ ਕੰਪੇਨ ਕਰੋ ਤੇ ਰੌਲਾ ਨਹੀਂ। ਮੈਂ ਕੰਪੇਨ ਦੀ ਗੱਲ ਬਾਬਾ ਜੀ, ਗੱਲ ਇੱਦਾਂ ਸਿੰਘ ਸਾਹਿਬ ਵੀ ਜੇ ਆਪਾਂ ਦੇਖੀਏ ਇਹਨਾਂ ਦਾ ਸਿਸਟਮ ਹੀ ਤੁਸੀਂ ਸਮਝ ਨਹੀਂ ਸਕਦੇ। ਹੁਣ ਦੇਖੋ ਪਿਛਲੇ ਮਹੀਨੇ ਦੇ ਵਿੱਚ ਡਵਾਲ ਦੀ ISI ਜਿਹਨੂੰ ਇਹ ਪਾਣੀ ਪੀ ਨਿੰਦਦੇ ਆ, ਉਹਦੇ ਨਾਲ ਦੁਬਈ 'ਚ ਮੀਟਿੰਗ ਹੁੰਦੀ ਆ, ਪਰ ਇੱਥੇ ਭਾਰਤ 'ਚ ਬਿਆਨ ਆ ਪਾਕਿਸਤਾਨ ਨੂੰ ਫੂਕ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਕਿਉਂ? ਇਹ ਜਿਹੜੇ ਅੱਜ ਕੱਲ੍ਹ ਦੀ ਖਬਰ ਆ, ਪਾਕਿਸਤਾਨ ਦੇ ਜਿਹੜੇ ਵੱਡੇ ਅਧਿਕਾਰੀ ਆ, ਪੁਲਿਸ ਅਧਿਕਾਰੀ, ਉਹਨਾਂ ਨੇ ਆਪਣੇ ਪੱਤਰਕਾਰਾਂ ਨੂੰ ਦੱਸੀ ਆ ਵੀ ਡਵਾਲ ਨਾਲ ਸਾਡੀ ਹਰ ਮਹੀਨੇ ਲਗਭਗ ISI ਦੀ ਸਾਡੀ ਦੁਬਈ ਦੇ ਵਿੱਚ ਮੀਟਿੰਗ ਹੁੰਦੀ ਰਹਿੰਦੀ ਹੈ। ਡਵਾਲ ਕੌਣ ਆ? ਮੁੱਖ ਮੰਤਰੀ ਦਾ ਸਲਾਹਕਾਰ, ਤੇ ਜਿਹੜਾ ਪਹਿਲਾਂ ਜਿਹਨੇ ਘੱਟ ਗਿਣਤੀਆਂ ਦਾ ਘਾਣ ਕਰਾਉਣ ਲਈ ਉਹ ਮੋਹਰੀ ਰਿਹਾ ਬੰਦਾ, ਜਿਹੜਾ ਮਾਸਟਰ ਮਾਈਂਡ ਕਹਿ ਲਓ ਉਹਨੂੰ, ਹਨਾ, ਜਿੰਨੇ ਵੀ ਉਹਦੇ ਪ੍ਰੋਗਰਾਮ ਕਸ਼ਮੀਰ 'ਚ ਜਿਹੜਾ 300 ਇਹ ਇਕੱਲਾ ਉਹਦੇ ਪਿੱਛੇ ਭੱਜਿਆ ਫਿਰਦਾ, ਇਕੱਲਾ ਮਾਸਟਰ ਮਾਈਂਡ ਆ ਇਹ। ਉਹਨੂੰ ਇਹ ਆਪਣਾ ਦੇਸ਼ ਬਹੁਤ ਵੱਡਾ ਦੇਸ਼ ਭਗਤ ਕਹਿ ਕੇ ਗਰਦਾਨ ਰਹੇ ਆ। ਹੁਣ ਜੋ ਉਹਨੂੰ ਮੂਹਰੇ ਕਰ ਰਿਹਾ, ਮੈਨੂੰ ਤਾਂ ਇਹ ਲੱਗਦਾ ਕਿ ਮੋਦੀ ਤੋਂ ਬਾਅਦ ਕਿਵੇਂ ਪ੍ਰਧਾਨ ਮੰਤਰੀ ਦੇ ਤੌਰ ਤੇ ਉਹਨੂੰ ਨਾ ਲੈ ਆਉਣ। ਇਹ ਵੀ ਹੋ ਸਕਦਾ ਜਿਹੜੇ ਹਿਸਾਬ ਨਾਲ ਉਹਨੂੰ ਉਹ ਕਰ ਰਿਹਾ। ਵੀ ਇਹੀ ਗੱਲਾਂ ਤੋਂ ਸਾਨੂੰ ਸਮਝਣ ਦੀ ਲੋੜ ਆ ਉਹ ਖਿੱਤੇ ਨੂੰ, ਵੀ ਉਹ ਖਿੱਤੇ ਨੂੰ ਕਿੱਧਰ ਨੂੰ ਲਿਜਾਇਆ ਜਾ ਰਿਹਾ, ਤੇ ਆਉਣ ਵਾਲੀਆਂ ਘਟਨਾ ਆਪ ਦੇਖੋ। ਮੈਂ ਜਿਹੜੀ ਗੱਲ ਕੀਤੀ ਆ, ਇਹ ਕੋਈ ਉੱਦਾਂ ਦੀ ਖਬਰ ਨਹੀਂ। ਦੇਖੋ ਤੁਸੀਂ ISI ਨਾ ਦੁਬਈ ਦੇ ਵਿੱਚ ਉਹਦੀਆਂ ਮੀਟਿੰਗਾਂ ਹੋ ਰਹੀਆਂ ਲਗਾਤਾਰ, ਤੇ ਅੰਦਰ ਖਾਤੇ ਬਾਹਰ ਕੀ ਬਿਆਨ ਆ ਰਹੇ ਨੇ, ਫੂਕ ਦਿਆਂਗੇ, ਉਹ ਕਰ ਦਿਆਂਗੇ, ਆਹ ਕਰ ਦਿਆਂਗੇ। ਸਾਨੂੰ ਇਹਨਾਂ ਦੀ ਸੋਚ ਤੋਂ ਸਮਝ ਕੇ ਸਬਕ ਲੈਣ ਦੀ ਲੋੜ ਆ। ਹੁਣ ਆਪਾਂ ਵਧੀਆ ਅੱਗੇ ਜਿਹੜਾ ਆਪਣਾ ਜੋ ਧਾਰਮਿਕ ਵਿਸ਼ਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬੇਅਦਬੀ ਹੋਈ ਉਹ ਕਾਂਡ ਤੇ ਲੈ ਕੇ ਜੋ ਸਿਆਸਤ ਵੀ ਕਰ ਰਹੇ ਨੇ, ਕਈ ਮਨੋਂ ਵੀ ਕਰ ਰਹੇ ਹੋਣਗੇ, ਕਿਉਂਕਿ ਜੇ ਗਰਾਊਂਡ ਤੇ ਹੋ ਕੇ ਕੋਈ ਵੀ ਆਪਾਂ ਕਹਿੰਦੇ ਹਾਂ ਦਾ ਨਾਰਾ ਮਾਰਦਾ, ਕਹਿ ਲਓ, ਅਸੀਂ ਗੁਰੂ ਗ੍ਰੰਥ ਸਾਹਿਬ ਲਈ ਤਾਂ ਹਾਂ ਦਾ ਨਾਰਾ ਕਹਿ ਨਹੀਂ ਸਕਦੇ। ਇਹ ਤਾਂ ਸਾਡੇ ਇਸ਼ਟ ਦੀ ਗੱਲ ਆ। ਜਿਸ ਤਰ੍ਹਾਂ ਬਾਬਾ ਜਰਨੈਲ ਸਿੰਘ ਜੀ ਨੇ ਆਪਾਂ ਵੀ ਬਾਰ ਦਿੱਤਾ ਉਹ ਗੱਲ ਜਿੱਥੋਂ ਸ਼ੁਰੂ ਹੁੰਦੀ ਆ, ਗੁਟਕਿਆਂ ਦੀਆਂ ਬੇਅਦਬੀਆਂ ਤੋਂ। ਇਹਨੂੰ ਅਸੀਂ ਹਾਂ ਦਾ ਨਾਰਾ ਨਹੀਂ ਕਹਿ ਸਕਦੇ, ਤਾਂ ਆਪਦਾ ਬਾਰ ਤੱਕ। ਜਿਵੇਂ ਹੁਣ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਕਾਪੀਆਂ ਸਾੜੀਆਂ, ਉਹ ਜਿਹੜਾ
ਕੋਰਟ ਦੀਆਂ ਉਹਨੇ ਸ਼ਰੇਆਮ, ਕਿਉਂਕਿ ਕੋਰਟ ਦਾ ਅਪਮਾਨ ਗਿਣਿਆ ਜਾਂਦਾ, ਕਹਿੰਦੇ ਕਈ ਵਾਰ ਤੁਹਾਡੇ ਤੇ ਕੇਸ ਦਰਜ ਹੋ ਜੂ, ਕਹਿੰਦਾ ਮੇਰੇ ਤੇ ਜਿਹੜਾ ਕੋਈ ਮਰਜ਼ੀ ਕਰ ਲਓ, ਸਿਰੇ ਦੀ ਗੱਲ ਕਰਨੀ ਆਪਾਂ, ਕਿਸੇ ਹੱਦ ਤੱਕ ਮੈਂ ਉਹਨਾਂ ਦੇ ਨਾਲ ਖੜਾ। ਪਰ ਜਿਹੜੇ ਉਹਨਾਂ ਦੇ ਨਾਲ ਨੇਤਾ ਨੇ ਦਲ ਬਦਲੂ ਕਹਿ ਲਓ ਜਾਂ ਢੀਂਡਸਾ ਕਹਿ ਲਓ, ਕਦੇ ਉਹ ਸਿਆਸੇ ਵਾਲੇ ਦੇ ਵੀ ਖੜਾ ਹੁੰਦਾ, ਕੀ ਸੁਣਦਾ ਹੁੰਦਾ ਸਿਆਸੇ ਵਾਲੇ ਦੇ, ਜਾਂ ਜਿਵੇਂ ਉਹਨਾਂ ਤੋਂ ਥੋੜਾ ਜਿਹਾ ਦੂਰੀ ਕਹਿ ਲਓ, ਇਹਨਾਂ ਨੂੰ ਉਹਨਾਂ ਦੇ ਵਿੱਚ ਵੜ ਕੇ ਇਹਨੂੰ ਪਾਰਟੀ ਦੇ ਔਰ ਉਹਨਾਂ ਦੇ ਨਾਲ ਨਹੀਂ ਰਹਿਣਾ ਚਾਹੀਦਾ। ਜੇ ਆਪਾਂ ਗਤੀਵਿਧੀਆਂ ਦੀ ਗੱਲ ਕਰਦੇ ਹਾਂ ਵੀ ਕੀ ਹੋਇਆ। ਹਾਂਜੀ ਨਹੀਂ, ਮੇਰੇ ਖਿਆਲ ਉਹਨਾਂ ਨੂੰ ਨਾ ਜਿੱਦਾਂ ਕਹਿ ਲਓ ਵੀ ਜਾਂ ਤਾਂ ਸਾਡੀ ਜਿਹੜੀ ਆ ਸਹਿਰਤਾ ਖਤਮ ਹੋ ਗਈ ਆ, ਜਿਹੜੇ ਨਿਕੰਮੇ ਲੋਕ ਆ ਉਹਨਾਂ ਦਾ ਆਉਣ ਦਾ ਸੰਕੇਤ ਇਹ ਹੁੰਦਾ, ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਹੈਗੇ ਕਿ ਹਨੇਰੇ ਦੀ ਹੋਂਦ ਤਾਂ ਆ ਜਦ ਕਿ ਚਾਨਣ ਨਹੀਂ ਹੈਗਾ, ਜਦੋਂ ਉੱਥੇ ਚਾਨਣ ਹੁੰਦਾ ਹੈਗਾ ਤਾਂ ਹਨੇਰਾ ਦੂਰ ਚਲੇ ਜਾਂਦਾ ਹੈਗਾ। ਸੋ ਜਿਹੜੇ ਆਪਾਂ ਉਹ ਕਹਿੰਦੇ ਹੈਗੇ ਕਿ ਉਹ ਮੋਹਰੇ ਹੋਏ ਆ ਨਾ, ਉਹ ਸਾਡੀ ਉੱਥੇ ਅਣਹੋਂਦ ਕਰਕੇ ਮੋਹਰੇ ਹੋਏ ਹੈਗੇ, ਕਿਉਂਕਿ ਅਸੀਂ ਆਪਣਾ ਘਰਾਂ 'ਚ ਬੈਠੇ ਹੈਗੇ, ਅਸੀਂ ਪੋਲੀਆਂ ਗੱਲਾਂ ਕਰ ਰਹੇ ਹੈਗੇ ਹਾਂ, ਇੱਥੇ ਬੈਠ ਕੇ ਬੋਲ ਲਿਆ, ਕੋਈ ਕਿਸੇ ਤਰੀਕੇ ਨਾਲ ਫੇਸਬੁੱਕ 'ਤੇ ਲੱਗਾ ਹੈਗਾ, ਪਰ ਐਕਚੁਅਲੀ ਫਿਜ਼ੀਕਲੀ ਇੱਕ ਗੱਲ ਸਾਨੂੰ ਜ਼ਰੂਰ ਮੰਨ ਲੈਣੀ ਚਾਹੀਦੀ ਹੈਗੀ ਆ ਕਿ ਮਸਲਾ ਔਖਾ ਆ, ਇਹਦੇ 'ਚ ਕੋਈ ਦੋ ਰਾਮਾ ਨਹੀਂ, ਸਿੱਧਾ ਸੀਸ ਦੇਣ ਤੱਕ ਗੱਲ ਜਾਂਦੀ ਹੈਗੀ ਆ। ਜਿਹੜਾ ਉਹਨਾਂ ਚੀਜ਼ਾਂ ਨੂੰ ਕਬੂਲ ਕਰਨਾ ਚਾਹੁੰਦਾ ਹੈਗਾ ਉਹ ਹੀ ਇਹਦੇ ਵਿੱਚ ਉਤਰ ਸਕਦਾ, ਪਰ ਅਸੀਂ ਇਹ ਵੀ ਨਹੀਂ ਕਹਿੰਦੇ ਹੈਗੇ ਜਿੰਨੀ ਕੋਈ ਗੱਲ ਕਰਦਾ ਉਹ ਵੀ ਨਾ ਕੀਤੀ ਜਾਵੇ, ਕਰਨੀ ਚਾਹੀਦੀ ਹੈ ਜਿੰਨਾ ਵੀ ਕਿਸੇ ਦਾ ਲੈਵਲ ਹੈਗਾ। ਪਰ ਆਪਾਂ ਜਦੋਂ ਉਹਨਾਂ ਨੂੰ ਭੰਡਦੇ ਹੈਗੇ ਆ ਵੀ ਉਹ ਵੀ ਵਿੱਚ ਆ ਗਿਆ, ਉਹ ਵੀ ਆ ਗਿਆ, ਉਹਨਾਂ ਨੇ ਆਉਣਾ, ਉਹਨਾਂ ਨੇ ਸਾਡੀ ਗੈਰ ਹਾਜ਼ਰੀ ਕਰਕੇ ਉਹ ਆ ਰਹੇ ਹੈਗੇ ਆ, ਅਤੇ ਜਿਹੜੇ ਉਹਨਾਂ ਨੂੰ ਲਿਆ ਰਹੇ, ਜਿਹੜੇ ਉਹਨਾਂ ਦੇ ਨਾਲ ਖੜੇ ਹੈਗੇ ਆ, ਉਹਨਾਂ ਦਾ ਕਿਤੇ ਨਾ ਕਿਤੇ ਇਹ ਮਤਲਬ ਹੈਗਾ ਕਿ ਸਾਡੇ ਕੋਲ ਤਾਂ ਹੁੰਦਾ ਨਹੀਂ ਗਾ, ਸ਼ਾਇਦ ਇਹਨਾਂ ਦੇ ਨਾਲ ਰਲ ਕੇ ਕੁਛ ਹੋ ਜਾਵੇ। ਸੋ ਇਸ ਤਰੀਕੇ ਦਾ ਜਿਹੜਾ ਇੱਕ ਸਭ ਤੋਂ ਵੱਡਾ ਜਿਹੜਾ ਮੁਸ਼ਕਿਲ ਸਾਡੀ ਹੈਗੀ ਹੈ, ਕਿਤੇ ਨਾ ਕਿਤੇ ਅਸੀਂ ਸੋਚਦੇ ਹਾਂ ਕਿ ਅਸੀਂ ਪੋਲੀਟੀਕਲ ਪਾਵਰ ਸਾਡੇ ਕੋਲ ਆ ਜਾਊਗੀ ਅਤੇ ਹੋ ਜਾਊਗਾ। ਪੋਲੀਟੀਕਲ ਪਾਵਰ ਬਹੁਤ ਜ਼ਰੂਰੀ ਆ, ਸਾਨੂੰ ਸਿਧਾਂਤ ਦਿੱਤਾ ਹੈਗਾ ਛੇਵੇਂ ਪਾਤਸ਼ਾਹ ਨੇ, ਇਹ ਬਹੁਤ ਜ਼ਰੂਰੀ ਹੈਗਾ। ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਤੁਸੀਂ ਆ ਵੀ ਜਾਵੋ ਨਾ ਪੋਲੀਟੀਕਲ ਪਾਵਰ ਦੇ ਵਿੱਚ, ਅਤੇ ਕੋਈ ਬਾਹਲਾ ਸਵਾਰ ਨਹੀਂ ਸਕਦੇ, ਕਿਉਂਕਿ ਹੁਣ ਵੀ ਜਿਹੜੇ ਬਣਾਏ ਹੈਗੇ ਉਹ ਵੀ ਅਸੀਂ ਬਣਾਏ ਹੈਗੇ ਆ। ਬਿਲਕੁਲ ਹਾਂਜੀ, ਉਹਨਾਂ ਨੇ ਸਾਨੂੰ ਕਿਸਾਨ ਵਾਲੇ ਦਿੱਤੇ ਆ, ਜਾਂ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਦੀ ਗੱਲ ਆ ਉਹ ਵੀ ਤੇ ਉਹਨਾਂ ਨੇ ਕੀਤੀ ਆ। ਉਹਨਾਂ ਨੇ ਸਾਰੀ ਪੰਜਾਬ ਦੀ ਅਸੈਂਬਲੀ ਖੜ ਕੇ, ਮੇਰਾ ਖਿਆਲ ਨਹੀਂ ਕੋਈ ਇੱਕ ਬੰਦਾ ਵੀ ਇੱਦਾਂ ਦਾ ਹੋਊਗਾ ਜਿਹਨੇ ਉਸ ਚੀਜ਼ ਦਾ ਵਿਰੋਧ ਕੀਤਾ ਹੋਊਗਾ। ਸਾਰੇ ਕਹਿੰਦੇ ਸੀ ਜੀ ਅਸੀਂ ਐਂ ਕਰ ਦਿਆਂਗੇ, ਇਉਂ ਕਰ ਦਿਆਂਗੇ, ਸਾਨੂੰ ਵਿਰੋਧੀ ਪਾਰਟੀ ਵਾਲੇ ਵੀ ਤੇ ਜਿਹੜੇ ਕਾਂਗਰਸ ਵਾਲੇ ਵੀ ਸੀ, ਸਾਰਿਆਂ ਨੇ ਇਹ ਗੱਲਾਂ ਕੀਤੀਆਂ ਹੈਗੀਆਂ। ਹੁਣ ਉਹ ਸਾਰੇ ਚੁੱਪ ਬਿਲਕੁਲ। ਹੁਣ ਜੇ ਆਪਾਂ ਦੇਖੀਏ, ਠੀਕ ਆ, ਮੈਂ ਕਹਿੰਦਾ ਨਹੀਂ ਕਿਉਂ ਆਉਣਾ, ਜਾਂ ਠੀਕ ਆ ਬੰਦਾ ਬਦਲ ਵੀ ਸਕਦਾ, ਠੀਕ ਸਹੀ ਵੀ ਬਣ ਸਕਦਾ, ਬਿਲਕੁਲ ਚਲੋ ਸਾਥ ਆਉਂਦੇ ਆ, ਆਉਣਾ ਚਾਹੀਦਾ ਆਗੇ, ਆਪਾਂ ਉਹ ਨਹੀਂ ਗੱਲ ਕਰਦੇ ਵੀ ਮੇਨ ਆਪਣਾ, ਮੇਰਾ ਕਹਿਣ ਦਾ ਮਤਲਬ ਵੀ ਡੋਰ ਉਹਨਾਂ ਦੇ ਹੱਥ ਨਾਲ ਫੜਾਓ। ਹੁਣ ਜਿਵੇਂ ਭਾਈ ਰਣਜੀਤ ਸਿੰਘ ਆ ਜਾਂ ਬਡਾਲਾ ਦਿੱਲੀ ਜਿਵੇਂ ਅੱਡ ਚੋਣਾਂ ਲੜ ਰਹੇ ਨੇ ਆਪਣੇ ਬਣਾ ਕੇ, ਇਹਨਾਂ ਨੂੰ ਕੀ ਆ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਕੇ ਲੜਨੀਆਂ ਚਾਹੀਦੀਆਂ। ਜੇ ਉਹੋ ਜਿਹੀਆਂ ਧਿਰਾਂ ਨੂੰ ਹਰਾਉਣਾ, ਇਹਨਾਂ ਤੋਂ ਕਿਸੇ ਦਾ ਸਾਥ ਲੈਣ ਦੀ ਵੀ ਲੋੜ ਨਹੀਂ, ਲੋਕ ਇਹਨਾਂ ਨਾਲ ਮੱਲੋ ਮੱਲੀ ਜੁੜ ਜਾਣੇ ਆ, ਠੀਕ ਆ ਜੋ। ਪਰ ਇਹ ਗੱਲ ਉਹੀ ਆ, ਫੇਰ ਹੋਈ ਆ ਜਾਂਦੀ। ਹੁਣ ਜੇ ਇੱਥੇ ਸਾਰੀਆਂ ਜਥੇਬੰਦੀਆਂ ਰਣਜੀਤ ਸਿੰਘ ਨਾਲ ਆਉਂਦੀਆਂ, ਸਿੱਖ ਜਥੇਬੰਦੀਆਂ ਚਾਹੇ ਕੋਈ ਵੀ ਕਹਿ ਲਓ, ਜਾਂ ਟਕਸਾਲ ਦੇ ਜਿਹੜੇ ਚੰਗੇ ਬੰਦੇ ਵੀ ਆ, ਜਿਵੇਂ ਸਟੂਡੈਂਟ ਉਹਨਾਂ ਦੇ, ਜਾਂ ਹੋਰ ਵਿੰਗ ਹੈਗੇ ਆ ਵਧੀਆ ਬੰਦੇ ਵੀ, ਜਿਵੇਂ ਹੋਰ ਵੀ ਆ, ਜਿਵੇਂ ਮੰਝਪੁਰ ਆ ਗਿਆ ਜਾਂ ਹੋਰ ਆ, ਆਪਣੇ ਸਾਰੇ ਲੋਕਾਂ ਨੂੰ ਉਹਨਾਂ ਨਾਲ ਇਕੱਠੇ ਹੋ ਕੇ ਉੱਥੇ ਖੜ ਕੇ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਕੇ ਸਮਾਂ ਸਿੱਖ ਜਥੇਬੰਦੀਆਂ ਮੂਹਰੇ ਹੋਣੀਆਂ ਚਾਹੀਦੀਆਂ ਸੀ ਇਸ ਗੱਲ ਤੇ ਫਿਰ ਇਹ ਜਿਹੜੀਆਂ ਸਿਆਸੀ ਜਥੇਬੰਦੀਆਂ ਇਹ ਆਪੇ ਸਾਈਡ ਤੇ ਰਹਿ ਜਾਣੀਆਂ ਸੀ, ਜਾਂ ਇਹਨਾਂ ਦੀ ਗੱਲ ਜਾਂ ਜੋ ਵੀ ਹੈਗਾ ਇਹਨਾਂ ਨੂੰ ਪਿੱਛੇ ਖੜਨਾ ਪੈਣਾ। ਜਾਂ ਗੱਲ ਉਹੀ ਆ ਮੇਨ ਵੀ ਆਪਾਂ ਉਹਨਾਂ ਨੂੰ ਮੌਕਾ ਦਿੰਦੇ ਹਾਂ। ਜਿਵੇਂ ਤੁਸੀਂ ਜਿਹੜੀ ਗੱਲ ਕੀਤੀ, ਆਪਾਂ ਦੂਜੇ ਪਾਸੇ ਆਉਂਦੇ ਹੁਣ ਜਿਵੇਂ ਇਹੀ ਮੁੱਦੇ ਤੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਆ, ਠੀਕ ਆ, ਆਪਾਂ ਨਹੀਂ ਕਹਿੰਦੇ ਉਹ ਮਾੜਾ, ਉਹਦੀ ਭਾਵਨਾ ਮਾੜੀ ਹੋਊ, ਜਾਂ ਉਹਨੇ ਜੋ ਵੀ ਕੀਤਾ ਉਹ ਸੋਚ ਕੇ ਨਹੀਂ ਕੀਤਾ ਹੋਊ ਵੀ ਇਹ ਕੇਸ ਖਰਾਬ ਹੋਵੇ। ਕਈ ਵਾਰ ਜਿਵੇਂ ਆਪਾਂ ਪਹਿਲਾਂ ਵੀ ਭਾਵਨਾਵਾਂ ਦੀ ਆਪਦੀ ਸੋਚ ਦੀ ਗੱਲ ਕਰਕੇ ਹਟਿਆ ਵੀ ਉਹਨੇ ਉੱਥੇ ਤੱਕ ਚੱਲਿਆ ਗਿਆ ਉਹ ਭਾਵਨਾਵਾਂ ਦੇ ਬਹਿਣ 'ਚ ਵੀ ਹਾਂ ਹੁਣ ਕੇਸ ਉਹਨੇ 2 ਅੱਗੇ ਪਹਿਲਾਂ ਦਰਜ ਹੋਏ ਨੇ ਤਾਂ ਕਰਕੇ ਕੋਰਟ ਨੇ ਕੇਸ ਉਹ ਕਰਤਾ, ਕਈ ਗੱਲਾਂ ਲਈਆਂ। ਪਰ ਜਿਹੜੀ ਆਪਾਂ ਮੇਨ ਗੱਲ ਆ ਵੀ ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ, ਆਪਾਂ ਪਹਿਲਾਂ ਡਿਵਾਲ ਦੀ ਗੱਲ ਕਰਕੇ ਹਟੇ ਹਾਂ ਵੀ ਸਾਡੇ ਤੇ ਮੋਹਰੇ ਪਤਾ ਨਹੀਂ ਕਿੱਥੋਂ ਲਿਆ ਕੇ ਕਿਵੇਂ ਫਿੱਟ ਕਰ ਦਿੱਤੇ ਜਾਂਦੇ ਆ, ਸਾਨੂੰ ਉਹਨਾਂ ਦਾ ਬਾਅਦ 'ਚ ਪਤਾ ਲੱਗਦਾ। ਅਸੀਂ ਫੇਰ ਕਹਿੰਦੇ ਵੀ ਅਜੇ ਵੀ ਕਹਿੰਦੇ ਮਾੜਾ ਨਹੀਂ, ਪਰ ਇਹਦੀਆਂ ਜੇ ਇੱਕ ਆਮ ਪੁਲਿਸ ਵਾਲਾ ਹੋਣ ਦੇ ਨਾਤੇ ਜੋ ਕਾਰਜਕਾਰੀਆਂ ਰਹੀਆਂ ਨੇ, ਜਿਵੇਂ ਸੱਜਣ ਸਿੰਘ ਨੇ ਆਪਣੀ ਪੋਸਟ ਆਪਣੇ ਵੱਲੋਂ ਪਾਈ ਸੀ ਵੀ ਜਿਵੇਂ ਉਹਨੂੰ ਫੜਿਆ ਉੱਤੇ ਝੂਠਾ ਕੇਸ ਪਾਇਆ, ਬਾਅਦ 'ਚੋਂ ਬਰੀ ਹੋ ਗਿਆ। ਇੱਕ ਸਿੱਖਾਂ ਦੇ ਤੌਰ ਤੇ ਇੱਕ ਆਮ ਨੌਜਵਾਨਾਂ ਨੂੰ ਹੁਣ ਤਰ੍ਹਾਂ ਦੇ ਕੇਸ ਪਾ ਕੇ ਕਿੰਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ, ਜਿਹੜੇ ਕੇਸ ਪਾਉਣ ਵਾਲੇ ਨੇ ਤੇ ਪਵਾਉਣ ਵਾਲੇ ਨੇ ਮੰਤਰੀ ਆ ਚਾਹੇ, ਆਪਣੇ ਪਰਿਵਾਰ ਵੱਲ ਜੇ ਝਾਤ ਮਾਰਨ ਵੀ ਇੱਕ ਪਰਿਵਾਰ ਕੀ ਹੁੰਦਾ, ਵੀ ਅਸੀਂ ਇਹ ਹੋਰ ਪਰਿਵਾਰ ਆ ਜਿਹੜੀ ਉਹਦੀ ਕਿਵੇਂ ਜ਼ਿੰਦਗੀ ਰੋਲ ਰਹੇ ਆ, ਜਾਂ ਕਿਸੇ ਨੌਜਵਾਨ ਦੀ ਜ਼ਿੰਦਗੀ ਰੋਲ ਰਹੇ ਆ, ਕੀ ਉਹ ਦੁਨੀਆ ਤੇ ਨਹੀਂ ਆਇਆ, ਕੀ ਉਹਨਾਂ ਦੇ ਪਰਿਵਾਰ ਪ੍ਰਤੀ ਸੋਚ ਨਹੀਂ ਹੈਗੀ, ਜਾਂ ਉਹਨਾਂ ਦੀ ਆਪਣੇ ਬੱਚਿਆਂ ਦੀ ਸੋਚ ਨਹੀਂ ਹੈਗੀ। ਇਹ ਗੱਲਾਂ ਸਾਨੂੰ ਪਤਾ ਕਰਨੀਆਂ ਚਾਹੀਦੀਆਂ ਵੀ ਸਾਡੇ ਕਿਤੇ ਮੋਹਰੇ ਫਿੱਟ ਕਰਕੇ ਸਾਨੂੰ ਉਹੀ ਗੱਲਾਂ ਦੇ ਵਿੱਚ ਤਾਂ ਨਹੀਂ ਡੁਬੋਇਆ ਜਾ ਰਿਹਾ। ਤੇ ਸਾਨੂੰ ਠੀਕ ਆ ਕੋਈ ਮਾਣ ਕਰੋ ਜਾਂ ਕਰੋ,
ਪਰ ਇੰਨਾ ਵੀ ਉਹਨਾਂ ਦੇ ਪਿੱਛੇ ਲੱਗ ਕੇ ਖੂਹ 'ਚ ਡਿੱਗਣ ਵਾਲਾ ਕੰਮ ਨਾ ਕਰਿਓ। ਐਕਚੁਅਲੀ ਕਿਤੇ ਨਾ ਕਿਤੇ ਮੈਂ ਉਹੀ ਗੱਲ ਕਰਦਾ ਨਾ ਕਿ ਸਾਡੀ ਅਸੀਂ ਇਸ ਸੋਚ ਦੇ ਲੈਵਲ ਤੇ ਇੱਥੇ ਆ ਚੁੱਕੇ ਹੈਗੇ ਆ ਕਿ ਅਸੀਂ ਕਿਸੇ ਤੋਂ ਲੱਭ ਰਹੇ ਹਾਂ ਕੋਈ ਸਾਡੇ ਲਈ ਕੋਈ ਬਣ ਕੇ ਆਵੇ, ਕੋਈ ਸਾਡੇ ਲਈ ਕਰੇ। ਅਸੀਂ ਖੁਦ ਵੀ ਕਰ ਸਕਦੇ ਹਾਂ। ਖੁਦ ਕੀ ਕਰ ਸਕਦੇ ਹਾਂ? ਸੌਖਾ ਜਿਹਾ ਕੰਮ ਆ ਯਾਰ ਲੋਕ ਨਹੀਂ ਇਕੱਠੇ ਹੋ ਸਕਦੇ, ਲੋਕ ਸੜਕਾਂ 'ਤੇ ਨਹੀਂ ਆ ਸਕਦੇ ਇਸ ਮਸਲੇ ਦੇ ਵਿੱਚ। ਇਸ ਸਾਰਿਆਂ ਦਾ ਸਾਂਝਾ ਹੈਗਾ, ਪਰ ਸਾਡੀ ਸੋਚ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਬਣਾਤੀ ਹੈਗੀ ਆ ਕਿ ਅਸੀਂ ਯਾਰ ਕੁਛ ਨਹੀਂ ਕਰ ਸਕਦੇ, ਸਾਨੂੰ ਕੋਈ ਹੋਰ ਹੀ ਸੇਧ ਦੇਵੇ। ਅਸੀਂ ਕਿਸੇ ਜਿੱਦਾਂ ਏਜੰਟ ਨਹੀਂ ਹੁੰਦਾ ਕੋਈ, ਜਿੱਦਾਂ ਆਪਾਂ ਇਹਨਾਂ ਮੁਲਕਾਂ 'ਚ ਆਏ ਹਾਂ ਸਾਰਿਆਂ ਦੀ ਤਕਰੀਬਨ ਸਾਰਿਆਂ ਦੀ ਸੇਮ ਸਟੋਰੀ ਹੈ ਕਿ ਏਜੰਟ ਲਾਰਾ ਲਾਉਂਦਾ, ਸੋਮਵਾਰ ਨੂੰ ਕਹਿੰਦਾ ਸੋਮਵਾਰ ਨੂੰ ਕਰਾਂਗੇ, ਸੋਮਵਾਰ ਤੋਂ ਕਹਿੰਦਾ ਬੁੱਧਵਾਰ ਨੂੰ ਕਹਿੰਦਾ ਫਰਾਈਡੇ ਨੂੰ ਕਰਾਂਗੇ, ਸ਼ੁੱਕਰਵਾਰ ਹੁਣ ਤਾਂ ਸ਼ੁੱਕਰਵਾਰ ਹੋ ਗਿਆ, ਮੰਡੇ ਕਰਾਂਗੇ, ਤੁਹਾਡਾ ਕੁਛ ਹੋ ਜਾਣਾ ਉਦੋਂ ਤੱਕ, ਰਾਈਟ। ਸੋ ਕਹਿ ਲਓ ਵੀ ਸਾਡੇ ਕੋਲ ਕੋਈ ਆਪਣੀ ਇੰਨੇ ਬੇਵੱਸ ਅਸੀਂ ਹੋ ਗਏ ਹੈਗੇ ਆ ਕਿ ਸਾਡੀ ਆਪਣੀ ਕੋਈ ਪਲੈਨਿੰਗ ਹੀ ਨਹੀਂ ਬਣ ਰਹੀ ਸਾਡੇ ਕੋਲੋਂ ਕੋਈ ਸਾਨੂੰ ਲੀਡਰ ਕੋਈ ਸੋਝੀ ਨਹੀਂ ਦੇ ਰਿਹਾ ਹੈਗਾ। ਅਤੇ ਇੱਕ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਸੀਗੀ ਕਿ ਵੀ ਇੰਨੀ ਕੁ ਤਰਕ ਦੇ ਵਿੱਚ ਚਲੇ ਗਏ ਹੈਗੇ ਆ, ਜਿਹੜਾ ਵੀ ਬੰਦਾ ਕੋਈ ਗੱਲ ਕਰਦਾ ਹੈਗਾ, ਰਾਈਟ, ਜੇ ਉਹਦੇ ਬਾਲ ਨਹੀਂ ਰੱਖੇ ਤਾਂ ਅਸੀਂ ਉਹਨੂੰ ਪਹਿਲਾਂ ਸਵਾਲ ਕਰਦੇ ਹਾਂ ਤੂੰ ਬਾਲ ਰੱਖ ਜੇ ਸਿੱਖੀ ਦੀ ਗੱਲ ਕਰਨੀ ਹੈ। ਔਰ ਜੇ ਇਸ ਕੌਮ ਦੇ ਨਾਲ ਸਾਡਾ ਵਾਹ ਪਿਆ ਹੈਗਾ, ਉਹਨਾਂ ਦਾ ਗਾਂਧੀ ਰੇਸਸ ਸੀਗਾ, ਉਹਦੀਆਂ ਆਪਣੀਆਂ ਬੁੱਕਸ ਵਾ, ਔਰ ਕਿੰਨਾ ਗੰਦਾ ਬੰਦਾ ਸੀਗਾ, ਰਾਈਟ। ਉਹ ਸਾਰਾ ਕੁਛ ਇਨ ਰਾਈਟਿੰਗ ਦੇ ਵਿੱਚ ਲਿਖਿਆ ਪਿਆ ਇਤਿਹਾਸ ਆ। ਉਹਦੀਆਂ ਆਪਣੀਆਂ ਅੰਗਰੇਜ਼ਾਂ ਨਾਲ ਕੀ ਮੀਟਿੰਗਾਂ ਹੋਈਆਂ, ਕਿੱਦਾਂ ਉਹ ਵਿਚਰਦਾ ਸੀਗਾ, ਕਿੱਦਾਂ ਉਹ ਸਮਲਿੰਗੀ ਸੀਗਾ, ਸਾਰਾ ਕੁਛ ਔਨ ਰੈਕਡ ਆ। ਉਹਨਾਂ ਨੇ ਲੋਕਾਂ ਨੇ ਤਾਂ ਕਦੀ ਕਿਹਾ ਨਹੀਂ ਹੈਗਾ ਵੀ ਤੂੰ ਪਹਿਲਾਂ ਬੰਦਾ ਬਣ ਫੇਰ ਅਸੀਂ ਕਰਾਂਗੇ। ਮੈਂ ਨਹੀਂ ਕਹਿੰਦਾ ਕਿ ਸਾਨੂੰ ਮਾੜਾ ਬੰਦਾ ਚਾਹੀਦਾ, ਪਰ ਅਸੀਂ ਜੇ ਕਿਸੇ ਦੇ ਪੱਗ ਵੀ ਨਹੀਂ ਬੰਨੀ ਹੈਗੀ ਅਸੀਂ ਉਹਦੇ 'ਤੇ ਵੀ ਸਵਾਲ ਕਰਦੇ ਹਾਂ। ਜੇ ਕਿਸੇ ਨੇ ਕੇਸ ਨਹੀਂ ਰੱਖੇ, ਦਾੜੀ ਨਹੀਂ ਰੱਖੀ, ਅਸੀਂ ਉਹ 'ਤੇ ਵੀ ਸਵਾਲ ਕਰਦੇ ਹਾਂ। ਮਤਲਬ ਅਸੀਂ ਇਹ ਕਿਉਂ ਨਹੀਂ ਸੋਚਦੇ ਚੱਲ ਯਾਰ ਸਾਡੇ ਨਾਲੋਂ ਤਾਂ ਚੰਗਾ ਹੀ ਆ, ਘੱਟੋ ਘੱਟ ਗੱਲ ਤਾਂ ਕਰ ਰਿਹਾ ਨਾ ਕੌਮ ਦੀ। ਜਿਹੜਾ ਬੰਦਾ ਕੌਮ ਦੀ ਗੱਲ ਕਰ ਰਿਹਾ ਹੈਗਾ, ਕਿਸੇ ਵੀ ਰੂਪ 'ਚ ਕਰ ਰਿਹਾ ਹੈਗਾ, ਸਾਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈਗੀ। ਅਸੀਂ ਮੋਰਲਾਈਜ਼ ਉਹਨਾਂ ਨੂੰ ਨਾ ਡੀਮੋਰਲਾਈਜ਼ ਕਰ ਦਿੰਦੇ ਹੈਗੇ ਆ ਕਿ ਅਗਲਾ ਸੋਚਦਾ ਵੀ ਮੈਂ ਘਰੇ ਹੀ ਠੀਕ ਆ, ਇਹਦੇ ਨਾਲ ਕੋਈ ਹਿੰਮਤ ਨਹੀਂ ਕਰਦਾ। ਬਿਲਕੁਲ। ਹੁਣ ਆਪਾਂ ਆਪਣਾ ਟਾਈਮ ਵੀ 2-3 ਮਿੰਟ ਰਹਿ ਗਿਆ, ਮੈਂ ਇਹਦੇ ਵਿੱਚ ਆਪਾਂ ਸਮੇਟਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਆਪਾਂ ਸ਼ੁਰੂ ਕੀਤੀ ਸੀ ਗੁਰੂ ਦੇ ਬਚਨਾਂ ਦੀ ਗੱਲ, ਉੱਥੋਂ ਲੈ ਕੇ ਵੀ ਅਸੀਂ ਕਿੰਨਾ ਕੁ ਉਹਨਾਂ ਦੇ ਨਾਲ ਆ ਜਾਂ ਕਿੰਨੇ ਕੁ ਸਾਡੇ ਨਾਲ ਅਸੀਂ ਰੱਖਦੇ ਹਾਂ। ਮੈਂ ਕੱਲ੍ਹ ਇੱਕ ਕਥਾਵਾਚਕ ਦੀ ਵੀਡੀਓ ਦੇਖ ਰਿਹਾ ਸੀ, ਬਹੁਤ ਵਧੀਆ ਕਥਾਵਾਚਕ ਨੇ, ਨਾਂ ਭੁੱਲ ਗਿਆ ਸ਼ਾਇਦ ਤੁਹਾਨੂੰ, ਸ਼ਾਇਦ ਤੁਸੀਂ ਦੇਖੀ ਹੋਵੇ, ਉਹਨਾਂ ਦਾ ਨਾਂ ਯਾਦ ਆਏ, ਤੁਸੀਂ ਮੈਨੂੰ ਕਦੇ ਉਹਨਾਂ ਦੱਸਿਆ ਹੀ, ਬੜੇ ਦ੍ਰਿੜਤਾ ਨਾਲ ਬੋਲਦੇ ਉਹ। ਕਹਿੰਦਾ ਅਸੀਂ ਕਹਿਣਾ ਸੀ ਵੀ ਗੁਰੂ ਦੇ ਨਾਲ, ਗੁਰੂ ਦੀ ਸੋਚ ਤੇ ਅਸੀਂ ਸੋਚ ਤੇ ਪਹਿਰਾ ਠੋਕ ਕੇ ਦਿਆਂਗੇ ਜੀ। ਕਹਿੰਦਾ ਅਸੀਂ ਪਹਿਲਾਂ ਬੋਲੇ ਸੋਨੇਹਾਲ ਦਾ ਜਕਾਰਾ ਛੱਡਦੇ ਹਾਂ। ਉਹੀ ਕਹਿੰਦਾ ਅਸੀਂ ਬਾਦਲ ਦੇ ਮਗਰ ਖੜ ਕੇ, ਜਿਸ ਬਾਦਲ ਨੇ ਚਲੋ ਮੰਨ ਲਓ ਕਹਿੰਦਾ ਉਹਨੇ ਬੇਅਦਬੀ ਨਹੀਂ ਕੀਤੀ, ਪਰ ਬਚਾਏ ਵੀ ਜਿਹੜੇ ਬੇਅਦਬੀ ਖਾਤਰ ਲਾ ਰਹੇ ਸੀ ਧਰਨਾ, ਉਹਨਾਂ ਨੂੰ ਮਰਵਾਇਆ ਵੀ, ਤੇ ਮੁੜ ਕੇ ਕੇਸ ਵੀ ਕੋਈ ਨਹੀਂ ਦਰਜ ਹੋਇਆ। ਕਹਿੰਦਾ ਉਹ ਮਗਰ ਖੜ ਕੇ ਪਹਿਲਾਂ ਤਾਂ ਬੋਲੇ ਸੋਨੇਹਾਲ ਦਾ ਜਕਾਰਾ ਛੱਡਦਿਆ, ਤੇ ਫਿਰ ਕਹਿੰਦਾ ਬਾਦਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਕਹਿੰਦਾ ਇਸ ਦਾ ਮਤਲਬ ਤੁਸੀਂ ਵੀ ਗੁਰੂ ਦਾ ਘਾਣ ਕਰਵਾਓਗੇ। ਕਹਿੰਦਾ ਸੋਚਿਓ ਆਪਦੇ ਮਨ 'ਚ, ਕਿਉਂਕਿ ਉਹਦੀ ਹਰੇਕ ਸੋਚ ਨਾਲ ਤੁਸੀਂ ਇੱਕ ਮੋਹਰ ਲਾ ਰਹੇ ਹੋ ਵੀ ਮੈਂ ਜਿਹੜੀ ਵੀ ਸੋਚ ਆ ਬੰਦੇ ਦੀ, ਮੈਂ ਉਹਦੇ ਨਾਲ ਹਿੱਕ ਠੋਕ ਕੇ ਖੜਾ। ਕਹਿੰਦਾ ਜਿੰਨੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਉੱਥੇ ਜਾ ਕੇ ਆ ਗੱਲਾਂ ਕਰਦੇ ਹੋ ਨਾ, ਮਗਰ ਨਾਰੇ ਵੀ ਛੱਡਦੇ ਹੋ ਵਿੱਚ ਥੱਲੇ ਬੈਠੇ, ਵੀ ਇਸ ਦਾ ਮਤਲਬ ਤੁਸੀਂ ਇੰਨੇ ਅਕਿਰਤ ਘਾਣ ਹੋ ਚੁੱਕੇ ਹੋ, ਤੁਸੀਂ ਆਪਣੇ ਗੁਰੂ ਦੇ ਖਿਲਾਫ ਹੋ ਗਏ, ਤੁਸੀਂ ਗੁਰੂ ਦੀ ਸੋਚ ਦੇ ਖਿਲਾਫ ਹੋ ਗਏ। ਸਾਡੇ ਦਿਮਾਗ ਦੇ ਵਿੱਚ ਸਵਾਲ ਹੀ ਨਹੀਂ ਇਹ ਆਉਂਦਾ ਹੈਗਾ। ਅੱਜ ਜਿੰਨੇ ਵੀ ਅਕਾਲੀ ਦਲ ਦੇ ਨਾਲ ਸੰਬੰਧਿਤ ਲੋਕ ਹੈਗੇ ਆ, ਉਹ ਇਸ ਗੱਲ 'ਚ ਖੁਸ਼ੀ ਮਨਾ ਰਹੇ ਹੈਗੇ ਕਿ ਅਕਾਲੀ ਦਲ ਫਸਿਆ ਨਹੀਂ, ਜਾਂ ਅਕਾਲੀ ਦਲ ਦੇ ਨੁਮਾਇੰਦੇ ਜਿਹੜੇ ਜਿਨ੍ਹਾਂ ਦੇ ਯਾਰ ਕਮਾਨ, ਚਲੋ ਠੀਕ ਆ, ਚੰਗੀ ਗੱਲ, ਪਰ ਇਸ ਗੱਲ ਦੀ ਜਵਾਬਦੇਹੀ ਕੌਣ ਦੇਊਗਾ ਕਿ ਰਾਜ ਉਹਨਾਂ ਦਾ ਸੀਗਾ, ਉਹਨਾਂ ਦੇ ਰਾਜ ਦੇ ਵਿੱਚ ਇਹ ਗੱਲ ਹੋਈ ਹੈਗੀ ਆ, ਗੱਲ ਹੋਈ ਬਿਲਕੁਲ, ਤੇ ਸਜ਼ਾ ਕਿਸੇ ਨੂੰ ਨਹੀਂ ਹੋਈ। ਜੇ ਤੁਸੀਂ ਕਰਵਾਈ ਨਹੀਂ ਤੇ ਤੁਸੀਂ ਕਰਵਾਉਣ ਵਾਲਿਆਂ ਨੂੰ ਵੀ ਨਹੀਂ ਲੱਭਿਆ, ਤੁਸੀਂ ਕੋਸ਼ਿਸ਼ ਵੀ ਨਹੀਂ ਕੀਤੀ, ਔਰ ਜਿਹੜਾ ਨੇ ਲੋਕਾਂ ਨੇ ਉਹਦੇ ਰੋਸ ਦੇ ਵਿੱਚ ਕੋਈ ਪ੍ਰਦਰਸ਼ਨ ਕੀਤਾ, ਤੁਸੀਂ ਉਹਨਾਂ ਨੂੰ ਗੋਲੀਆਂ ਸਿੱਧੀਆਂ ਮਾਰੀਆਂ, ਫਿਰ ਕਿਸੇ ਤੇ ਪਰਚਾ ਨਹੀਂ ਹੋਇਆ, ਤੁਹਾਡੀ ਪੁਲਿਸ ਅਣਪਛਾਤੀ ਹੋ ਜਾਂਦੀ ਹੈਗੀ ਹੈ। ਸੋ ਇਸ ਕਰਕੇ ਤੁਸੀਂ ਜੇ ਆਪਾਂ ਹੁਣ ਬੰਦਿਆਂ ਦੇ ਨਾਲ ਇਸ ਲੈਵਲ ਤੱਕ ਜੁੜ ਜਾਣਾ ਹੈਗਾ, ਤੇ ਫਿਰ ਆਪਣਾ ਕੋਈ ਪਾਰ ਨਤਾਰਾ ਨਹੀਂ ਹੋਣਾ, ਕਿਉਂਕਿ ਗੁਰੂ ਨੇ ਬਿਲਕੁਲ ਇਹ ਆਪਣਾ ਗੱਲ ਕਰਨ ਦਾ ਹੀ ਮੇਨ ਇਹ ਐਂਡ ਤੇ ਆ ਕੇ ਇਹ ਕਾਰਨ ਆ। ਹੁਣ ਮੇਨ ਜਿਹੜਾ ਮੈਂ ਪਹਿਲਾਂ ਹੀ ਸੋਚ ਕੇ ਰੱਖੀ ਸੀ ਵੀ ਜਿਹੜਾ ਬੰਦਾ ਉੱਥੇ ਬਾਦਲ ਤੇਰੀ ਸੋਚ ਤੇ ਪਹਿਰਾ ਦੇਊਗਾ ਠੋਕ ਕੇ ਕਹਿੰਦਾ, ਉਹ ਆਪਦੇ ਆਪ ਨੂੰ ਸ਼ੀਸ਼ੇ 'ਚ ਲਿਆ ਕੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਕੇ ਸੋਚੇ ਵੀ ਮੈਂ ਇਸ ਗੁਰੂ ਦਾ ਹੀ ਸਿੱਖ ਹਾਂ ਜਿਹਦੇ ਮੂਹਰੇ ਆਪਣਾ ਸਿਰ ਝੁਕਾਉਣ ਲੱਗਿਆ। ਗੱਲ ਫਿਰ ਉੱਥੇ ਆ ਗਈ, ਸੀਸ ਨਵਾਇਆ ਕਿਹਾ ਸੀ ਯਾਰ ਇਹਦੇ ਕਿ ਸੁੱਧੇ ਜਾਏ, ਫਿਰ ਤਾਂ ਉੱਥੇ ਹੀ ਆ ਕੇ ਮੁੱਕਣੀਆਂ ਗੱਲ। ਸੋ ਇੰਨੀ ਆਪਣਾ ਜੋ ਜਿੰਨੀ ਪ੍ਰਮਾਤਮਾ ਨੇ ਸਮੱਤ ਬਖਸ਼ੀ ਸੀ, ਸੋ ਅਸੀਂ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਹਾਂਜੀ, ਬਹੁਤ ਧੰਨਵਾਦ ਜਿਹੜੇ ਵੀ ਸਾਡੇ ਨਾਲ ਜਿਹੜੇ ਜੁੜੇ, ਸਾਡੇ ਨਾਲ ਜਿਹੜੇ ਫੇਸਬੁੱਕ 'ਤੇ ਜੁੜੇ, ਔਰ ਜਿਹੜੇ ਬਾਅਦ ਵਿੱਚ ਸਾਡੇ ਨਾਲ YouTube 'ਤੇ ਵੀ ਜੁੜਨਗੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੱਲਬਾਤ ਜਿਹੜੀ ਆ ਕਰੀਏ, ਜਿਹੜੀਆਂ ਸਾਨੂੰ ਜਿੰਨੀ ਕੁ ਸਾਨੂੰ ਸਮਝ ਹੈਗੀ ਆ ਤੁਸ਼ ਬੁੱਧੀ ਅਨੁਸਾਰ,
ਤੇ ਗੁਰੂ ਸਾਹਿਬ ਨੇ ਇੱਕੋ ਹੀ ਗੱਲ ਕਹੀ ਹੈਗੀ ਆ, ਜੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸਿੱਧੀ ਜੀ ਸਿੰਪਲ ਆ, ਜੇ ਅਸੀਂ ਲੋਕ ਜਿਹੜੀ ਦੁਨੀਆ ਦੇ ਵਿੱਚ ਪ੍ਰਕਿਰਤੀ ਚੱਲ ਰਹੀ ਹੈਗੀ ਆ ਕਿ ਦੂਸਰਿਆਂ ਨੂੰ ਕਿਵੇਂ ਲੁੱਟਣਾ ਹੈਗਾ, ਜਾਂ ਉਹ ਜਿਹੜੀ ਮਨੂ ਸਿਮਰਤੀ ਹੈਗੀ ਆ, ਜੇ ਅਸੀਂ ਉਸ ਪੰਡਤ ਦੀ ਜਿਹੜੀ ਆ, ਪੰਡਤ ਇੱਕ ਬੰਦਾ ਨਹੀਂ ਹੈ, ਪੰਡਤ ਸੋਚ ਹੈ ਜਿਹੜੀ, ਜੇ ਅਸੀਂ ਉਸ ਸੋਚ ਦੇ ਨਾਲ ਚੱਲਣਾ ਹੈਗਾ ਕਿ ਜੇ ਤਾਂ ਮੇਰੇ ਵਿਚਾਰਾਂ ਦੇ ਨਾਲ ਦੂਜਾ ਅੜਦਾ ਆ ਅਤੇ ਉਹ ਮੇਰਾ ਦੁਸ਼ਮਣ ਹੈਗਾ, ਅਤੇ ਫਿਰ ਸਾਡੀ ਪ੍ਰਤੀਤ ਹੋਣੀ ਨਹੀਂ ਹੈਗੀ ਕਿਸੇ ਵੀ ਤਰੀਕੇ ਦੇ ਨਾਲ। ਜੇ ਅਸੀਂ ਗੁਰੂ ਆਸ਼ੇ ਅਨੁਸਾਰ ਚੱਲਣਾ ਹੈਗਾ ਅਤੇ ਫਿਰ ਉਹ ਜਿਹੜੀਆਂ ਕਮੀਆਂ ਸਾਡੇ ਕੋਲੋਂ ਕਿ ਕਿਵੇਂ ਅਸੀਂ ਝੂਠ ਬੋਲ ਕੇ ਜਾਂ ਕਿਵੇਂ ਅਸੀਂ ਠੱਬੀ ਲਾ ਕੇ ਅਸੀਂ ਪਾਵਰ 'ਚ ਆਉਣਾ ਹੈਗਾ, ਜਾਂ ਕਿਵੇਂ ਅਸੀਂ ਆਪਣੇ ਲੋਕਾਂ ਨੂੰ ਬਚਾਉਣਾ ਹੈਗਾ, ਚਾਹੇ ਉਹ ਦੋਸ਼ੀ ਹੋਣ, ਉਹਨਾਂ 'ਚ ਸਾਡੀ ਗੱਲ ਨਹੀਂ ਬਣਨੀ ਹੈਗੀ। ਸੋ ਨਰਿੰਦਰ ਸਿੰਘ ਜੀ, ਲਾਈਏ ਫਤਿਹ। ਬਿਲਕੁਲ ਜੀ, ਮੈਂ ਅਖੀਰ ਤੇ ਇਹੀ ਕਹਿਣਾ ਚਾਹੁੰਦਾ ਵੀ ਸਾਰਿਆਂ ਨੂੰ ਗੁਰੂ ਦਾ ਪਹਿਰਾ ਤੇ ਸ਼ਹੀਦਾਂ ਦਾ ਪਹਿਰਾ ਲੱਗਿਆ ਰਹੇ ਸਾਰਿਆਂ ਤੇ, ਉਹਨਾਂ ਦੀ ਸੋਚ ਦਾ। ਸੋ ਇੰਨੀਆਂ ਲੱਗਿਆ ਰਹਿਣਾ ਚਾਹੀਦਾ, ਬਿਲਕੁਲ ਲੱਗਿਆ ਰਹਿਣਾ ਚਾਹੀਦਾ। ਜਿੱਥੇ ਨਹੀਂ ਲੱਗ ਰਿਹਾ ਨਾ ਤੇ ਉਹਨੂੰ ਪੁੱਛ ਕੇ ਦੇਖੋ ਕਿ ਉਹ ਵਾਕਿਆ ਗੁਰੂ ਦਾ ਸਿੱਖ ਹੈਗਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ